ਜਦੋਂ ਅਸੀਂ ਦਿੱਲੀ ਵੱਲ ਨੂੰ ਆਉਂਦੇ ਹਾਂ ਤਾਂ ਸਭ ਤੋਂ ਪਹਿਲਾ ਪਿੰਡ ਪੈਂਦਾ ਸਮਾਰਟ ਸਕੂਲ ਪੰਖਰਪੁਰ। ਇਹਨਾਂ ਨੂੰ ਕਿਹਾ ਤੁਸੀਂ ਕੌਣ ਸਕੂਲ ਚ ਬਾਹਰ ਨਿਕਲੋ। ਆਂਗਨਵਾੜੀ ਸੈਂਟਰ ਦੀ ਨਵੀਂ ਇਮਾਰਤ ਲਈ 4 ਲੱਖ ਇੱਕ ਉੱਥੇ ਤਾਂ ਫੰਡਿੰਗ ਹੁੰਦੀ ਹੈ। ਬੱਚਿਆਂ ਵਾਸਤੇ ਫੰਡਿੰਗ ਕਿਉਂ ਜਿਹੜੇ ਹੱਥ ਘੁੱਟ ਲੈ ਜਾਂਦੇ। ਤੁਸੀਂ ਆਏ ਤੇ ਤੁਸੀਂ ਕਿਹਾ ਕਿ ਚਲੋ ਮੈਂ ਇਹਦੀ ਰਿਪੇਅਰ ਕਰਵਾ ਦਿੰਦੀ ਹਾਂ, ਮੈਂ ਆਪਣੇ ਪੈਸੇ ਤੋਂ ਕਰਾਵਾਂਗੀ, ਲੇਕਿਨ ਇੱਕ ਸ਼ਰਤ ਹੈ ਕਿ ਤੁਹਾਨੂੰ ਇਹ ਖਾਲੀ ਕਰਨਾ ਪੈਣਾ। ਇਹ ਰੂਮ ਫਿਰ ਮੈਂ ਆਪਣੇ ਕੋਲ ਰੱਖਣਾ। ਇਹ ਫਿਰ ਮਿਸਤਰੀ ਦੀ ਗਲਤੀ ਸੀ, ਠੇਕੇਦਾਰ ਦੀ ਗਲਤੀ ਸੀ, ਜਾਂ ਉਹਨੇ ਤੁਹਾਨੂੰ ਦੱਸਿਆ ਨਹੀਂ ਵੀ ਇਸ ਤਰੀਕੇ ਨਾਲ ਇਹ ਬਹੁਤ ਖਤਰਨਾਕ ਵੀ ਹੋ ਸਕਦਾ ਬੱਚਿਆਂ ਦੇ ਲਈ। ਸਰ ਗੱਲ ਇਹ ਹੈ ਵੀ ਇਹ ਮੈਨੂੰ ਵੀ ਮੇਰੇ ਉੱਪਰ ਵੀ ਮੈਡਮ ਔਖੀ ਹੋਈ, ਕਹਿੰਦੀ ਤੂੰ ਸਕੂਲ 'ਚ ਨਾ ਵੜ ਜੀ। ਸਿਰਫ ਇਹ ਦੋ ਬੰਦੇ ਮੇਰੇ ਨਾਲ ਗੱਲ ਕਰਨਗੇ, ਮੈਂ ਹੋਰ ਕਿਸੇ ਨਾਲ ਨਹੀਂ ਕਰੂੰਗੀ। ਇੱਥੇ ਪ੍ਰਿੰਸੀਪਲ ਬੈਠੇ ਨੇ। ਪ੍ਰਿੰਸੀਪਲ ਬੈਠੇ ਆ। ਅੱਛਾ, ਉਹ ਵੀ ਪਿੰਡ ਵਾਲੇ ਨੇ ਬਣਾ ਕੇ ਦਿੱਤੇ। ਖੁਦ ਅਸੀਂ ਆਪ ਬਣਾ ਕੇ ਦਿੱਤੇ ਆ। ਲੇਕਿਨ ਉਹਨਾਂ ਨੇ ਇਹ ਵੀ ਕਿਹਾ ਵੀ ਜਿੱਥੇ ਤੁਸੀਂ ਹੁਣ ਬੈਠਦੇ ਹੋ, ਜਿੱਦਾਂ ਪਹਿਲਾਂ ਜ਼ਿਕਰ ਕੀਤਾ, ਉਹ ਵੀ ਤਾਂ ਪੰਚਾਇਤ ਨਹੀਂ ਬਣਾ ਕੇ ਦਿੱਤਾ ਸੀਗਾ। 2 ਮਹੀਨੇ ਵਾਸਤੇ ਇੱਕ ਕਮਰਾ ਲਿੱਤਾ ਸੀ। ਤੁਹਾਡੇ ਕੋਲ ਲਿਖਤੀ ਪ੍ਰੂਫ ਹੈ? ਮੈਂ 2004 ਚ ਆਈ ਹਾਂ, 2005 ਚ ਇਹ ਆਏ ਇਕੱਲੇ ਮੈਡਮ ਇਹ ਆਏ, ਬਲਜਿੰਦਰ ਮੈਡਮ। ਅਰੇ ਜੀ ਇਹ ਜਿਹੜੀ ਗ੍ਰਾਂਟ ਆ ਸਾਡੇ ਕੋਲ ਇੰਨੀ ਗ੍ਰਾਂਟ ਆਈ ਸੀ ਮੈਡਮ। ਜਦ ਆਪਾਂ ਗ੍ਰਾਂਟ ਲੈਂਦੇ ਆ ਜਾਂ ਅਸੀਂ ਕੋਈ ਕੰਮ ਲਾਉਂਦੇ ਉਹ ਤੋਂ ਪਹਿਲਾਂ ਕੋਟੇਸ਼ਨਾਂ ਲਈ ਜਾਂਦੀਆਂ। ਤੁਸੀਂ ਇਹ 5 ਕਮਰੇ ਦਿੱਤੇ, ਹੁਣ 6ਵਾਂ ਨਹੀਂ ਦਿੱਤਾ ਹੈਗਾ। ਲੇਕਿਨ ਉਹਨਾਂ ਨੇ ਤਾਂ ਕਿਹਾ ਕਿ ਗ੍ਰਾਂਟ ਜਿਹੜੀ ਹੈਗੀ ਆ ਉਹ 3 ਕਮਰਿਆਂ ਦੀ ਹੀ ਮੰਗਵਾਈ ਸੀਗੀ, ਕੋਟੇਸ਼ਨ ਇਦਾਂ ਦੀ ਭੇਜੀ ਸੀਗੀ ਵੀ 3 ਕਮਰਿਆਂ ਦੀ ਹੀ ਆਈ ਸੀਗੀ। ਇਸੇ ਕਰਕੇ ਮੈਡਮ ਨੇ ਉਹ 3 ਕਮਰੇ ਨੂੰ ਪਤਾ ਵੀ ਨਹੀਂ ਕਦ ਢਾਏ ਆ ਜੀ। ਇਹ ਪੰਚਾਇਤ ਨੂੰ ਤਾਂ ਪਤਾ ਹੀ ਨਹੀਂ, ਨਾ ਪੰਚਾਇਤ ਨੂੰ ਪਤਾ ਲੱਗਿਆ। ਇੱਥੇ ਸਾਡੇ ਸਗੋਂ ਜਿਹੜਾ ਇਲੈਕਸ਼ਨ ਹੋਈ ਸੀ ਇਸੇ ਕਮਰੇ ਦੇ ਵਿੱਚ ਹੋਈ ਸੀ। ਇੱਥੇ ਆਫਿਸ ਸੀਗਾ ਬਣਿਆ ਹੋਇਆ ਜੀ। ਅੱਛਾ ਜੀ, ਵਿਦਆਊਟ ਕਿਸੇ ਨੂੰ ਦੱਸੇ ਇਹ ਤੁੜਵਾ ਦਿੱਤੇ ਗਏ ਔਰ ਕਮਰੇ ਬਿਲਕੁਲ ਠੀਕ ਹਾਲਾਤ ਦੇ ਵਿੱਚ ਸੀਗੇ। ਉਹਨਾਂ ਨੇ ਇਹ ਵੀ ਕਿਹਾ ਕਿ ਇੱਥੇ ਪਾਣੀ ਵੀ ਨਹੀਂ ਆਉਂਦਾ ਸੀਗਾ ਜੀ। ਇਹਦੇ ਵਿੱਚ ਪਾਣੀ ਨਹੀਂ ਆਉਂਦਾ ਸੀਗਾ। ਬੱਚੇ ਨੂੰ ਪੋਟੀ ਆਈ ਸੀਗੀ ਤੇ ਕਰਨ ਨਹੀਂ ਦਿੱਤੇ। मैं गेल गए थे, हटा दिया, करने नहीं दिया। ਉਹ ਬੱਚੇ ਦੇਖੋ ਪੋਟੀ ਵਗੈਰਾ ਵੀ ਕਰ ਦਿੰਦੇ ਆ। ਇੱਥੇ ਕੋਈ ਨਹੀਂ ਹੁੰਦਾ ਸਕੂਲ 'ਚ, ਉਹ ਸਾਫ਼ ਕੌਣ ਕਰੇਗਾ? ਜੇ 5-10 ਹਜ਼ਾਰ ਰੁਪਏ ਘਟਦਾ ਅਸੀਂ ਮੈਂ ਦੇ ਦਿੰਦਾ। ਹੋਰ ਵੀ ਇਹ ਪਤਵੰਤੇ ਸੱਜਣ ਖੜੇ ਆਏ, ਕਹਿੰਦੇ ਅਸੀਂ 5-5 10-10 ਹਜ਼ਾਰ ਰੁਪਏ ਜਿੰਨੇ ਵੀ ਅਸੀਂ ਆਪਣੇ ਪਾਸੇ ਪਾ ਦੂੰਗੇ ਜੀ। ਉਹਨਾਂ ਨੇ ਖੁਦ ਕਿਹਾ ਸੀ ਵੀ ਅਸੀਂ 50-50 ਹਜ਼ਾਰ ਦੀ ਪਰਚੀ ਕਟਾ ਦਾਂਗੇ, ਅਸੀਂ ਫਾਈਨਾਂਸ਼ੀਅਲ ਹੈਲਪ ਕਰਾਂਗੇ ਇਹਦੀ ਸਕੂਲ ਦੀ। ਪਰ ਕਿਸੇ ਨੇ ਮਤਲਬ 5 ਰੁਪਏ ਵੀ ਨਹੀਂ ਦਿੱਤੇ। ਉਹ ਲੋਕ ਦਿਖਾਓ ਜੀ, ਕੰਮ ਵੀ ਲੱਗਿਆ ਹੋਇਆ। ਤਾਂ ਇਹ ਜਿਹੜਾ ਰੂਮ ਇਹ ਫਾਲਤੂ ਹੈ ਜੀ, ਇੱਥੇ ਕੋਈ ਕਲਾਸ ਨਹੀਂ ਲੱਗਦੀ। ਇੱਥੇ ਕੋਈ ਕਲਾਸ ਨਹੀਂ ਸੀ। ਜਿਸ ਦਿਨ ਪਹਿਲਾਂ ਅਸੀਂ ਆਏ ਆ ਇੱਥੇ ਤਾਲਾ ਲੱਗਿਆ ਹੋਇਆ ਸੀ। ਇੰਨਾ ਬੜਾ ਕਬਾੜ ਬਣਿਆ ਹੋਇਆ ਸੀਗਾ ਇੱਥੇ। ਦੇਖੋ ਜੀ ਇਹ ਕਮਰਾ ਉਸ ਟਾਈਮ ਜਦੋਂ ਉਹ ਆਏ ਆ ਬੰਦ ਸੀ। ਇਹ ਰਿਐਲਿਟੀ ਹੈ, ਲੇਕਿਨ ਗੱਲ ਸੋ ਇਹ ਕਮਰਾ ਨਹੀਂ ਚੁੱਕਿਆ ਸੀਗਾ। ਅੱਛਾ ਜੀ, ਬਿਲਕੁਲ ਇੱਕ ਪਾਣੀ ਦੀ ਬੂੰਦ ਨਹੀਂ ਆਉਂਦੀ ਥੱਲੇ। ਸਾਰਾ ਟੋਟਲੀ ਫਸਟ ਕਲਾਸ ਵੇਅਰ ਹੋਇਆ ਹੋਇਆ। ਪ੍ਰੈਗਨੈਂਟ ਲੇਡੀਜ਼ ਵੀ ਆਉਂਦੀਆਂ ਨੇ। ਤਾਂ ਫਿਰ ਤੁਸੀਂ ਦੱਸੋ ਵੀ ਬੱਚੇ ਜਾਂ ਅਸੀਂ ਵਾਸ਼ਰੂਮ ਕਿੱਦਾਂ ਜਾਵਾਂਗੇ ਜੀ? ਅਸੀਂ ਕੋਆਪਰੇਟ ਕਰਨ ਨੂੰ ਤਿਆਰ ਹਾਂ ਜਦੋਂ ਤੱਕ ਉਹ ਕਮਰਾ। ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫੇਰ ਅਸੀਂ ਡੇਰਾਬੱਸੀ ਦੇ ਪਿੰਡ ਪੰਖਰਪੁਰ ਦੇ ਵਿੱਚ ਮੌਜੂਦ ਹਾਂ, ਜਿਹੜਾ ਕਿ ਘੱਗਰ ਤੋਂ ਚੱਲਦੇ ਹੋਏ ਜਦੋਂ ਅਸੀਂ ਦਿੱਲੀ ਵੱਲ ਨੂੰ ਆਉਂਦੇ ਹਾਂ ਤਾਂ ਸਭ ਤੋਂ ਪਹਿਲਾ ਪਿੰਡ ਪੈਂਦਾ। ਔਰ ਨੈਸ਼ਨਲ ਹਾਈਵੇ ਯਾਨੀ ਕਿ ਚੰਡੀਗੜ੍ਹ ਦਿੱਲੀ ਨੈਸ਼ਨਲ ਹਾਈਵੇ ਤੁਸੀਂ ਸਾਹਮਣੇ ਵੇਖ ਸਕਦੇ ਹੋ। ਨੈਸ਼ਨਲ ਹਾਈਵੇ ਦੇ ਬਿਲਕੁਲ ਨਾਲ ਜੁੜਦਾ ਇਹ ਪਿੰਡ ਹੈਗਾ। ਸੋ ਆਓ ਚੱਲਦੇ ਹਾਂ ਅੱਗੇ, ਕਿਉਂਕਿ ਅਸੀਂ 1-2 ਦਿਨ ਪਹਿਲਾਂ ਆਏ ਸੀਗੇ ਇਸੇ ਪਿੰਡ ਦੇ ਵਿੱਚ, ਜਿੱਥੇ ਅਸੀਂ ਤੁਹਾਨੂੰ ਇਹ ਸਕੂਲ ਵਿਖਾਇਆ ਸੀਗਾ, ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਸਕੂਲ, ਜਿਹਦੇ ਵਿੱਚ ਤੁਹਾਨੂੰ ਅਸੀਂ ਗੱਲਬਾਤ ਕਰਵਾਈ ਸੀਗੀ ਪੰਚਾਇਤ ਮੈਂਬਰਾਂ ਦੇ ਨਾਲ। ਔਰ ਇੱਥੇ ਜਿਹੜੇ ਪੇਰੈਂਟਸ ਸੀਗੇ, ਜਿਹੜੇ ਆਂਗਨਬਾੜੀ ਦੇ ਵਿੱਚ ਵਰਕਰ ਕੰਮ ਕਰਦੇ ਸੀਗੇ, ਟੀਚਰ ਕੰਮ ਕਰਦੇ ਸੀਗੇ, ਉਹਨਾਂ ਨੇ ਕੁਝ ਕੁ ਐਲੀਗੇਸ਼ਨਸ ਲਗਾਈਆਂ ਸੀਗੀਆਂ ਇੱਥੇ ਬਤੌਰ ਪ੍ਰਿੰਸੀਪਲ ਕੰਮ ਕਰ ਰਹੇ ਮੈਡਮ ਦੇ ਉੱਤੇ। ਤਾਂ ਗੱਲਬਾਤ ਕਰਦੇ ਹਾਂ। ਸੋ ਬੱਚੇ ਜਾ ਵੀ ਰਹੇ ਨੇ, ਜਿਵੇਂ ਸਕੂਲ ਦੀ ਛੁੱਟੀ ਤਕਰੀਬਨ ਹੋ ਰਹੀ ਹੈ। ਕੁਝ ਕੁ ਬੱਚੇ ਜਾ ਰਹੇ ਨੇ ਕਿਉਂਕਿ ਛੋਟੇ ਬੱਚਿਆਂ ਦੀ ਜਲਦੀ ਛੁੱਟੀ ਹੋ ਜਾਂਦੀ ਹੈ। ਸੋ ਜਿਵੇਂ ਤੁਸੀਂ ਵੇਖ ਸਕਦੇ ਹੋ ਸਾਹਮਣੇ ਲਿਖਿਆ ਹੋਇਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪੰਖਰਪੁਰ। ਔਰ ਕੁਝ ਕੁ ਮਸਲੇ ਸੀਗੇ ਜਿਸ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਸੀਗੀ, ਪਹਿਲਾਂ ਕਵਰੇਜ ਕੀਤੀ ਸੀਗੀ, ਜਿਹਦੇ ਵਿੱਚ ਅਸੀਂ ਮੋਟੇ ਤੌਰ ਦੇ ਉੱਤੇ ਤੁਹਾਨੂੰ ਦੱਸ ਦਈਏ, ਜਿਹਦੇ ਵਿੱਚ ਅਸੀਂ ਕਵਰੇਜ ਕੀਤੀ ਸੀਗੀ। ਇੱਕ ਕਮਰਾ ਵਿਖਾਇਆ ਸੀਗਾ ਜਿਹੜਾ ਕਿ ਆਂਗਨਬਾੜੀ ਦਾ ਕਮਰਾ ਹੈਗਾ। ਆਂਗਨਬਾੜੀ ਨੂੰ ਦਿੱਤਾ ਗਿਆ ਹੈਗਾ ਪੰਚਾਇਤ ਵੱਲੋਂ 2005 ਤੋਂ, ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਇਹ ਕਮਰੇ ਵਿਖਾਏ ਸੀਗੇ ਕਿ ਕਮਰੇ ਨੇ ਜਿਹੜੇ ਇਹਦੀ ਅਪਲਿਫਟਮੈਂਟ ਹੋ ਗਈ ਹੈ। ਐਲੀਗੇਸ਼ਨਸ ਲਗਾਏ ਗਏ ਸੀਗੇ ਆਂਗਨਬਾੜੀ ਵਰਕਰਾਂ ਵੱਲੋਂ ਕਿ ਇੱਥੋਂ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੇ ਇੰਟੈਂਸ਼ਨਲੀ ਯਾਨੀ ਕਿ ਜਾਣਬੁੱਝ ਕੇ ਆਪਣੇ ਜਿਹੜੇ ਕਮਰੇ ਨੇ ਯਾਨੀ ਕਿ ਜਿਨ੍ਹਾਂ ਦੇ ਵਿੱਚ ਕਲਾਸਿਸ ਲੱਗਦੀਆਂ ਨੇ ਵੱਡੇ ਬੱਚਿਆਂ ਦੀਆਂ, ਉਹਨਾਂ ਦੀ ਤਾਂ ਮੁਰੰਮਤ ਕਰਾ ਦਿੱਤੀ, ਉਹਨਾਂ ਨੂੰ ਅਪਲਿਫਟ ਕਰਾ ਦਿੱਤਾ। ਕਿਉਂਕਿ ਦੇਖੋ ਤੁਸੀਂ ਜਿਹੜਾ ਲੈਂਟਰ ਹੈ ਇਹ ਪਹਿਲਾਂ ਨੀਚੇ ਸੀਗਾ, ਇਹ ਲੈਂਟਰ ਸਾਰਾ ਉੱਤੇ ਚੁੱਕ ਦਿੱਤਾ ਗਿਆ। ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨਾ ਕੁ ਉੱਚਾ ਚੁੱਕਿਆ ਗਿਆ। ਪਹਿਲਾਂ ਇਹ ਲੈਂਟਰ ਬਿਲਕੁਲ ਸੇਮ ਹੁੰਦਾ ਸੀ, ਤਾਂ ਇੱਥੋਂ ਪਤਾ ਲੱਗ ਸਕਦਾ ਹੈਗਾ। ਮੈਂ ਆਪਣੇ ਵੀਰ ਨੂੰ ਕਹਾਂਗਾ, ਕੈਮਰਾਮੈਨ ਵੀਰ ਨੂੰ ਥੋੜਾ ਜਿਹਾ ਵਿਖਾਣਗੇ ਕਿ ਕਿੱਥੋਂ ਕੁ ਲੈਂਟਰ ਦਾ ਫਰਕ ਪਿਆ, ਇੱਥੋਂ ਪਤਾ ਲੱਗ ਸਕਦਾ। ਸੋ ਐਲੀਗੇਸ਼ਨਸ ਇਹ ਸੀਗੀ ਕਿ ਜਾਣਬੁੱਝ ਕੇ ਇੱਕ ਤਰੀਕੇ ਦੇ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ ਵੀ ਜਿਹੜੇ ਆਂਗਨਵਾੜੀ ਵਾਲੇ ਬੱਚੇ ਨੇ ਉਹਨਾਂ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਉਹਨਾਂ ਨੂੰ ਟਾਇਲਟ ਨਹੀਂ ਯੂਜ਼ ਕੀਤਾ ਜਾਂਦਾ। ਇਹ ਜੋ ਐਲੀਗੇਸ਼ਨਸ ਪੇਰੈਂਟਸ ਨੇ ਵੀ ਲਗਾਈ ਸੀਗੀਆਂ। ਦੂਜਾ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਇਹ ਕਮਰਾ ਹੈ
ਜਿਹੜਾ ਤੁਸੀਂ ਵੇਖ ਰਹੇ ਹੋ ਫਰਸ਼ ਪਿਆ ਹੋਇਆ, ਪਹਿਲੀ ਵੀਡੀਓ ਤੁਸੀਂ ਵੇਖ ਸਕਦੇ ਹੋ, ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਇਹ ਜਿਹੜਾ ਇੱਥੇ ਕਮਰਾ ਬਣਿਆ ਹੋਇਆ ਸੀ ਜਿਹਦਾ ਫਰਸ਼ ਬਣਿਆ ਹੋਇਆ ਇਸ ਕਮਰੇ ਨੂੰ ਡਿਮੋਲਿਸ਼ ਕਰ ਦਿੱਤਾ ਗਿਆ ਔਰ ਇਸ ਬਾਰੇ ਨਹੀਂ ਦੱਸਿਆ ਗਿਆ ਸੀਗਾ। ਥੋੜਾ ਨਾਲ ਦੀ ਨਾਲ ਆਉਂਦੇ ਰਹੋ। ਇਸ ਕਮਰੇ ਨੂੰ ਡਿਮੋਲਿਸ਼ ਕਰ ਦਿੱਤਾ ਗਿਆ ਔਰ ਇਤਲਾ ਨਹੀਂ ਦਿੱਤੀ ਗਈ ਸੀਗੀ ਪੰਚਾਇਤ ਮੈਂਬਰਾਂ ਨੂੰ। ਔਰ ਨਾਲ ਦੀ ਨਾਲ ਇੱਕ ਇਹ ਐਲੀਗੇਸ਼ਨ ਸੀਗਾ ਕਿ ਇਸ ਸਕੂਲ ਦੇ ਵਿੱਚ ਕਮਰਾ ਫਾਲਤੂ ਹੈ, ਇੱਕ ਕਮਰਾ ਫਾਲਤੂ ਹੈ, ਲੇਕਿਨ ਇਸ ਦੇ ਬਾਵਜੂਦ ਵੀ ਜਿਹੜੇ ਆਂਗਨਵਾੜੀ ਵਾਲੇ ਬੱਚੇ ਨੇ ਉਹਨਾਂ ਨੂੰ ਖਤਰਨਾਕ ਹਾਲਾਤਾਂ ਦੇ ਵਿੱਚ ਬੈਠਣ ਦੇ ਲਈ ਮਜਬੂਰ ਕੀਤਾ ਹੋਇਆ। ਹੋਰ ਵੀ ਕੁਝ ਇਸ ਤਰੀਕੇ ਦੀਆਂ ਐਲੀਗੇਸ਼ਨ ਸੀਗੀਆਂ ਤੇ ਸਾਹਮਣੇ ਪ੍ਰਿੰਸੀਪਲ ਮੈਮ ਬੈਠੇ ਨੇ। ਅਸੀਂ ਬੇਨਤੀ ਕੀਤੀ ਸੀਗੀ ਇਹਨਾਂ ਨੂੰ ਕਿ ਸਾਨੂੰ ਜ਼ਰੂਰ ਸਮਾਂ ਦਿਓ ਕਿ ਅਸੀਂ ਤਾਂ ਕਿ ਤੁਹਾਡਾ ਵੀ ਜਿਹੜਾ ਪੱਖ ਅਸੀਂ ਜਾਣ ਸਕੀਏ, ਕਿਉਂਕਿ ਅਸੀਂ ਪਹਿਲਾਂ ਜਿਹੜੀਆਂ ਗੱਲਬਾਤ ਕੀਤੀ ਸੀਗੀ ਉਹਦੇ ਵਿੱਚ ਪੰਚਾਇਤ ਮੈਂਬਰ ਵੀ ਸ਼ਾਮਲ ਸੀਗੇ, ਉਹਦੇ ਵਿੱਚ ਆਂਗਨਵਾੜੀ ਵਾਲੇ ਜਿਹੜੇ ਵਰਕਰ ਨੇ ਉਹ ਵੀ ਸ਼ਾਮਲ ਸੀਗੇ ਔਰ ਪੇਰੈਂਟਸ ਵੀ ਬੱਚਿਆਂ ਦੇ ਸ਼ਾਮਲ ਸੀਗੇ। ਸੋ ਗੱਲਬਾਤ ਕਰ ਲੈਂਦੇ ਆ। ਇੱਥੇ ਮੈਮ ਮੌਜੂਦ ਨੇ। ਸਤਿ ਸ਼੍ਰੀ ਅਕਾਲ ਮੈਮ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹੈ, ਤੁਸੀਂ ਸਾਨੂੰ ਸਮਾਂ ਦਿੱਤਾ ਤਾਂ ਕਿ ਅਸੀਂ ਤੁਹਾਡਾ ਪੱਖ ਵੀ ਜਾਣ ਸਕੀਏ। ਸੋ ਮੈਂ ਗੱਲਬਾਤ ਕਰ ਸਕਦਾ ਜੀ? ਸੋ ਮੈਮ ਮੈਂ ਚਾਹੁੰਦਾ ਵੀ ਉਸ ਦਿਨ ਤਾਂ ਗੱਲ ਨਹੀਂ ਹੋ ਪਾਈ ਸੀਗੀ, ਬਟ ਮੈਂ ਚਾਹੁੰਦਾ ਵੀ ਅੱਜ ਤੁਸੀਂ ਜ਼ਰੂਰ ਜਿਹੜਾ ਤੁਹਾਡਾ ਪੱਖ ਹੈਗਾ ਵੀ ਤੁਸੀਂ ਜ਼ਰੂਰ ਦੱਸੋ ਤੇ ਅਸੀਂ ਕੋਸ਼ਿਸ਼ ਕਰਦੇ ਕਿ ਮੈਮ ਨੂੰ ਲੈ ਕੇ ਚੱਲਦੇ ਹਾਂ ਤੇ ਮੈਮ ਨੂੰ ਵਿਖਾਉਂਦੇ ਵੀ ਹਾਂ ਜੇ ਮੈਮ ਦੀ ਨੋਟਿਸ ਦੇ ਵਿੱਚ ਉਹ ਚੀਜ਼ਾਂ ਨਹੀਂ ਹੈਗੀਆਂ ਔਰ ਜਿਹੜਾ ਮੈਮ ਦਾ ਪੱਖ ਹੈ ਉਹ ਅਸੀਂ ਜਾਣ ਲੈਂਦੇ ਹਾਂ ਜੀ। ਤੇ ਮੈਮ ਸਭ ਤੋਂ ਪਹਿਲਾਂ ਤਾਂ ਅਸੀਂ ਉੱਥੇ ਚੱਲੀਏ ਜੀ ਆਂਗਨਵਾੜੀ ਵਾਲੇ ਪੋਰਸ਼ਨ ਦੇ ਕੋਲ, ਹੈ ਨਾ, ਕਿਉਂਕਿ ਉਹਨਾਂ ਨੇ ਮੈਂ ਨਾਲ ਦੀ ਨਾਲ ਜਾਂਦੇ ਹੋਏ ਦੱਸਦਾ ਕਿ ਇੱਕ ਤੇ ਐਲੀਗੇਸ਼ਨ ਆਂਗਨਵਾੜੀ ਵਾਲੇ ਵਰਕਰਾਂ ਨੇ ਇਹ ਲਗਾਇਆ ਸੀਗਾ ਕਿ ਗ੍ਰਾਂਟ ਆਈ ਸੀਗੀ ਲੇਕਿਨ ਪ੍ਰਿੰਸੀਪਲ ਮੈਮ ਨੇ ਬਾਕੀ ਆਪਣੇ ਕਮਰੇ ਜਿੱਥੇ ਉਹ ਆਪ ਬਹਿੰਦੇ ਆ, ਜਿੱਥੇ ਉਹਨਾਂ ਦੇ ਆਪਣੇ ਟੀਚਰ ਬਹਿੰਦੇ ਆ, ਜਿਹੜੇ ਤੁਸੀਂ ਇਹ ਵੇਖ ਰਹੇ ਹੋ ਵੀ ਇਹ ਤਾਂ ਸਾਰੇ ਅਪਲਿਫਟ ਕਰਾ ਦਿੱਤੇ। ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਥੋੜ੍ਹਾ ਜਿਹਾ ਦਿਖਾਓ। ਜਿਹੜੇ ਕਮਰੇ ਨੇ ਉਹਨਾਂ ਦਾ ਲੈਂਟਰ ਤਾਂ ਤੁਸੀਂ ਉੱਚਾ ਚੱਕਤਾ ਜਾਂ ਚਕਵਾਤਾ ਠੇਕੇਦਾਰ ਕੋਲੋਂ, ਜਿੱਦਾਂ ਤੁਸੀਂ ਵੇਖ ਰਹੇ ਹੋ, ਔਰ ਸੀਮੈਂਟਡ ਫਰਸ਼ ਵੀ ਬਣਿਆ ਹੋਇਆ ਹੈ, ਅੰਦਰ ਪ੍ਰਬੰਧ ਵੀ ਬੜਾ ਵਧੀਆ ਹੈ, ਕਲਾਸਿਸ ਵੀ ਬਹੁਤ ਵਧੀਆ ਬਣਾਈਆਂ ਹੋਈਆਂ ਨੇ। ਲੇਕਿਨ ਜਿੱਥੇ ਉਹ ਮਾਸੂਮ ਬੱਚੇ ਬੈਠਦੇ ਯਾਨੀ ਕਿ ਆਂਗਨਵਾੜੀ ਵਾਲਾ ਜਿਹੜਾ ਪੋਰਸ਼ਨ ਹੈ ਜਿਹੜਾ ਅੱਗੇ ਹੈ, ਥੋੜ੍ਹਾ ਜਿਹਾ ਚੱਲ ਕੇ ਅਸੀਂ ਵਿਖਾਉਂਦੇ ਹਾਂ, ਨਾਲ ਮੈਮ ਵੀ ਨੇ, ਕਿ ਉਹ ਜਾਣਬੁੱਝ ਕੇ ਮੈਮ ਨੇ ਛੱਡ ਦਿੱਤਾ ਤਾਂ ਕਿ ਇੱਥੋਂ ਆਂਗਨਵਾੜੀ ਵਾਲਾ ਜਿਹੜਾ ਉਹ ਸੈਕਸ਼ਨ ਚੱਲਦਾ, ਜਿਹੜਾ ਪੋਰਸ਼ਨ ਚੱਲਦਾ, ਉਹਦਾ ਇੰਤਜ਼ਾਮ ਗੌਰਮੈਂਟ ਕਿਤੇ ਹੋਰ ਕਰੇ। ਸੋ ਮੈਮ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਜੀ। ਨਹੀਂ ਜੀ, ਇਹ ਬਿਲਕੁਲ ਝੂਠ ਹੈ। ਗੱਲ ਇਹ ਹੈ ਵੀ ਅਸੀਂ ਇਹ ਤਾਂ ਅਪਲਿਫਟ ਕਰਾਏ ਹੈ ਕਿਉਂਕਿ ਇਹ ਬਹੁਤ ਡੂੰਘੇ ਹੈ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਵੀ ਇਹ ਬਹੁਤ ਡੂੰਘੇ ਕਮਰੇ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਇਹ ਪੂਰੇ ਲੈਵਲ ਤੇ ਹੈ। ਇਹ ਡੂੰਘੇ ਨਹੀਂ ਹੈ, ਇਹ ਲੈਵਲ ਤੇ ਹੈ। ਇਹਨਾਂ 'ਚ ਪਾਣੀ ਭਰ ਜਾਂਦਾ ਸੀ, ਸਾਨੂੰ ਬਹੁਤ ਦਿੱਕਤ ਆਉਂਦੀ ਸੀ ਔਰ ਇਹਦੇ 'ਚ ਪਾਣੀ ਬਿਲਕੁਲ ਵੀ ਨਹੀਂ ਆਉਂਦਾ। ਜਿਸ ਤਰ੍ਹਾਂ ਕਿ ਇੱਧਰ ਨਹੀਂ ਪਾਣੀ ਆ ਰਿਹਾ, ਉਹ ਉਸ ਕਮਰੇ 'ਚ ਵੀ ਨਹੀਂ ਆ ਰਿਹਾ। ਅਸੀਂ ਫਰੰਟ ਵਾਲਾ ਕਮਰਾ ਵੀ ਅਪਲਿਫਟ ਨਹੀਂ ਕਰਾਇਆ ਕਿਉਂਕਿ ਉਹ ਵੀ ਲੈਵਲ ਬਰਾਬਰ ਸੀਗਾ ਉਹਦਾ, ਉਸ 'ਚ ਵੀ ਪਾਣੀ ਨਹੀਂ ਆਉਂਦਾ, ਇਸ 'ਚ ਵੀ ਪਾਣੀ ਨਹੀਂ ਆਉਂਦਾ, ਇਸ ਲਈ ਅਪਲਿਫਟ ਨਹੀਂ ਕਰਾਇਆ। ਅੱਛਾ, ਉਹ ਜਿਹੜਾ ਕਮਰਾ ਉਹ ਫਿਰ ਤੁਹਾਡੀ ਕਲਾਸਿਸ ਦਾ ਹੀ ਹੈ? ਹਾਂਜੀ, ਉਹ ਕਲਾਸਿਸ ਆਈ ਆ, ਉਹ ਵੀ ਨਹੀਂ ਕਰਾਇਆ, ਇਹ ਵੀ ਨਹੀਂ ਕਰਾਇਆ ਕਿਉਂਕਿ ਇਹਨਾਂ ਦਾ ਲੈਵਲ ਬਰਾਬਰ ਸੀ। ਮੈਮ ਇਹ ਕਿੱਦਾਂ, ਮਤਲਬ ਕਿ ਜਦੋਂ ਸਕੂਲ ਬਣਿਆ ਸੀ ਇਕੱਠਾ ਨਹੀਂ ਬਣਿਆ ਸੀਗਾ ਇਹ? ਜੀ ਮੈਂ ਜਦੋਂ ਆਈ ਹਾਂ ਇਹ ਸਕੂਲ ਬਣਿਆ ਹੋਇਆ ਸੀ, ਮੇਰੇ ਹੁੰਦੇ ਸਿਰਫ ਉਹ 2 ਕਮਰੇ ਪਏ ਆ, ਬਾਕੀ ਇਹ ਸਾਰੀ ਬਿਲਡਿੰਗ, ਮੈਨੂੰ 19 ਸਾਲ ਹੋ ਗਏ ਇਸ ਸਕੂਲ 'ਚ, ਇਹ ਸਾਰੀ ਬਿਲਡਿੰਗ ਬਣੀ ਹੋਈ ਸੀ। ਅੱਛਾ ਜੀ, ਤੇ ਤੁਹਾਡੇ ਜਦੋਂ ਤੁਸੀਂ ਆਏ ਤਾਂ ਇਹ ਕਮਰੇ ਡੂੰਘੇ ਸੀਗੇ? ਹਾਂਜੀ। ਅੱਛਾ ਜੀ, ਇਹ ਕਮਰੇ ਡੂੰਘੇ ਸੀ। ਅਸੀਂ ਬਾਰਿਸ਼ਾਂ 'ਚ ਬਹੁਤ ਤੰਗ ਹੁੰਦੇ ਸੀਗੇ, ਸਾਨੂੰ ਟੁੱਲੂ ਪੰਪ ਲਗਾ ਕੇ ਹਰ ਰੋਜ਼ ਪਾਣੀ ਕੱਢਣਾ ਪੈਂਦਾ ਸੀ, ਹਰ ਰੋਜ਼ ਪਾਣੀ ਕੱਢਣਾ ਪੈਂਦਾ ਸੀਗਾ। ਸਾਰਾ ਦਿਨ ਮੋਟਰ ਚੱਲਦੀ ਸੀ। ਅਸੀਂ ਕਿਸੇ ਦੀ ਡਿਊਟੀ ਲਗਾਈ ਹੋਈ ਸੀ, ਸਵੇਰੇ ਲਗਾਉਂਦਾ ਸੀ, ਸ਼ਾਮ ਨੂੰ ਉਤਾਰਦਾ ਸੀ, ਅਗਲੇ ਦਿਨ ਸਵੇਰੇ ਲਗਾਉਂਦਾ ਸੀ, ਸ਼ਾਮ ਨੂੰ ਉਤਾਰਦਾ, ਫਿਰ ਵੀ ਪਾਣੀ ਨਿਕਲਦਾ ਹੀ ਨਹੀਂ ਸੀ। ਕਿੰਨੇ ਦਿਨ ਲੱਗ ਜਾਂਦੇ ਸੀ ਸਾਨੂੰ ਪਾਣੀ ਕੱਢਣ। ਬਾਰਿਸ਼ਾਂ ਤੁਸੀਂ ਦੇਖੋ, ਜੇ ਇਸ ਵਾਰ ਵੀ ਨਾ ਕਰਾਇਆ ਹੁੰਦਾ ਤਾਂ ਬਾਰਿਸ਼ਾਂ ਇਸ ਵਾਰ ਕਿੰਨੀਆਂ ਪਈਆਂ ਨੇ, ਤਾਂ ਬਿਲਡਿੰਗ ਦਾ ਕਿੰਨਾ ਨੁਕਸਾਨ ਹੋਣਾ ਸੀ। ਪਾਣੀ ਨੀਹਾਂ 'ਚ ਭਰ ਗਿਆ ਸੀ। ਇਹ ਤੁਸੀਂ ਕੰਸਟਰਕਸ਼ਨ ਫਿਰ ਇਸ ਵਾਰ ਨਹੀਂ ਕਰਾਈ, ਪਹਿਲਾਂ ਕਰਵਾ ਲਈ ਸੀਗੀ? ਨਹੀਂ ਜੀ, ਇਸ ਵਾਰੀ ਕਰਾਈ ਹੈ, ਜੂਨ ਦੀਆਂ ਛੁੱਟੀਆਂ 'ਚ ਕਰਾਈ ਹੈ। ਅੱਛਾ, ਬਰਸਾਤਾਂ ਤੋਂ ਪਹਿਲਾਂ ਕਰਵਾਈ ਹੈ? ਹਾਂਜੀ, ਜੂਨ ਦੀਆਂ ਛੁੱਟੀਆਂ 'ਚ ਕਰਾਈ ਹੈ। ਤੇ ਇਹ ਤੁਸੀਂ ਲੈਂਟਰ ਫਿਰ ਆਪਣਾ ਉੱਚਾ ਚੁੱਕਤਾ ਤੇ ਇੱਧਰ ਫਿਰ ਇਹਨੂੰ ਰਹਿਣ ਦਿੱਤਾ ਗਿਆ? ਹਾਂਜੀ, ਇਹਨੂੰ ਅਸੀਂ ਤਾਂ ਰਹਿਣ ਦਿੱਤਾ ਕਿਉਂਕਿ ਇਹਦੇ 'ਚ ਪਾਣੀ ਨਹੀਂ ਆਉਂਦਾ ਸੀਗਾ, ਲੇਕਿਨ ਇਹ ਵਾਲਾ ਜਿਹੜਾ ਲੈਂਟਰ ਹੈ ਇਹ ਖਰਾਬ ਹੋ ਗਿਆ। ਇਹ ਮਤਲਬ ਕਿ ਹੁਣ ਥੋੜਾ ਜਿਹਾ ਇੱਥੇ ਅਸੀਂ ਵੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਬੁਰਾ ਹਾਲ ਹੋਇਆ। ਹੁਣ ਤੇ ਚਲੋ ਲੋਕ ਲੱਗਿਆ ਹੋਇਆ, ਪਰ ਇੱਥੋਂ ਥੋੜਾ ਜਿਹਾ ਨਜ਼ਰ ਪੈ ਜਾਣਾ। ਮੈਂ ਆਪਣੇ ਵੀਰ ਨੂੰ ਕਹਾਂਗਾ ਥੋੜਾ ਜਿਹਾ ਇੱਥੇ ਆ ਕੇ ਤੁਸੀਂ ਦਿਖਾਓ ਅੰਦਰ, ਜਿਹੜੀ ਉਹ ਤਰੇੜਾਂ ਆਈਆਂ ਹੋਈਆਂ ਅੰਦਰ ਤੋਂ, ਤੇ ਇੱਥੋਂ ਨਜ਼ਰ ਆ ਰਿਹਾ। ਫਿਰ ਮੈਮ ਇਹ ਇਸੇ ਕਰਕੇ ਆਇਆ ਕਿ ਜਿਹੜਾ ਲੈਂਟਰ ਸੀਗਾ ਉਹ ਨਾਲ ਵਾਲਾ ਲੈਂਟਰ ਤੇ ਉੱਪਰ ਚੁੱਕਤਾ, ਇਹਨੂੰ ਰੱਖ ਦਿੱਤਾ ਗਿਆ ਹੈ ਨਾ, ਤੇ ਫਿਰ ਤੁਹਾਨੂੰ ਇਹ ਨਹੀਂ ਲੱਗਿਆ ਵੀ ਇਹ ਫਿਰ ਮਿਸਤਰੀ ਦੀ ਗਲਤੀ ਸੀ, ਠੇਕੇਦਾਰ ਦੀ ਗਲਤੀ ਸੀ, ਜਾਂ ਉਹਨੇ ਤੁਹਾਨੂੰ ਦੱਸਿਆ ਨਹੀਂ ਵੀ ਇਸ ਤਰੀਕੇ ਨਾਲ ਇਹ ਬਹੁਤ ਖਤਰਨਾਕ ਵੀ ਹੋ ਸਕਦਾ ਬੱਚਿਆਂ ਦੇ ਲਈ? ਸਰ ਗੱਲ ਇਹ ਹੈ ਵੀ ਇਹ ਕੰਮ ਛੁੱਟੀਆਂ 'ਚ ਹੋਇਆ ਸੀ।
ਛੁੱਟੀਆਂ 'ਚ ਮੈਂ ਕਦੇ ਆਉਂਦੀ ਸੀ, ਮਤਲਬ ਮੈਂ ਵੀ ਆਪਣੇ ਘਰ ਹੁੰਦੀ ਸੀ, ਲੇਕਿਨ ਸਾਨੂੰ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਇਸ ਤਰ੍ਹਾਂ ਨੁਕਸਾਨ ਹੋ ਜਾਏਗਾ। ਜੇ ਮੈਨੂੰ ਇਸ ਚੀਜ਼ ਦਾ ਅੰਦਾਜ਼ਾ ਹੁੰਦਾ ਤਾਂ ਅਸੀਂ ਇਹਨੂੰ ਵੀ ਅਪਲਿਫਟ ਕਰਵਾ ਦਿੰਦੇ। ਮੇਰੇ ਸਿਰਫ ਦਿਮਾਗ 'ਚ ਇਹੀ ਨਕਸ਼ਾ ਸੀ ਕਿ ਇਹਨੂੰ ਕਰਵਾਉਣ ਦੀ ਲੋੜ ਨਹੀਂ, ਕਿਉਂਕਿ ਇਹ ਆਲਰੇਡੀ ਉੱਚੀ ਹੈ ਬਿਲਡਿੰਗ। ਹੁਣ ਇਹ ਹੋ ਗਿਆ ਨੁਕਸਾਨ, ਇਹ ਗੱਲ ਮੈਂ ਕਹਿ ਰਹੀ ਹਾਂ ਸਭ ਨੂੰ ਵੀ ਇਹ ਨੁਕਸਾਨ ਹੋ ਗਿਆ, ਜਿਸ ਗੱਲ ਦਾ ਸਾਨੂੰ ਅੰਦਾਜ਼ਾ ਨਹੀਂ ਸੀ, ਕਿਉਂਕਿ ਮੈਂ ਫਸਟ ਟਾਈਮ ਹੀ ਕੰਮ ਕਰਵਾ ਰਹੀ ਹਾਂ। ਮੈਂ ਕਦੇ ਮਿਸਤਰੀ ਨਹੀਂ ਲਗਾਇਆ ਸਕੂਲ 'ਚ, ਮੈਂ ਕੰਮ ਨਹੀਂ ਕਰਵਾਇਆ, ਮੈਨੇ ਕਦੇ ਗ੍ਰਾਂਟ ਨਹੀਂ ਮੰਗੀ। ਹੁਣ ਮੈਂ ਇਹਨਾਂ ਦਿੱਕਤਾਂ ਨੂੰ ਦੇਖਦੇ ਹੋਏ ਮੈਨੇ ਗ੍ਰਾਂਟ ਮੰਗੀ ਔਰ ਕੰਮ ਕਰਾਇਆ, ਔਰ ਕੰਮ ਕਰਾ ਕੇ ਮਤਲਬ ਕਿ ਇਹ ਨੁਕਸਾਨ ਹੋ ਗਿਆ ਜਿਸ ਦਾ ਕਿ ਮੈਨੂੰ ਅੰਦਾਜ਼ਾ ਨਹੀਂ ਸੀ। ਫਿਰ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਆ ਕੇ ਦੇਖਿਆ ਇੱਥੇ ਛੁੱਟੀਆਂ ਤੋਂ ਬਾਅਦ, ਫਿਰ ਤੁਹਾਨੂੰ ਹੋਇਆ ਅਹਿਸਾਸ ਵੀ ਇਹ ਬਹੁਤ ਗਲਤ ਕੰਮ ਕਰਦਾ ਵਾ? ਹਾਂਜੀ, ਫਿਰ ਜਦੋਂ ਅਸੀਂ ਦੇਖਿਆ ਉਦੋਂ ਹੀ ਪਤਾ ਲੱਗਿਆ। ਉਸ ਤੋਂ ਬਾਅਦ ਥੋੜਾ ਪਛਤਾਵਾ ਵੀ ਹੋਇਆ ਵੀ ਜੇ ਪਤਾ ਹੁੰਦਾ ਤਾਂ ਅਸੀਂ ਇਹਨੂੰ ਪਹਿਲਾਂ ਹੀ ਅਪਲਿਫਟ ਕਰ ਲੈਂਦੇ, ਉਹਨੇ ਪ੍ਰੋਬਲਮ ਦੁਬਾਰਾ ਖੜੀ ਹੋ ਗਈ, ਨਹੀਂ ਨਾਲ ਦੀ ਨਾਲ ਕੰਮ ਹੋ ਜਾਣਾ ਸੀ। ਤਾਂ ਉਹ ਫਿਰ ਹੁਣ ਇਹ ਹੈ ਕਿ ਮੈਂ ਇਹਨਾਂ ਨੂੰ ਵਾਰ-ਵਾਰ ਕਹਿੰਦੀ ਆ ਪਿੰਡ ਵਾਲਿਆਂ ਨੂੰ, ਮਤਲਬ ਕਿ ਆਪਣੇ ਕੋਲ ਪੈਸੇ ਖਤਮ ਹੋ ਚੁੱਕੇ ਆ, 6,51,000 ਮਿਲਿਆ ਸੀਗਾ, ਤਾਂ ਉਹ ਖਤਮ ਹੋ ਚੁੱਕੇ ਆ ਵੀ ਤੁਸੀਂ ਮੇਰੀ ਇੱਕ ਹੈਲਪ ਕਰੋ। ਤੁਸੀਂ ਪਿੰਡ ਵਾਲਿਆਂ ਨੂੰ ਕਿਹਾ ਇਹ? ਹਾਂਜੀ, ਇਹ ਗੱਲ ਮੈਂ ਕਹੀ ਹੈ ਵੀ ਹੈਲਪ ਕਰੋ। ਮੈਂ ਇੱਕ ਬੰਦੇ ਨੂੰ ਨਹੀਂ ਕਿਹਾ, ਮੈਂ ਕਈ ਬੰਦਿਆਂ ਨੂੰ ਕਿਹਾ। ਪਰ ਉਸ ਦਿਨ ਮੈਂ ਪਲੀਜ਼ ਇੱਕ ਮਿੰਟ ਗੱਲ ਕਰਾਂ। ਉਸ ਦਿਨ ਅਸੀਂ ਆਏ ਸੀ ਜਦੋਂ ਕਵਰੇਜ ਕਰਨ, ਉਹ ਪੰਚਾਇਤ ਦੇ ਮੈਂਬਰ ਵੀ ਸੀ ਔਰ ਪਿੰਡ ਵਾਲੇ ਸੀ। ਉਹ ਕਹਿੰਦੇ ਸੀ ਮੈਡਮ ਨੂੰ ਕਿੰਨੀ ਵਾਰੀ ਕਹਿ ਲਿਆ ਅਸੀਂ ਕਹਿੰਦੇ ਇਕੱਲਾ ਬੰਦਾ ਕਹਿੰਦਾ ਸੀ ਕਿ ਕਿਸੇ ਦੇਣ ਨੂੰ ਤਿਆਰ ਹੈ, ਕਹਿੰਦੇ ਮੈਡਮ ਸਾਡੀ ਗੱਲ ਸੁਣਦੀ ਨਹੀਂ ਹੈਗੀ। ਇਹ ਸਰ ਗਵਾਹ ਨੇ, ਸਰ ਤੋਂ ਪੁੱਛ ਸਕਦੇ ਹੋ ਤੁਸੀਂ। ਸਰ ਨੇ ਵੀ ਕਿੰਨੇ ਵਾਰੀ ਕਿਹਾ ਵੀ ਤੁਸੀਂ ਪੈਸੇ ਦੇ ਦਿਓ। ਸਰ ਤੁਸੀਂ ਗੱਲ ਕਰੋ। ਤੁਸੀਂ ਨਾਲ ਹੋ ਜੀ? ਹਾਂਜੀ ਹਾਂ, ਮੈਂ ਇੱਥੇ ਸਕੂਲ ਦੀ ਕਮੇਟੀ ਦਾ ਮੈਂਬਰ ਹਾਂ। ਅੱਛਾ ਜੀ, ਮੈਂਬਰ ਬਣਾਈ, ਕਮੇਟੀ ਬਣਾਈ, ਉਹਦਾ ਮੈਂਬਰ ਹਾਂ ਜੀ ਮੈਂ। ਠੀਕ ਹੈ। ਐਸੇ ਪਿੰਡ ਦੇ ਹੀ ਵਸਨੀਕ। ਇਸੇ ਪਿੰਡ ਦੇ ਹੋ? ਹਾਂਜੀ ਹਾਂਜੀ। ਅੱਛਾ, ਇਹ ਨਾ ਜਿਹੜਾ ਲੈਂਟਰ ਤੋੜ ਕੇ ਅਲੱਗ ਬਣਾਇਆ ਸੀਗਾ, ਇਸ ਤਰ੍ਹਾਂ ਪਰਲੇ ਪਾਸੇ ਤੋੜਿਆ ਸੀਗਾ ਉੱਥੇ, ਉਧਰਲੇ ਪਾਸੇ ਰਿਪੇਅਰ ਹੋ ਗਿਆ। ਜਦੋਂ ਇੱਧਰ ਰਿਪੇਅਰ ਕਰ ਰਹੇ ਸੀਗੇ ਤਾਂ ਉੱਥੋਂ ਆ ਕੇ ਆਂਗਣਵਾੜੀ ਵਰਕਰ ਨੇ ਇੱਥੇ ਲੋਕ ਲਗਾ ਦਿੱਤਾ। ਉਹ ਲੋਕ ਦਿਖਾਓ ਜਰਾ ਜੀ, ਹੁਣ ਵੀ ਲੱਗਿਆ ਹੋਇਆ ਉਹ। ਅੱਛਾ, ਤੁਹਾਡੀ ਮਨਸ਼ਾ ਕੀ ਸੀ? ਤੁਸੀਂ ਆਪਣੀ ਰਿਪੇਅਰ ਕਰ ਰਹੇ ਸੀਗੇ। ਆਹ ਦੇਖੋ ਥੱਲੇ ਬਣੀ ਹੋਈ। ਇਹ ਦੇਖੋ, ਪਿੰਡ 'ਚ ਗੱਲ ਹੋਈ ਹੈ ਜੀ ਇਹ ਕਾਹਦੇ ਬਾਰੇ? ਵੀ ਮੈਮ ਨੇ ਕਿਹਾ ਹੈ ਪਿੰਡ ਵਾਲਿਆਂ ਨੂੰ ਕਿ ਤੁਸੀਂ ਹੈਲਪ ਕਰ ਦਿਓ ਕਿਉਂਕਿ ਗ੍ਰਾਂਟ ਆਈ ਸੀ ਉਹ ਖਤਮ ਹੋ ਗਈ ਔਰ ਮਿਸਤਰੀ ਨੇ ਇਸ ਤਰੀਕੇ ਦਾ ਕੰਮ ਕਰਤਾ ਕਿ ਪਤਾ ਨਹੀਂ ਲੱਗਿਆ, ਛੁੱਟੀਆਂ 'ਚ ਕੰਮ ਹੋ ਗਿਆ। ਜਿਹੜੇ ਮਾਨਯੋਗ ਨਾ ਮੈਂਬਰ ਸਾਹਿਬਾਨ, ਪੰਚਾਇਤ ਮੈਂਬਰ ਸਾਹਿਬਾਨ ਪਰਸੋਂ ਇੰਟਰਵਿਊ 'ਚ ਆਏ ਸੀਗੇ, ਉਹਨਾਂ ਨੇ ਖੁਦ ਕਿਹਾ ਸੀ ਵੀ ਅਸੀਂ 50-50 ਹਜ਼ਾਰ ਦੀ ਪਰਚੀ ਕਟਾ ਦਾਂਗੇ, ਅਸੀਂ ਫਾਈਨੈਂਸ਼ੀਅਲ ਹੈਲਪ ਕਰਾਂਗੇ ਇਹਦੀ ਸਕੂਲ ਦੀ। ਪਰ ਕਿਸੇ ਨੇ ਮਤਲਬ 5 ਰੁਪਏ ਵੀ ਨਹੀਂ ਦਿੱਤੇ। ਸਾਰਾ ਖਰਚਾ ਗਵਰਨਮੈਂਟ ਦਾ ਹੋ ਰਿਹਾ ਹੈ, ਗਵਰਨਮੈਂਟ ਦੇ ਚੈੱਕਾਂ ਦੇ ਥਰੂ ਪੇਮੈਂਟ ਹੋ ਰਹੀ ਹੈ। ਇਹ ਵੀ ਕਮਰਾ ਰਿਪੇਅਰ ਹੋ ਰਿਹਾ ਸੀਗਾ ਮੇਨ ਟਾਈਮ, ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ। ਆਂਗਣਵਾੜੀ ਵਰਕਰ ਨੇ ਆ ਕੇ ਲੋਕ ਲਾਤਿਆ, ਮੋਤਬਰ ਬੰਦੇ ਪਿੰਡ ਦੇ ਆਏ ਸੀਗੇ, ਉਹ ਕਹਿੰਦੇ ਲੋਕ ਲਾ ਦੇ, ਹੁਣ ਰਿਪੇਅਰ ਨਹੀਂ ਕਰਨਾ ਇਹਨੂੰ। ਚਲੋ ਮੈਂ ਇਹ ਵੀ ਦੱਸਦਾ, ਜਿੱਦਾਂ ਲੋਕ ਦੀ ਗੱਲ ਹੋ ਰਹੀ ਹੈ, ਉਹਨਾਂ ਨੇ ਐਲੀਗੇਸ਼ਨ ਲਗਾਇਆ ਵੀ ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਤੁਸੀਂ ਆਏ ਤੇ ਤੁਸੀਂ ਕਿਹਾ ਕਿ ਚਲੋ ਮੈਂ ਇਹਦੀ ਰਿਪੇਅਰ ਕਰਵਾ ਦਿੰਦੀ ਹਾਂ, ਮੈਂ ਆਪਣੇ ਪੈਸੇ ਤੋਂ ਕਰਾਵਾਂਗੀ, ਲੇਕਿਨ ਇੱਕ ਸ਼ਰਤ ਹੈ ਕਿ ਤੁਹਾਨੂੰ ਇਹ ਖਾਲੀ ਕਰਨਾ ਪੈਣਾ ਔਰ ਇਹ ਰੂਮ ਫਿਰ ਮੈਂ ਆਪਣੇ ਕੋਲ ਰੱਖਣਾ। ਦੇਖੋ ਜੀ, ਜਦੋਂ ਮਤਲਬ ਕਿ ਪੰਚਾਇਤ ਨੇ ਕਿਸੇ ਨੇ ਵੀ ਕੋਈ ਫਾਈਨੈਂਸ਼ੀਅਲ ਹੈਲਪ ਮੇਰੇ ਕਰਨ ਦੀ ਨਹੀਂ ਕੋਸ਼ਿਸ਼ ਕੀਤੀ। ਮੈਨੇ ਕਈ ਵਾਰ ਕਿਹਾ, ਇੱਕ ਬੰਦੇ ਨੂੰ ਨਹੀਂ ਕਿਹਾ, ਮੈਂ ਕਈ ਵਾਰ ਕਿਹਾ। ਉਹਨਾਂ ਦਾ ਜਵਾਬ ਇਹ ਸੀਗਾ ਵੀ ਜੇ ਅਸੀਂ ਹੈਲਪ ਕਰਾਂਗੇ ਅਸੀਂ ਇਲੈਕਸ਼ਨਾਂ ਤੋਂ ਬਾਅਦ ਹੈਲਪ ਕਰਾਂਗੇ, ਇਲੈਕਸ਼ਨਾਂ ਤੋਂ ਪਹਿਲਾਂ ਅਸੀਂ ਨਹੀਂ ਕਰਾਂਗੇ। ਸਾਨੂੰ ਲੋਕ ਇਹ ਗੱਲ ਕਹਿਣਗੇ ਕਿ ਤੁਸੀਂ ਇਸ ਕਰਕੇ ਇਲੈਕਸ਼ਨ ਜਿੱਤੇ ਹੋ। ਤਾਂ ਮੈਨੇ ਅੱਗੇ ਇਹ ਰਿਪਲਾਈ ਕੀਤਾ ਸੀ ਕਿ ਤੁਸੀਂ ਜੇ 5-10 ਹਜ਼ਾਰ ਦੀ ਹੈਲਪ ਕਰੋਗੇ ਉਹਦੇ ਤੇ ਵੀ ਇਲੈਕਸ਼ਨ ਦਾ ਮੁੱਦਾ ਬਣਦਾ ਹੈ ਕਿ ਤੁਸੀਂ ਕੋਈ ਲੱਖਾਂ ਦੀ ਅਮਾਉਂਟ ਤਾਂ ਨਹੀਂ ਦੇ ਰਹੇ, ਜਿਹਦੇ ਕਰਕੇ ਲੋਕ ਤੁਹਾਨੂੰ ਇਹ ਗੱਲ ਕਹਿਣਗੇ ਵੀ ਤੁਸੀਂ ਹੈਲਪ ਕਰ ਰਹੇ ਹੋ ਔਰ ਮਤਲਬ ਕਿ ਤਾਂ ਤੁਸੀਂ ਜਿੱਤੇ ਹੋ। 5-10 ਹਜ਼ਾਰ ਦੀ ਹੈਲਪ ਨਾਲ ਤੁਸੀਂ ਮਤਲਬ ਕਿ ਉਹਦੇ ਤੇ ਵੀ ਲੋਕ ਇਤਰਾਜ਼ ਕਰਨਗੇ, ਉਹਦੇ ਤੇ ਕਹਿਣਗੇ ਤੁਸੀਂ ਇਸ ਕਰਕੇ ਜਿੱਤੇ ਹੋ। ਮੈਂ ਤੁਹਾਨੂੰ 1 ਲੱਖ ਨਹੀਂ ਕਿਹਾ, 2 ਲੱਖ ਨਹੀਂ ਕਿਹਾ, ਸਿਰਫ 5-10 ਹਜ਼ਾਰ ਕਹਿ ਰਹੀ ਹਾਂ ਮੈਂ ਤੁਹਾਨੂੰ। ਮੈਂ ਇਸ ਤੋਂ ਮੈਂ ਖੁਦ ਵੀ ਪੇ ਕਰੂੰਗੀ, ਲੇਕਿਨ ਤੁਸੀਂ ਸਾਰੇ ਰਲ ਕੇ ਕਰੋ ਤਾਂ ਕਿ ਆਪਾਂ ਇਸ ਕਮਰੇ ਨੂੰ ਠੀਕ ਕਰ ਲਈਏ। ਲੇਕਿਨ ਉਹ ਮੈਂ ਉਹਨਾਂ ਨੂੰ ਅੱਜ ਤੋਂ ਮੇਰਾ ਖਿਆਲ ਹੈ ਵੀ 20-25 ਦਿਨ ਪਹਿਲਾਂ ਵੀ ਮੇਰੇ ਕੋਲ 25-30 ਬੰਦੇ ਆਏ ਸੀ। 25 ਮੈਂ ਵੀਡੀਓ 'ਚ ਇਹ ਵੀ ਗੱਲ ਸੁਣੀ ਹੈ ਕਿ ਮੈਡਮ ਨੇ ਗੱਲ ਕਰਨ ਤੋਂ ਮਨਾ ਕਰਤਾ। ਹਾਂਜੀ ਬਿਲਕੁਲ, ਮੈਂ ਪੁੱਛਣਾ ਸੀਗਾ ਤੁਹਾਨੂੰ। ਮੈਂ ਇਹ ਗੱਲ ਖੁਦ ਸੁਣੀ ਹੈ ਤਾਂ ਉਸਦਾ ਆਨਸਰ ਇਹ ਹੈ ਕਿ 25-30 ਬੰਦੇ ਆਏ ਸੀ। ਮੈਨੇ ਇਹ ਗੱਲ ਕਹੀ, ਜਿਹੜੇ ਉਹ ਪੁਰਾਣੇ ਸਰਪੰਚ ਸੀਗੇ ਉਹ ਤੇ ਜਿਹੜੇ ਲੇਡੀ ਐਕਸ ਸਰਪੰਚ ਸੀਗੇ, ਹਾਂਜੀ ਐਕਸ ਸਰਪੰਚ ਸੀ ਤੇ ਉਹਨਾਂ ਦੇ ਹਸਬੰਡ ਸੀ, ਸਿਰਫ ਇਹ 2 ਬੰਦੇ ਮੇਰੇ ਨਾਲ ਗੱਲ ਕਰਨਗੇ, ਮੈਂ ਹੋਰ ਕਿਸੇ ਨਾਲ ਨਹੀਂ ਕਰੂੰਗੀ। ਮੇਰਾ ਸਾਰਾ ਲੇਡੀ ਸਟਾਫ ਹੈ, ਮੈਂ ਖੁਦ ਇੱਕ ਲੇਡੀਜ਼ ਹਾਂ ਤੇ ਮੈਂ 25-30 ਬੰਦਿਆਂ ਦੀ ਜਵਾਬ ਦੇਣੀ ਆ। 2 ਬੰਦੇ ਮੇਰੇ ਨਾਲ ਗੱਲ ਕਰਨਗੇ, ਉਹ ਆਪਣੀ ਦੱਸਣਗੇ ਔਰ ਮੈਂ ਉਹਨਾਂ ਦਾ ਆਨਸਰ ਕਰੂੰਗੀ। ਮੈਂ ਆਪਣੀ ਗੱਲ ਸਮਝਾਉਂਗੀ, ਉਹ ਆਪਣੀ ਗੱਲ ਸਮਝਾਉਣਗੇ।
ਮੈਂ ਇਹ ਗੱਲ ਕਹੀ ਹੈ ਜਿਹਦਾ ਕਿ ਇਹਨਾਂ ਨੇ ਮੇਰੀ ਗੱਲ ਦਾ ਗਲਤ ਮਤਲਬ ਕੱਢ ਕੇ ਗਲਤ ਪ੍ਰਚਾਰ ਕੀਤਾ ਹੈ। ਮੇਰਾ ਮਤਲਬ ਇਹ ਸੀਗਾ ਵੀ 25-30 ਬੰਦਿਆਂ ਨਾਲ ਮੈਂ ਗੱਲ ਨਹੀਂ ਕਰਨੀ। ਇਹ ਕਿਉਂ ਆਏ ਨੇ ਮੇਰੇ ਸਕੂਲ 'ਚ? ਮੇਰੇ ਸਕੂਲ ਦਾ ਡਿਸਪਲਿਨ ਖਰਾਬ ਹੁੰਦਾ ਹੈ। ਮੇਰੀ ਜਿਹੜੀ ਪੋਸਟ ਹੈ, ਮੈਨੇ ਅਨੁਸ਼ਾਸਨ ਕਾਇਮ ਕਰਨਾ, ਉਹ ਮੇਰੀ ਡਿਊਟੀ ਹੈ। ਉਹ ਮੇਰੀ ਡਿਊਟੀ ਹੈ। ਲੇਕਿਨ ਉਹਨਾਂ ਨੇ ਉਸ ਗੱਲ ਦਾ ਗਲਤ ਮੀਨਿੰਗ ਕੱਢਿਆ। ਮੈਨੇ ਇਹ ਗੱਲ ਕਹੀ ਹੈ, ਇਹ ਮੈਂ ਗੱਲ ਕਹੀ ਹੈ ਵੀ ਮੈਂ 2 ਬੰਦਿਆਂ ਨਾਲ ਗੱਲ ਕਰੂੰਗੀ। ਠੀਕ ਹੈ। ਤੇ ਇੱਕ ਪੁਰਾਣੇ ਸਰਪੰਚ, ਨਵੇਂ ਸਰਪੰਚ ਦੇ ਸੋਰਾ ਸਾਹਿਬ ਆਏ ਸੀ, ਉਹਨਾਂ ਨੂੰ ਵੀ ਮੈਨੇ ਕਿਹਾ ਬੈਠੋ ਸਰ। ਇੱਕ ਉਸ ਤੋਂ ਵੀ ਪਹਿਲਾਂ ਜੋਗਿੰਦਰ ਸਰ ਆਏ ਸੀ, ਉਹਨਾਂ ਨੂੰ ਵੀ ਮੈਨੇ ਕਿਹਾ ਬੈਠੋ ਸਰ। ਉਹਨਾਂ ਨੂੰ ਵੀ ਮੈਨੇ ਬਿਠਾਇਆ। ਪਰ ਗੱਲ ਮੈਨੇ ਉਹਨਾਂ ਨਾਲ ਮਤਲਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਦੀ ਮੈਨੇ ਕੁਝ ਨਹੀਂ ਉਹਨਾਂ ਨੂੰ ਕਿਹਾ ਮੈਂ ਵੀ ਤੁਸੀਂ ਕਿਉਂ ਆਏ ਹੋ। ਬਾਕੀ ਲੋਕਾਂ ਨੂੰ ਮੈਂ ਜ਼ਰੂਰ ਕਿਹਾ। ਤੇ ਇਹਦੇ ਵਿੱਚ ਫਿਰ ਜਿੱਦਾਂ ਉਹ ਦੱਸ ਰਹੇ ਸੀਗੇ ਕਿ ਤੁਸੀਂ ਕਿਹਾ ਵੇ, ਫਿਰ ਤੁਸੀਂ ਇਹ ਡਿਸੀਜਨ ਲਿੱਤਾ ਕਿ ਇਹਦੀ ਰਿਪੇਅਰ ਫਿਰ ਤੁਸੀਂ ਆਪਣੇ ਪੈਸਿਆਂ ਤੋਂ ਕਰਾਓਗੇ ਤੇ ਤੁਸੀਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਖਾਲੀ ਕਰਨਾ ਪੈਣਾ ਹੁਣ ਇਹ? ਮੈਂ ਤੁਹਾਨੂੰ ਦੱਸਦੀ ਹਾਂ, ਜਿਹੜਾ ਮੇਰੇ ਕੋਲ ਜਦੋਂ ਇਹਨਾਂ ਨੂੰ ਅਸੀਂ ਆਂਗਨਵਾੜੀ ਦਿੱਤੀ ਸੀ, ਉਦੋਂ ਉਹ ਸਿਰਫ ਉਹਨਾਂ ਨੇ, ਉਦੋਂ ਮੈਂ ਐਟ ਪ੍ਰੈਜ਼ੈਂਟ ਸੀ। ਮੈਂ 2004 ਚ ਆਈ ਹਾਂ। 2005 ਚ ਇਹ ਆਏ, ਇਕੱਲੇ ਮੈਡਮ ਇਹ ਆਏ ਸੀ, ਬਲਜਿੰਦਰ ਮੈਡਮ ਇਹ ਆਏ ਸੀ। ਬਲਜਿੰਦਰ ਮੈਮ ਕੌਣ ਨੇ ਜੀ? ਇਹ ਆਂਗਨਵਾੜੀ ਵਰਕਰ ਨੇ। ਅੱਛਾ ਜੀ, ਜਿਹੜੇ ਆਂਗਨਵਾੜੀ ਦਾ ਸਾਰਾ ਸਾਂਭਦੇ ਨੇ, ਜਿਹੜੇ ਉਸ ਦਿਨ ਸੀਗੇ ਵੀ ਮੌਜੂਦ ਨਾ। ਤਾਂ ਉਹ ਜਿਹੜੇ ਆਏ ਸੀਗੇ, ਉਹਨਾਂ ਨੇ ਇਹ ਕਿਹਾ ਸੀ ਵੀ ਸਾਨੂੰ 2-3 ਮਹੀਨਿਆਂ ਲਈ ਦੇ ਦਿਓ, ਸਾਡੀ ਬਿਲਡਿੰਗ ਬਣ ਰਹੀ ਹੈ, ਜਿਵੇਂ ਹੀ ਕੰਪਲੀਟ ਹੁੰਦੀ ਹੈ ਅਸੀਂ ਚਲੇ ਜਾਵਾਂਗੇ। ਅਸੀਂ ਵਿਸ਼ਵਾਸ ਕਰਕੇ ਦੇਤੀ। ਲੇਕਿਨ ਸਾਡੇ ਕੋਲ 135 ਬੱਚੇ ਸੀ, ਸਾਡੇ ਕੋਲ ਕਮਰੇ ਹੈਗੇ ਸੀ। ਮੈਂ 18 ਸਾਲਾਂ 'ਚ ਉਹਨਾਂ ਨੂੰ ਕਦੇ ਵੀ ਨਹੀਂ ਕਿਹਾ ਕਿ ਤੁਸੀਂ ਜਾਓ। ਉਹਨਾਂ ਦੀ ਬਿਲਡਿੰਗ ਬਣ ਰਹੀ ਸੀਗੀ ਉਸ ਟਾਈਮ ਜੀ? ਅਸੀਂ ਨਹੀਂ ਪਤਾ ਕੀਤਾ। ਮਤਲਬ ਕਿ ਤੁਸੀਂ ਇਹ ਦੇਖੋ ਕਿ ਐਕਸਪੀਰੀਅੰਸ ਨਾਲ ਹੀ ਆਪਾਂ ਨੂੰ ਸਮਝ ਆਉਂਦੀ ਹੈ। 19 ਸਾਲ ਪਹਿਲਾਂ ਮੇਰੀ ਵੀ ਏਜ ਕਿੰਨੀ ਸੀ। ਮੈਂ ਵੀ ਸਾਨੂੰ ਨਹੀਂ ਪਤਾ ਸੀਗਾ ਕਿ ਅਸੀਂ ਇਹ ਕੋਈ ਕਾਰਵਾਈ ਕਰਨੀ ਹੈ, ਕੋਈ ਲਿਖਤੀ ਕਰਨਾ ਹੈ, ਜਾਂ ਇਹ ਬੈਠੇ ਰਹਿਣਗੇ। ਚਲੋ ਜੇ ਬੈਠੇ ਵੀ ਰਹੇ, ਸਾਨੂੰ ਕੀ ਇਤਰਾਜ਼ ਹੈ? ਵੀ ਜੇ ਕਮਰਾ ਸਾਡੇ ਕੋਲ ਖਾਲੀ ਪਿਆ ਹੈ, ਯੂਜ਼ ਸਾਰੇ ਆ, ਤਾਂ ਸਾਨੂੰ ਵੀ ਕੀ ਇਤਰਾਜ਼ ਹੈ? ਕਿਉਂਕਿ ਉਹ ਵੀ ਬੱਚੇ ਹੀ ਨੇ, ਮਾਸੂਮ ਨਾ, ਇੱਧਰ ਹੀ ਬੱਚੇ ਆਉਂਦੇ ਆ। ਗੱਲ ਕੀ ਹੈ, ਇਸ ਟਾਈਮ ਮੇਰੇ ਸਕੂਲ 'ਚ 325 ਬੱਚੇ ਆ। ਮੇਰੇ ਕੋਲ ਇਸ ਟਾਈਮ 4 ਕਮਰਿਆਂ ਦੀ ਘਾਟ ਹੈ। 4 ਕਮਰਿਆਂ ਦੀ ਘਾਟ ਹੈ। ਮੇਰੇ ਸਕੂਲ 'ਚ ਲਾਇਬ੍ਰੇਰੀ ਨਹੀਂ ਹੈ, ਮੇਰੇ ਸਕੂਲ 'ਚ ਕੰਪਿਊਟਰ ਲੈਬ ਨਹੀਂ ਹੈ, ਮੇਰੇ ਸਕੂਲ 'ਚ ਪ੍ਰੀ ਪ੍ਰਾਇਮਰੀ ਦਾ ਕਮਰਾ ਨਹੀਂ ਹੈ, ਮੇਰੇ ਸਕੂਲ 'ਚ ਮੇਰਾ ਆਫਿਸ ਨਹੀਂ ਹੈ, ਜਿਹੜਾ ਕਿ ਤੁਸੀਂ ਦੇਖ ਰਹੇ ਹੋ। ਠੀਕ ਹੈ ਜੀ? ਅੱਛਾ, ਤੁਹਾਡੇ ਕੋਲ ਆਪਣਾ ਆਫਿਸ ਨਹੀਂ ਹੈ? ਨਹੀਂ ਜੀ, ਉਹ ਮੇਰੇ ਕੋਲ ਆਫਿਸ ਵੀ ਨਹੀਂ ਹੈ। ਸਾਡੇ ਕੋਲ 4 ਕਮਰਿਆਂ ਦੀ ਇਸ ਟਾਈਮ ਘਾਟ ਹੈ। ਲੇਕਿਨ ਮੈਮ ਇੱਥੇ ਸੌਰੀ ਤੁਹਾਨੂੰ ਰੋਕਿਆ ਮੈਂ, ਲੇਕਿਨ ਉਹ ਜਿਹੜੇ ਮੈਂਬਰ ਆਏ ਸੀ, ਐਕਸ ਸਰਪੰਚ ਆਏ ਸੀ, ਉਹਨਾਂ ਨੇ ਇਹ ਕਿਹਾ ਕਿ 2015 ਦੇ ਵਿੱਚ ਅਸੀਂ ਪ੍ਰਿੰਸੀਪਲ ਮੈਡਮ ਦਾ, ਜਿੱਥੇ ਉਹ ਹੁਣ ਬਹਿੰਦੇ ਆ, ਉਹ ਕਮਰਾ ਤੇ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਪੱਖੇ ਪੁੱਖੇ ਵੀ ਅਸੀਂ ਲਵਾ ਕੇ ਦਿੱਤੇ ਆ। ਹਾਂਜੀ, ਜਿਹੜੇ ਉਹ ਵਾਲੇ ਕਮਰੇ ਆ ਸਾਹਮਣੇ ਜਿੱਥੇ ਮੈਂ ਬੈਠਦੀ ਆ, ਉਹ ਉਹਨਾਂ ਨੇ 2015 ਚ ਬਣਵਾ ਕੇ ਦਿੱਤੇ ਆ। ਉਹਨਾਂ ਦੇ ਕੋਈ ਰਿਲੇਟਿਵ ਹੈ ਬਾਹਰ ਤੋਂ, ਉਹਨਾਂ ਨੇ ਮਤਲਬ ਕਿ ਬਣਵਾ ਕੇ ਦਿੱਤੇ ਆ। ਉਹ ਕਮਰਾ, ਬਰਾਂਡਾ, ਪੱਖੇ ਵੀ ਲਗਵਾਏ ਆ। ਇਹ ਗੱਲ ਸਹੀ ਹੈ। ਤੇ ਉਹ ਫਿਰ ਕਮਰਾ ਤੁਸੀਂ ਯੂਜ਼ ਨਹੀਂ ਕਰ ਰਹੇ ਹੋ? ਉਹ ਬੱਚਿਆਂ ਲਈ ਯੂਜ਼ ਹੋ ਰਿਹਾ ਜੀ। ਤੁਸੀਂ ਬਰਾਂਡੇ 'ਚ ਬੈਠਦੇ ਹੋ? ਹਾਂਜੀ, ਮੈਂ ਬਰਾਂਡੇ 'ਚ ਬੈਠਦੀ ਹਾਂ। ਇਹ ਸਾਡੇ ਡਿਪਾਰਟਮੈਂਟ ਨੂੰ ਵੀ ਪਤਾ ਹੈ, ਇਹ ਸਾਡੇ BPO ਮੈਡਮ ਨੂੰ ਵੀ ਪਤਾ ਹੈ, ਇਹ ਸਾਡੇ DO ਸਰ ਨੂੰ ਵੀ ਪਤਾ ਹੈ। ਉਹ ਵੀ ਆ ਕੇ ਗਏ ਸੀ, ਉਹਨਾਂ ਨੇ ਵੀ ਦੇਖਿਆ। ਤੇ ਇਹਦਾ ਮੈਮ ਤੁਸੀਂ ਹੱਲ ਕੀ ਦੇਖਦੇ ਹੋ? ਚਲੀ ਗਈ ਹੈ ਮੈਮ ਤੁਸੀਂ ਵੈਸੇ ਜਿੱਦਾਂ ਹੁਣ ਇਹ ਮੈਂ ਵੈਸੇ ਪਤਾ ਕੀਤਾ ਸੀਗਾ, ਆਂਗਨਵਾੜੀ ਜਿਹੜੀ ਆਉਂਦੀ ਆ ਉਹ ਵੂਮਨ ਚਾਈਲਡ ਡਿਵੈਲਪਮੈਂਟ ਮਿਨਿਸਟਰੀ ਦੇ ਅੰਡਰ ਆਉਂਦੀ ਹੈ, ਹੈ ਨਾ ਜੀ? ਜਿਹੜਾ ਤੁਹਾਡਾ ਹੈਗਾ ਉਹ ਐਜੂਕੇਸ਼ਨ ਮਿਨਿਸਟਰੀ ਦੇ ਅੰਡਰ ਆਉਂਦਾ। ਤੇ ਕੀ ਤੁਹਾਡੀ ਤਰਫ ਤੋਂ ਵੀ ਕੋਈ ਲੈਟਰ ਵਗੈਰਾ ਕਿਸੇ ਮੋਤਬਰ ਨੂੰ ਜਾਂ ਕਿਸੇ ਰਿਸਪੌਂਸਿਬਲ ਪਰਸਨ ਨੂੰ ਗਿਆ ਹੈਗਾ ਇਸ ਡਿਪਾਰਟਮੈਂਟ ਦਾ ਜਾਂ ਉਸ ਡਿਪਾਰਟਮੈਂਟ ਨੂੰ ਕਿ ਇਸ ਤਰੀਕੇ ਨਾਲ ਜਿਹੜਾ ਹੈਗਾ ਇੱਕ ਸਕੂਲ ਦੇ ਵਿੱਚ 2 ਚੀਜ਼ਾਂ ਚੱਲ ਰਹੀਆਂ ਨੇ? ਕਿਉਂਕਿ ਗਵਰਨਮੈਂਟ ਕੋਲ ਤਾਂ ਫੰਡਸ ਹੁੰਦੇ ਹੀ ਨੇ, ਔਰ ਐਡਾ ਵੱਡਾ ਪਿੰਡ ਹੈਗਾ ਇਹ, ਕਿਤੇ ਵੀ ਜਗ੍ਹਾ ਲੈ ਕੇ ਇੱਕ ਜੇ ਆਂਗਨਵਾੜੀ ਦਾ ਹੈਗਾ ਉਹਦਾ ਵੀ ਪ੍ਰਬੰਧ ਹੋ ਸਕਦਾ, ਔਰ ਜੇ ਤੁਹਾਡੇ ਕੋਲ ਰੂਮਸ ਦੀ ਘਾਟ ਹੈਗੀ ਹੈ, ਲਾਇਬ੍ਰੇਰੀ ਦੀ ਘਾਟ ਹੈ, ਤਾਂ ਤੁਹਾਡੇ ਲਈ ਵੀ ਪ੍ਰਬੰਧ ਹੋ ਸਕਦਾ ਹੈਗਾ। ਜਿਹੜੀ ਤੁਸੀਂ ਗ੍ਰਾਂਟ ਦੀ ਗੱਲ ਕਹਿ ਰਹੇ ਹੋ, ਕੀ ਉਹਦੇ ਵਿੱਚ ਤੁਸੀਂ ਇਹ ਜ਼ਿਕਰ ਨਹੀਂ ਕੀਤਾ ਸੀਗਾ? ਨਹੀਂ ਜੀ, ਅਸੀਂ ਗ੍ਰਾਂਟ ਦਾ ਜ਼ਿਕਰ ਕੀਤਾ ਹੋਇਆ ਹੈ। ਗ੍ਰਾਂਟ ਆਏਗੀ ਵੀ, ਟਾਈਮ ਲੱਗੇਗਾ, ਪਰ ਇਹ ਵਾਲੀ ਗਵਰਨਮੈਂਟ ਬਹੁਤ ਫਾਸਟ ਕੰਮ ਕਰ ਰਹੀ ਹੈ ਤੇ ਸਾਨੂੰ ਗ੍ਰਾਂਟਸ ਆਣਗੀਆਂ। ਮੈਨੇ ਪ੍ਰਪੋਜ਼ਲ ਭੇਜੀ ਹੋਈ ਹੈ, ਜਿਵੇਂ ਹੀ ਆਣਗੀਆਂ ਅਸੀਂ ਫਿਰ ਉਹ ਕਮਰੇ, ਇੱਕ ਮੈਂ ਆਪਣਾ ਆਫਿਸ ਬਣਵਾਉਂਗੀ, 2 ਬੱਚਿਆਂ ਲਈ ਕਮਰੇ ਬਣਾਉਂਗੀ, ਜਿਹੜੇ ਕਿ ਸਾਨੂੰ ਤੁਹਾਨੂੰ ਦੱਸਿਆ ਹੀ ਆ ਵੀ ਸਾਨੂੰ 4 ਕਮਰਿਆਂ ਦੀ ਤਾਂ ਇਸ ਟਾਈਮ ਵੀ ਘਾਟ ਹੈ। ਉਸੇ ਕਰਕੇ ਮੈਂ ਕਿਹਾ ਸੀ, ਕਿਉਂਕਿ ਉਦੋਂ 135 ਬੱਚੇ ਸੀ, ਹੁਣ 325 ਬੱਚੇ ਹੈ। ਜਦੋਂ ਮੈਨੇ ਕਿਹਾ ਸੀਗਾ ਵੀ ਜੇ ਮੈਨੂੰ ਨਹੀਂ ਹੈਲਪ ਮਿਲ ਰਹੀ ਤਾਂ ਜੇ ਮੈਂ ਆਪਣੇ ਕੋਲੋਂ ਪੈਸੇ ਲਗਾਉਂਗੀ ਤਾਂ ਫਿਰ ਮੈਂ ਹੀ, ਮੇਰੇ ਸਕੂਲ ਦੇ ਬੱਚਿਆਂ ਨੂੰ ਕਮਰੇ ਦੀ ਜ਼ਰੂਰਤ ਹੈ, ਕਿਉਂਕਿ ਪ੍ਰੀ ਪ੍ਰਾਇਮਰੀ ਦੇ ਬੱਚੇ ਮੇਰੇ ਰੂਮ ਨਹੀਂ ਹੈ ਉਹਨਾਂ ਲਈ, ਤਾਂ ਫਿਰ ਅਸੀਂ ਯੂਜ਼ ਕਰਾਂਗੇ। ਹਾਂ, ਜੇ ਪੰਚਾਇਤ ਕਰਦੀ ਹੈ ਨਾਲ ਮੈਨੂੰ ਹੈਲਪ ਕਰਦੀ ਹੈ ਤਾਂ ਫਿਰ ਉਦੋਂ ਤੁਸੀਂ ਯੂਜ਼ ਕਰ ਲਿਓ, ਤਾਂ ਕੋਈ ਦਿੱਕਤ ਨਹੀਂ ਹੈ। ਕਿਉਂਕਿ ਪਰ ਜੇ ਰਲ ਕੇ ਕਰਾਂਗੇ ਫਿਰ ਚਲੋ, ਹੁਣ ਜੇ ਸਾਨੂੰ ਜਿੱਥੇ ਹੋਰ ਕਮਰਿਆਂ ਦੀ ਘਾਟ ਹੈ, ਉਹ ਜਿੱਥੇ ਤੁਸੀਂ ਬੈਠ ਰਹੇ ਹੋ ਫਿਰ ਬੈਠ ਜਿਓ।
ਮੈਮ ਤੁਹਾਨੂੰ ਇਦਾਂ ਨਹੀਂ ਲੱਗਿਆ ਹੈਗਾ ਵੀ ਉਹ ਵੀ ਚਲੋ ਬੱਚੇ ਹੀ ਨੇ ਹਨਾ ਤੇ ਸਰ ਤਾਂ ਹੀ ਤਾਂ ਮੈਂ 18 ਸਾਲ ਤੋਂ ਕੁਝ ਨਹੀਂ ਕਿਹਾ। ਹੁਣ ਜਦੋਂ ਪੰਚਾਇਤ ਪੈਸੇ ਦੇ ਨਹੀਂ ਰਹੀ, ਮੈਂ ਹੈਲਪਲੈਸ ਹਾਂ। ਇਹ ਮੇਰੇ ਕੋਲ ਆਉਂਦੇ ਰਹਿੰਦੇ ਆ, ਇਹ ਮੈਡਮ ਜਿਹੜੇ ਹੈਗੇ ਆ, ਇਹਨਾਂ ਦੇ ਹਸਬੈਂਡ ਵੀ ਔਰ ਇਹ ਮੈਡਮ ਵੀ, ਇਹ ਸੁਪਰਵਾਈਜ਼ਰ ਨੂੰ ਵੀ ਲੈ ਕੇ ਆਏ ਆ ਕਈ ਵਾਰੀ। ਜਿਹੜੇ ਆਂਗਨਵਾੜੀ ਦੇ ਟੀਚਰ ਵਰਕਰ ਉਹਨਾਂ ਦੀ ਗੱਲ ਕਰ ਰਹੇ ਉਹਨਾਂ ਦੀ ਗੱਲ ਕਰ ਰਹੀ ਹਾਂ ਮੈਂ। ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ, ਮੈਂ ਕਿਹਾ ਮੈਡਮ ਦੇਖੋ ਜੁਲਾਈ 'ਚ ਮੇਰੇ ਸਾਰਾ ਸਟਾਫ, ਮੇਰੇ ਸਾਰੇ ਬੱਚੇ, ਅਸੀਂ ਉਹਨਾਂ ਕਮਰਿਆਂ 'ਚ ਬੈਠ ਰਹੇ ਸੀ ਕਿਉਂਕਿ ਇਹ ਅਪਲਿਫਟ ਤਾਂ ਹੋ ਗਏ ਸੀ, ਬਟ ਇਹਨਾਂ 'ਚ ਫਰਸ਼ ਪਵਾਉਣਾ ਰਹਿੰਦਾ ਸੀ ਹਲੇ। ਠੀਕ ਹੈ ਜੀ, ਫਰਸ਼ ਪਵਾਉਣਾ ਸੀ, ਭਰਤ ਪਵਾਉਣੀ ਸੀ, ਉਹ ਸਾਰਾ ਕੰਮ ਰਹਿੰਦਾ ਸੀਗਾ। ਅਸੀਂ ਸਾਰਿਆਂ ਨੇ ਉਹ ਸਫਰ ਕੀਤਾ ਹੈ, ਸਾਰਿਆਂ ਨੇ ਇਹ ਪ੍ਰੋਬਲਮ ਫੇਸ ਕੀਤੀ ਹੈ। ਤਾਂ ਲੇਕਿਨ ਜਦੋਂ ਇਹ ਠੀਕ ਹੋ ਗਏ ਉਦੋਂ ਇਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ। ਜਦੋਂ ਇਹਨਾਂ ਨੇ ਵੀ ਇਹਨਾਂ ਦੀਆਂ ਕਲਾਸਾਂ ਤਾਂ ਸ਼ਿਫਟ ਹੋ ਗਈਆਂ, ਤੁਸੀਂ ਦੇਖ ਰਹੇ ਹੋ ਹਲੇ ਬਰਾਂਡੇ ਦਾ ਕੰਮ ਤਾਂ ਪਿਆ ਹਲੇ ਐਜ਼ ਇਟ ਇਜ਼ ਹੈ। ਤੇ ਜਦੋਂ ਇਹ ਮੇਰੇ ਕੋਲ ਆਏ ਆਂਗਨਵਾੜੀ ਵਰਕਰ, ਤਾਂ ਮੈਂ ਇਹਨਾਂ ਨੂੰ ਕਿਹਾ ਵੀ, ਮੈਂ ਕਿਹਾ ਮੈਮ ਤੁਸੀਂ ਕਿਤੇ ਹੋਰ ਅਰੇਂਜ ਕਰ ਲਓ ਆਪਣਾ, ਕਿਉਂਕਿ ਸਾਨੂੰ ਕਮਰਿਆਂ ਦੀ ਘਾਟ ਹੈ ਤੇ ਸਾਡੇ ਕੋਲ ਹੁਣ ਇਸ ਟਾਈਮ ਪੈਸੇ ਵੀ ਨਹੀਂ ਹੈ। ਜਾਂ ਫਿਰ ਤੁਸੀਂ ਵੀ ਪੈਸੇ ਪਾ ਲਓ, ਤੁਸੀਂ ਵੀ ਤਾਂ ਬੈਠਣਾ। ਜੇ ਮੈਂ ਤੁਹਾਨੂੰ ਕਹਿ ਰਹੀ ਹਾਂ ਵੀ ਮੈਂ ਪਾ ਦਾਂਗੀ ਤਾਂ ਤੁਸੀਂ ਵੀ ਪਾ ਦਿਓ, ਤੁਸੀਂ ਵੀ ਤਾਂ ਬੈਠਣਾ। ਤਾਂ ਉਹ ਕਹਿੰਦੇ ਅਸੀਂ ਕਿੱਥੋਂ ਪਾਈਏ, ਅਸੀਂ ਨਹੀਂ ਪਾ ਸਕਦੇ। ਉਹਨਾਂ ਨੇ ਵੀ ਮਨਾ ਕਰਤਾ। ਮੈਨੇ ਇਹ ਕਿਹਾ, ਮੈਂ ਕਿਹਾ ਤੁਹਾਡੇ ਹਸਬੈਂਡ ਦਾ ਸੀਮੈਂਟ, ਰੇਤਾ, ਬਜਰੀ ਦਾ ਕੰਮ ਹੈ, ਤਾਂ ਤੁਸੀਂ ਉਹ ਅਰੇਂਜ ਕਰ ਦਿਓ। ਠੀਕ ਹੈ। ਮੈਂ ਬਾਕੀ ਆ ਇੱਟਾਂ ਮੇਰੇ ਸਕੂਲ ਦੀਆਂ ਨੇ, ਉਹ ਅਸੀਂ ਕਰਾਂਗੇ। ਬਾਕੀ ਜੋ ਵੀ ਹੈ ਉਹ ਉਸ ਗੱਲ ਨੂੰ ਵੀ ਉਹਨਾਂ ਨੇ ਡਿਨਾਈ ਕਰਤਾ ਵੀ ਅਸੀਂ ਨਹੀਂ ਕੁਛ ਕਰ ਸਕਦੇ। ਲੇਕਿਨ ਉਹ ਤਾਂ ਇੱਥੇ ਕੱਲ ਇੰਟਰਵਿਊ 'ਚ ਵੀ ਕਹਿੰਦੇ ਸੀਗੇ, ਕਹਿੰਦੇ ਮੈਂ ਆਪਣੇ ਪੱਲੋਂ ਵੀ ਦੇਣ ਨੂੰ ਤਿਆਰ ਹੈਗਾ ਵੀ 10-15 ਹਜ਼ਾਰ ਮੇਰੇ ਤੋਂ ਲੈ ਲਓ। ਉਹ ਤਾਂ ਸਰ ਜਦ ਮੈਂ ਹੈ ਨਹੀਂ ਤਾਂ ਮੈਂ ਤਾਂ ਹੁਣ ਮੇਰੇ ਸਾਹਮਣੇ ਗੱਲ ਹੁੰਦੀ ਤਾਂ ਗੱਲ ਮੈਂ ਉਦੋਂ ਹੀ ਉਹਨਾਂ ਦੀ ਗੱਲ ਪਕੜਦੀ ਔਰ ਅਸੀਂ ਪੁੱਛਦੇ। ਠੀਕ ਹੈ ਨਾ ਜੀ, ਜਦੋਂ ਮੈਂ ਹੈ ਨਹੀਂ ਹੁਣ ਪਿੱਠੇ ਪਿੱਛੇ ਤਾਂ ਕੋਈ ਕੁਛ ਮਰਜ਼ੀ ਬੋਲੀ ਜਾਵੇ। ਤੁਸੀਂ ਉਹਨਾਂ ਨੂੰ ਉਰੇ ਬੁਲਾ ਵੀ ਸਕਦੇ ਹੋ, ਮੈਂ ਹੁਣ ਤੁਹਾਡੇ ਸਾਹਮਣੇ ਗੱਲ ਕੱਟ ਕੇ ਦਿਖਾ ਵੀ ਸਕਦੀ। ਠੀਕ ਹੈ, ਚਲੋ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ। ਉਹ ਅੱਗੇ ਚੱਲਦੇ ਹਾਂ। ਸੋ ਇਹ ਜਿਹੜੇ ਕਮਰੇ ਨੇ ਇਹਨਾਂ ਦੀ ਫਿਰ ਹਲੇ ਮੈਮ ਚੱਲ ਹੀ ਰਹੀ ਹੈ ਜਿੱਦਾਂ ਰੇਤਾ ਵਗੈਰਾ ਪਿਆ? ਹਾਂਜੀ, ਇਹ ਹੁਣ ਇਹ ਫਰਸ਼ ਪਏਗਾ। ਠੀਕ ਹੈ ਮੈਮ, ਤੁਸੀਂ ਵੈਸੇ ਉਹਨੂੰ ਠੇਕੇਦਾਰ ਨੂੰ ਕਿਹਾ ਨਹੀਂ ਹੈਗਾ ਵੀ ਜੇ ਗਲਤੀ ਸੀਗੀ, ਟੈਕਨੀਕਲ ਗਲਤੀ, ਤਾਂ ਹੁਣ ਤੁਸੀਂ ਤਾਂ ਇਸ ਲਾਈਨ ਦੇ ਹੋ ਨਹੀਂ ਜਿਹੜਾ ਤੁਹਾਨੂੰ ਪਤਾ ਹੋਵੇ, ਐਡਾ ਵੱਡਾ ਉਹਨਾਂ ਨੇ ਕੰਮ ਕਰਤਾ ਤੇ ਬੱਚਿਆਂ ਦੀ ਜਾਨ ਦੇ ਉੱਤੇ ਵੀ ਖਤਰਾ, ਕਿਸੇ ਵੀ ਵਕਤ ਇਹ ਗਿਰ ਵੀ ਸਕਦੀ ਹੈ ਹਨਾ। ਜੇ ਕੋਈ ਖੁਦਾ ਨਾ ਖਾਸਤਾ ਕੋਈ ਨੁਕਸਾਨ ਹੋ ਜਾਂਦਾ ਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਉਂਗਲੀ ਆ ਉਹ ਪ੍ਰਬੰਧਕਾਂ ਤੇ ਉੱਠਦੀ ਹੈ ਹਨਾ। ਤੇ ਤੁਸੀਂ ਉਹਨੂੰ ਕਿਹਾ ਨਹੀਂ ਮਿਸਤਰੀ ਨੂੰ ਜਾਂ ਜੋ ਵੀ ਠੇਕੇਦਾਰ ਸੀਗਾ ਵੀ ਤੂੰ ਇਹ ਜਿਹੜਾ ਬਲੇਮ ਹੈ ਸਾਰਾ ਤੁਹਾਡੇ ਉੱਤੇ ਆ ਜਾਣਾ ਵੀ ਤੂੰ ਕੰਮ ਕੀ ਕਰਤਾ? ਉਹ ਸਰ ਤੁਸੀਂ ਰਿਪਲਾਈ ਸਰ ਇਹਦਾ ਜਵਾਬ ਮੈਂ ਦਿੰਦਾ ਤੁਹਾਨੂੰ। ਇਹ ਲਿਫਟ ਉਧਰੋਂ ਵੀ ਹੋਇਆ, ਇਧਰੋਂ ਵੀ ਹੋਇਆ। ਜਿਹੜੇ 3 ਕਮਰੇ ਹੋਏ ਨੇ ਲਿਫਟ, ਇਹ ਉਧਰੋਂ ਵੀ ਹੋਏ ਨੇ, ਇੱਧਰ ਵੀ ਹੋਏ ਨੇ। ਉਹ ਜਾ ਕੇ ਦੇਖੋ ਕਿੰਨੇ ਸੋਹਣੇ ਰਿਪੇਅਰ ਹੋ ਗਏ ਨੇ। ਇਹ ਪੱਖਪਾਤ ਵਾਲੀ ਗੱਲ ਨਹੀਂ ਗਈ। ਉਧਰ ਰਿਪੇਅਰ ਹੋ ਗਏ ਨੇ, ਇੱਧਰ ਰਿਪੇਅਰ ਕਰ ਰਹੇ ਸੀਗੇ, ਇੱਧਰ ਆ ਕੇ ਜੰਦਾ ਲਾਇਆ ਉਹਨਾਂ ਨੇ ਆਂਗਨਵਾੜੀ ਵਰਕਰਾਂ ਨੇ। ਚਲੋ ਆਪਾਂ ਇੱਕ ਵਾਰੀ ਦਿਖਾ ਵੀ ਦਈਏ ਤਾਂ ਤੁਹਾਨੂੰ ਇੱਕ ਵਾਰੀ ਅਸੀਂ ਕੈਮਰੇ ਦੀ ਨਜ਼ਰ ਤੋਂ ਇੱਥੇ ਵਿਖਾਉਂਦੇ ਹਾਂ। ਥੋੜਾ ਜਿਹਾ ਇੱਥੇ ਆ ਕੇ ਵਿਖਾਓ। ਅਸਲ ਦੇ ਵਿੱਚ ਇਹ ਬਿਲਡਿੰਗ ਜਿਹੜੀ ਹੈਗੀ ਆ, ਥੋੜੇ ਪਿੱਛੇ ਹੋ ਜਾਓ ਤਾਂ ਕਿ ਪੂਰੀ ਬਿਲਡਿੰਗ ਆ ਜਾਏ। ਇਹ ਬਿਲਡਿੰਗ ਉਹ ਪਰੇ ਤੋਂ ਲੈ ਕੇ ਇੱਧਰ ਤੱਕ ਬਣੀ ਹੋਈ ਹੈ। ਜਿਹੜੀ ਅਪਲਿਫਟਮੈਂਟ ਹੋਈ ਹੈ ਉਹ ਵਿੱਚ ਵਾਲੇ ਪੋਰਸ਼ਨ ਦੀ ਹੋਈ ਹੈ, ਯਾਨੀ ਕਿ ਇੱਧਰੋਂ ਵੀ ਇੱਕ ਕਮਰਾ ਛੱਡ ਦਿੱਤਾ ਗਿਆ ਜਿਹੜਾ ਦੱਸ ਰਹੇ ਆ ਵੀ ਉੱਥੇ ਪਾਣੀ ਨਹੀਂ ਜਾਂਦਾ ਸੀਗਾ, ਤੇ ਇਸ ਕੋਰਨਰ ਦੇ ਉੱਤੇ ਵੀ ਇੱਕ ਕਮਰਾ ਛੱਡ ਦਿੱਤਾ ਗਿਆ। ਵਿੱਚ ਜਿਹੜਾ ਪੂਰਾ ਸਕੂਲ ਹੈ ਉਹ ਉੱਚਾ ਚੁੱਕ ਦਿੱਤਾ ਗਿਆ ਹੈਗਾ। ਤਾਂ ਇਹ ਜਿਹੜਾ ਕਮਰਾ ਇਹਨੂੰ ਵੀ ਛੱਡਦਾ। ਤੁਸੀਂ ਆਇਓ ਮਾੜਾ ਜਿਹਾ ਦਿਖਾਇਓ, ਆਪਾਂ ਦਿਖਾਵੇ ਦਿੰਦੇ ਹਾਂ ਨਾਲ ਦੀ ਨਾਲ। ਹਾਲਾਂਕਿ ਰੇਤਾ ਪਿਆ ਹੋਇਆ, ਸੋ ਇਹ ਕਮਰਾ ਨਹੀਂ ਚੁੱਕਿਆ ਸੀਗਾ। ਅੱਛਾ ਜੀ, ਆਹ ਦੇਖੋ ਜੀ ਕਿੰਨਾ ਸੋਹਣਾ ਰਿਪੇਅਰ ਹੋਇਆ ਹੈ। ਇੱਧਰ ਹੋ ਕੇ ਦੇਖੋ, ਬਿਲਕੁਲ ਇੱਕ ਪਾਣੀ ਦੀ ਬੂੰਦ ਨਹੀਂ ਆਉਂਦੀ ਥੱਲੇ। ਸਾਰਾ ਟੋਟਲੀ ਫਸਟ ਕਲਾਸ ਰਿਪੇਅਰ ਹੋਇਆ। ਇੱਧਰੋਂ ਵੀ ਉੱਧਰੋਂ ਵੀ ਦੇਖੋ ਭਾਈ, ਉਹ ਇਸ ਤਰ੍ਹਾਂ ਹੀ ਉੱਧਰ ਕਰ ਰਹੇ ਸੀਗੇ ਸੇਮ ਟਾਈਮ। ਅੱਛਾ, ਇੱਕ ਵਾਰੀ ਆਪਾਂ ਅੰਦਰ ਜਾ ਕੇ ਦਿਖਾ ਦਿੰਦੇ ਹਾਂ। ਸੋ ਅਸਲ ਦੇ ਵਿੱਚ ਹੋਇਆ ਕੀ ਸੀਗਾ ਜੀ, ਤੁਸੀਂ ਇੱਥੋਂ ਵੇਖ ਸਕਦੇ ਹੋ। ਜਿਹੜਾ ਲੈਂਟਰ ਹੈ ਤਕਰੀਬਨ ਇਹ 2-2.5 ਫੁੱਟ ਉੱਪਰ ਚੱਕ ਦਿੱਤਾ ਗਿਆ ਹੈ, ਤੇ ਇੱਧਰ ਜਿਹੜਾ ਇਹ ਪੋਰਸ਼ਨ ਹੈ ਪਹਿਲਾਂ ਇਹ ਸਾਰਾ ਸੇਮ ਹੀ ਸੀਗਾ, ਲੇਕਿਨ ਪਾਣੀ ਦੇ ਕਰਕੇ ਉੱਪਰ ਚੁੱਕ ਦਿੱਤਾ ਜੈਕ ਲਗਾ ਕੇ। ਤਾਂ ਅੰਦਰ ਤੋਂ ਵੇਖ ਲੈਂਦੇ ਆ ਕਿਉਂਕਿ ਤਕਰੀਬਨ ਇਹ ਸੇਮ ਚੀਜ਼ ਹੈ। ਕਿੱਧਰ ਜੀ? ਇੱਧਰੋਂ ਪਤਾ ਲੱਗੂਗਾ। ਅੱਛਾ, ਇੱਥੇ ਪਾਣੀ ਦੀ ਕੋਈ ਪ੍ਰੋਬਲਮ ਨਹੀਂ। ਠੀਕ ਹੈ, ਪਰ ਇਹ ਅੱਛਾ ਪੋਰਸ਼ਨ ਉੱਥੋਂ ਹੀ ਠੀਕ ਹੈ, ਜੁਆਇੰਟ ਉੱਥੋਂ ਕੀਤਾ ਹੈ। ਜੁਆਇੰਟ ਉੱਥੋਂ ਕੀਤਾ ਠੀਕ ਹੈ, ਇਸ ਤਰ੍ਹਾਂ ਹੀ ਉੱਧਰ ਕਰ ਰਹੇ ਸੀਗੇ ਜੀ। ਲੇਕਿਨ ਉੱਥੇ ਤਾਂ ਇਹ ਪਤਾ ਲੱਗਦਾ ਵੀ ਅੰਦਰਲੇ ਪਾਸੇ ਜਦੋਂ ਅਸੀਂ ਕਮਰੇ ਦੇ ਅੰਦਰ ਵੜਦੇ ਹਾਂ ਉੱਥੇ ਜਿਹੜਾ ਪੋਰਸ਼ਨ ਹੈ ਇੱਥੋਂ ਟੁੱਟਿਆ ਹੋਇਆ ਇਹ ਹੈ ਨਹੀਂ।
ਲੈਂਟਰ ਤੋੜਿਆ ਨਾ ਉਦੋਂ ਜਦੋਂ ਲਿਫਟ ਕਰਨਾ ਇਧਰੋਂ ਵੀ ਲੈਂਟਰ ਤੋੜਿਆ ਸੀਗਾ ਉਧਰ ਵੀ ਲੈਂਟਰ ਤੋੜਿਆ ਸੀਗਾ ਇਧਰ ਅੰਦਰਲੇ ਪਾਸੇ ਟੁੱਟਿਆ ਸੀ ਉਧਰ ਬਾਹਰਲੇ ਪਾਸੇ ਟੁੱਟਣਾ ਸੀਗਾ ਕਿਉਂਕਿ ਉਹ ਲਾਸਟ ਕਮਰਾ ਸੀਗਾ ਅੱਛਾ ਹਾਂ ਇਹ ਵੀ ਸਾਰੀ ਰਿਪੇਅਰ ਉੱਪਰ ਮਤਲਬ ਟੋਟਲੀ ਮਤਲਬ ਹੁਣੇ ਕਰੀ ਆ ਉਹ ਤੋਂ ਬਾਅਦ ਹੀ ਰਿਪੇਅਰ ਕਰੀ ਆ ਇਸ ਤਰ੍ਹਾਂ ਹੀ ਸੇਮ ਚੀਜ਼ ਉਧਰ ਹੋਣੀ ਸੀ ਜਿਹੜੀ ਕਿ ਰੋਕੀ ਗਈ ਆ ਈਵਨ ਕਿ ਇਹ ਮੈਡਮ ਹੈਡਮਿਸਟਰ ਮੈਡਮ ਹੁਣ ਵੀ ਰਿਪੇਅਰ ਕਰਨ ਨੂੰ ਤਿਆਰ ਨੇ ਪਤਾ ਨਹੀਂ ਮਤਲਬ ਲੋਕਾਂ ਦੀ ਸਮਝ ਨਹੀਂ ਆਉਂਦੀ ਵੀ ਚਲੋ ਆਪਾਂ ਅਗਲੇ ਪਾਸੇ ਹੁਣ ਚੱਲਦੇ ਹਾਂ ਜਿਹੜੇ ਕੁਝ ਇੱਕ ਹੋਰ ਉਹਨਾਂ ਨੇ ਸਵਾਲ ਕੀਤੇ ਸੀਗੇ ਸੋ ਅਸੀਂ ਜਿਹੜਾ ਇਹ ਫਲੋਰ ਵੇਖ ਰਹੇ ਹਾਂ ਇਹ ਫਰਸ਼ ਵੇਖ ਰਹੇ ਹਾਂ ਇੱਥੇ ਵੀ ਕਹਿੰਦੇ ਕਿ ਕਮਰੇ ਹੋਇਆ ਕਰਦੇ ਸੀ ਤੇ ਜਿਹੜੇ ਪੰਚਾਇਤ ਮੈਂਬਰ ਸੀਗੇ ਉਹਨਾਂ ਨੇ ਦੋਸ਼ ਲਗਾਏ ਸੀਗੇ ਇਹ ਐਲੀਗੇਸ਼ਨ ਲਗਾਏ ਸੀਗੇ ਵੀ ਇੱਥੇ ਵੋਟਾਂ ਵੀ ਪੈਂਦੀਆਂ ਸੀਗੀਆਂ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਵਿਦਆਊਟ ਐਨੀ ਇੰਟੀਮੇਸ਼ਨ ਯਾਨੀ ਕਿ ਬਿਨਾਂ ਇਤਲਾ ਦਿੱਤੇ ਵਿਦਆਊਟ ਕਿਸੇ ਨੂੰ ਦੱਸੇ ਇਹ ਤੁੜਵਾ ਦਿੱਤੇ ਗਏ ਔਰ ਕਮਰੇ ਬਿਲਕੁਲ ਠੀਕ ਹਾਲਾਤ ਦੇ ਵਿੱਚ ਸੀਗੇ ਉਹਨਾਂ ਨੇ ਇਹ ਵੀ ਕਿਹਾ ਕਿ ਇੱਥੇ ਪਾਣੀ ਵੀ ਨਹੀਂ ਆਉਂਦਾ ਸੀਗਾ ਜੀ ਸੋ ਹਾਂਜੀ ਇਹਦੇ ਵਿੱਚ ਪਾਣੀ ਨਹੀਂ ਆਉਂਦਾ ਸੀਗਾ ਇਹ ਉੱਚੇ ਸੀ ਕਮਰੇ ਬਟ ਇਹ ਹੈ ਵੀ ਕਿ ਇਹ ਕਮਜ਼ੋਰ ਸੀ ਪਾਣੀ ਉੱਪਰ ਤੋਂ ਆਉਂਦਾ ਸੀ ਨੀਚੇ ਤੋਂ ਨਹੀਂ ਨੀਚੇ ਲੈਵਲ ਪਰ ਉੱਪਰ ਸੀਗਾ ਤੇ ਫਿਰ ਅਸੀਂ ਜਦੋਂ ਕਿ ਰੂਫ ਰਿਪਲੇਸਮੈਂਟ ਕਰਨ ਲੱਗੇ ਛੱਤਾਂ ਅਸੀਂ ਤੋੜੀਆਂ ਤੇ ਜਦੋਂ ਛੱਤਾਂ ਤੋੜੀਆਂ ਉਹ ਦੀਵਾਰਾਂ ਇਹ ਮੈਨੂੰ ਇਹ ਲੱਗਦਾ ਹੈ ਕਿ ਇਹ ਬਿਲਡਿੰਗ ਇਹ ਕਮਰੇ ਸਭ ਤੋਂ ਪੁਰਾਣੇ ਹੋਣਗੇ ਜਿਹਦੇ ਕਾਰਨ ਉਹ ਜਿਹੜੀਆਂ ਦੀਵਾਰਾਂ ਨੇ ਉਹ ਮਤਲਬ ਕਿ ਤਰੇੜਾਂ ਪੈ ਗਈਆਂ ਦੀਵਾਰਾਂ 'ਚ ਬਹੁਤ ਜ਼ਿਆਦਾ ਜਿਹਦੇ ਕਰਕੇ ਇਹ ਮਤਲਬ ਸਾਨੂੰ ਟੁੱਟ ਗਏ ਆਪਣੇ ਆਪ ਹੀ ਮਤਲਬ ਟੁੱਟਣ ਲੱਗੇ ਮੈਮ ਸੌਰੀ ਥੋੜਾ ਦੱਸਿਓ ਕੀ ਹੋਇਆ ਕਿਸੇ ਇਹ ਜੁਆਇੰਟ ਸੀਗੇ ਕਿਸੇ ਦੇ ਨਾਲ ਜਾਂ ਕਿਦਾਂ ਸੀਗਾ ਨਹੀਂ ਜੀ ਇਹ ਅਲੱਗ ਸੀ ਅੱਛਾ ਇਹ ਅਲੱਗ ਸੀ ਇਹ ਜੁਆਇੰਟ ਨਹੀਂ ਸੀ ਇਹ ਅਲੱਗ ਤੋਂ ਸੀ ਮੈਨੂੰ ਇਹ ਲੱਗਦਾ ਵੀ ਸਭ ਤੋਂ ਪੁਰਾਣੇ ਕਮਰੇ ਹੋਣਗੇ ਜਦੋਂ ਅਸੀਂ ਇਹਨਾਂ ਨੂੰ ਛੇੜਿਆ ਤਾਂ ਰੂਫ ਰਿਪਲੇਸਮੈਂਟ ਛੱਤਾਂ ਤੋੜੀਆਂ ਤਾਂ ਦੀਵਾਰਾਂ ਵੀ ਨਾਲ ਦੀ ਨਾਲ ਹੀ ਕਰੈਕ ਹੋਣੀਆਂ ਸ਼ੁਰੂ ਹੋ ਗਈਆਂ ਨਹੀਂ ਉਹਦੀ ਰੂਫ ਸੀਗੇ ਉਹਦੀ ਰਿਕੁਆਇਰਮੈਂਟ ਕਿ ਉਹਨੂੰ ਰਿਪਲੇਸ ਕਰਨਾ ਪੈਣਾ ਸੀ ਖਸਤਾ ਹੋ ਚੁੱਕੀ ਸੀ ਹਾਂਜੀ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਸੀ ਜਿਹਦੇ ਕਰਕੇ ਅਸੀਂ ਇਹ ਕੰਮ ਸ਼ੁਰੂ ਕੀਤਾ ਤੇ ਫਿਰ ਉਹ ਬਾਈ ਚਾਂਸ ਹੈ ਵੀ ਹੁਣ ਇੰਨੀ ਜ਼ਿਆਦਾ ਖਸਤਾ ਚ ਅਸੀਂ ਰਿਸਕ ਉਰੇ ਕਲਾਸ ਵੀ ਲੱਗਦੀ ਸੀ ਇੱਕ ਮੇਰਾ ਆਫਿਸ ਸੀ ਜਿਹਦੇ ਕਰਕੇ ਉਹ ਮੇਰਾ ਆਫਿਸ ਵੀ ਫਿਰ ਟੁੱਟ ਗਿਆ ਹੁਣ ਮੈਨੂੰ ਦੇਖੋ ਤੁਸੀਂ ਉੱਧਰ ਬੈਠਣਾ ਪੈਂਦਾ ਉਹ ਸਾਹਮਣੇ ਠੀਕ ਹੈ ਤੇ ਮੈਮ ਇਹ ਕੀ ਚੱਕਰ ਹੈਗਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਪੰਚਾਇਤ ਕੋਈ ਸਹਾਇਤਾ ਨਹੀਂ ਕਰ ਰਹੀ ਹੈ ਨਾ ਕੋਈ ਮਦਦ ਨਹੀਂ ਕਰ ਰਹੀ ਹੈ ਤੁਸੀਂ ਉਹਨਾਂ ਨੂੰ ਕਿਹਾ ਵੀ ਹੈਗਾ ਕਿ ਤੁਸੀਂ ਮਦਦ ਕਰੋ ਬੱਚਿਆਂ ਦਾ ਮਾਮਲਾ ਲੇਕਿਨ ਉਹਨਾਂ ਨੇ ਇਹ ਵੀ ਕਿਹਾ ਵੀ ਜਿੱਥੇ ਤੁਸੀਂ ਹੁਣ ਬਹਿੰਦੇ ਹੋ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਉਹ ਵੀ ਤਾਂ ਪੰਚਾਇਤ ਨਹੀਂ ਬਣਾ ਕੇ ਦਿੱਤਾ ਸੀਗਾ ਉਹ ਵਾਲੇ ਜਾਂ ਉਹ ਪੰਚਾਇਤ ਕੋਈ ਹੋਰ ਸੀਗੀ ਨਹੀਂ ਇਹ ਵਾਲੇ ਪੰਚਾਇਤ ਨੇ ਬਣਾ ਕੇ ਦਿੱਤੇ ਸੀ ਇਹ ਜਿਹੜੇ ਐਕਸ ਸਰਪੰਚ ਹੈ ਉਹਨਾਂ ਦੇ ਚਾਚਾ ਜੀ NRI ਹੈ ਅੱਛਾ ਠੀਕ ਹੈ ਜੀ ਉਹਨਾਂ ਨੇ ਸਾਡੇ SMC ਦੇ ਅਕਾਊਂਟ 'ਚ ਪੈਸੇ ਆਉਂਦੇ ਸੀਗੇ ਚੈੱਕ ਰਾਹੀਂ ਤਾਂ ਫਿਰ ਉਹਨਾਂ ਨੇ ਕੰਮ ਉਹਨਾਂ ਨੇ ਕਰਵਾਇਆ ਸੀ ਅੱਛਾ ਜੀ ਕੰਮ ਉਹਨਾਂ ਨੇ ਕਰਵਾਇਆ ਸੀ ਐਕਸ ਸਰਪੰਚ ਨੇ ਇਹ 2 ਕਮਰੇ ਪਵਾਏ ਸੀ ਵਰੰਡਾ ਪਵਾਇਆ ਸੀ ਪੱਖੇ ਲਗਵਾਏ ਸੀ ਤੇ ਤੁਸੀਂ ਵੈਸੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਜਿਹੜੇ ਐਕਸ ਸਰਪੰਚ ਨੇ ਇਸ ਵਾਰ ਨਹੀਂ ਜੀ ਕਿਉਂਕਿ ਉਹ ਇਸ ਵਾਰ ਸਰਪੰਚ ਹੀ ਨਹੀਂ ਹੈ ਅੱਛਾ ਜੀ ਅਸੀਂ ਉਹਨਾਂ ਤੱਕ ਨਹੀਂ ਕੀਤੀ ਲੇਕਿਨ ਜਿਹੜੇ ਅਦਰ ਪੰਚ ਵਗੈਰਾ ਨੇ ਉਹਨਾਂ ਤੱਕ ਕੀਤੀ ਸੀ ਠੀਕ ਹੈ ਜੀ ਉਹਨਾਂ ਤੱਕ ਨਹੀਂ ਕੀਤੀ ਅਸੀਂ ਠੀਕ ਹੈ ਜੀ ਤੇ ਮੈਮ ਅੱਗੇ ਪਲੀਜ਼ ਨਾਲ ਇੱਕ ਵਾਰੀ ਆਇਓ ਇੱਕ ਇਹ ਐਲੀਗੇਸ਼ਨ ਤੁਹਾਡੇ ਉੱਤੇ ਲੱਗਿਆ ਸੀਗਾ ਸੌਰੀ ਮੈਂ ਥੋੜਾ ਸਮਾਂ ਲੈ ਰਿਹਾ ਲੇਕਿਨ ਜ਼ਰੂਰੀ ਹੈ ਤੇ ਐਲੀਗੇਸ਼ਨ ਇਹ ਲੱਗਿਆ ਸੀਗਾ ਜੀ ਉਹ ਕਹਿੰਦੇ ਕਿ ਜਿੱਦਾਂ ਵੈਸੇ ਤਾਂ ਤੁਸੀਂ ਦੱਸਿਆ ਕਿ ਰੂਮ ਘੱਟ ਪੈ ਰਹੇ ਆ ਬੱਚਿਆਂ ਦੇ ਹਿਸਾਬ ਦੇ ਨਾਲ ਲੇਕਿਨ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਰੂਮ ਹੈਗਾ ਅੱਗੇ ਇਹ ਫਿਲਹਾਲ ਤੱਕ ਯੂਜ਼ ਨਹੀਂ ਹੋ ਰਿਹਾ ਕਿਉਂਕਿ ਇਹ ਜਿਹੜਾ ਕਮਰਾ ਮੈਂ ਇੱਕ ਵਾਰੀ ਕਮਰਾ ਦਿਖਾ ਦਿਆਂ ਜਿਹਦਾ ਜ਼ਿਕਰ ਕੀਤਾ ਸੀਗਾ ਸੋ ਇਹ ਜਿਹੜਾ ਕਮਰਾ ਹੈਗਾ ਇਹ ਉਹ ਕਮਰਾ ਜਿਹਦਾ ਜ਼ਿਕਰ ਕੀਤਾ ਸੀਗਾ ਕਿ ਇਹ ਕਮਰਾ ਬੰਦ ਰਹਿੰਦਾ ਔਰ ਇਹਦਾ ਯੂਜ਼ ਨਹੀਂ ਕਰ ਰਹੇ ਕੋਈ ਵੀ ਤੇ ਪ੍ਰਿੰਸੀਪਲ ਮੈਮ ਇਹ ਅਲੋਟ ਨਹੀਂ ਕਰ ਰਹੇ ਜਾਂ ਯੂਜ਼ ਕਰਨ ਨੂੰ ਦੇ ਨਹੀਂ ਰਹੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਚਾਹੇ ਬਰਾਮਦਾ ਜਿਹੜਾ ਹੈਗਾ ਬਰਾਂਡਾ ਇਹਦੇ ਵਿੱਚ ਵੀ ਬੈਠਣ ਨੂੰ ਤਿਆਰ ਆ ਵੀ ਉਹ ਮੈਮ ਇੱਥੇ ਵੀ ਰਿਲੈਕਟੈਂਟ ਨੇ ਬੈਠਣ ਨਹੀਂ ਦੇ ਰਹੇ ਹੈਗੇ ਜੀ ਦੇਖੋ ਜੀ ਇਹ ਕਮਰਾ ਉਸ ਟਾਈਮ ਜਦੋਂ ਉਹ ਆਏ ਹੈ ਬੰਦ ਸੀ ਇਹ ਰਿਐਲਿਟੀ ਹੈ ਲੇਕਿਨ ਗੱਲ ਇਹ ਹੈ ਸਾਡੇ ਕੋਲ ਇੱਕ ਟੀਚਰ ਦੀ ਪੋਸਟ ਵੇਕੈਂਟ ਸੀ ਉਦੋਂ ਟੀਚਰ ਨੇ ਆਣਾ ਸੀ ਉਹ ਗੱਲ ਮੈਂ ਨਹੀਂ ਕਰ ਸਕਦੀ ਸੀ ਕਿਉਂਕਿ ਮੇਰੇ ਕੋਲ ਉਸ ਟਾਈਮ ਟੀਚਰ ਨਹੀਂ ਸੀ ਮੈਂ ਗੱਲ ਨਹੀਂ ਕਰਦਾ ਸੀ ਮੈਨੂੰ ਕੀ ਪਤਾ ਕਿ ਟੀਚਰ ਨੇ ਕਦੋਂ ਆਣਾ ਲੇਕਿਨ ਇਹ ਇੱਧਰ ਇਹ ਮੈਡਮ ਆਏ ਨੇ ਤਾਂ ਫਿਰ ਸਾਨੂੰ ਇੱਕ ਟੀਚਰ ਨੂੰ ਤਾਂ ਕਮਰਾ ਦੇਣਾ ਹੈ ਨਾ ਕਲਾਸ ਤਾਂ ਉਹਨਾਂ ਨੂੰ ਦੇਣੀ ਹੈ ਨਾ ਫਿਰ ਅਸੀਂ ਇਹਨਾਂ ਦਾ ਰਿਸੋਰਸ ਰੂਮ ਇੱਧਰ ਬਣਾਇਆ ਕਿਉਂਕਿ ਇਹ ਕਮਰਾ ਛੋਟਾ ਹੈ ਇਸ ਮੈਡਮ ਦਾ ਇਹ ਵਾਲੇ ਮੈਡਮ ਦਾ ਰਿਸੋਰਸ ਰੂਮ ਇੱਧਰ ਬਣਾਇਆ ਤੇ ਇਹਨਾਂ ਨੂੰ ਫਿਰ ਉਹ ਵਾਲਾ ਕਮਰਾ ਦਿੱਤਾ ਜਿੱਥੇ ਅਸੀਂ ਰਿਸੋਰਸ ਰੂਮ ਸੀ ਜਿਹੜਾ ਰਿਸੋਰਸ ਰੂਮ ਹੈ ਉਹ ਹੋਰ ਬੱਚਿਆਂ 'ਚ ਬੱਚੇ ਨਹੀਂ ਬੈਠ ਸਕਦੇ ਹੁੰਦੇ ਇਹ ਗਵਰਨਮੈਂਟ ਵੱਲੋਂ ਵੀ ਇੰਸਟਰਕਸ਼ਨ ਹੈ ਕਿਉਂਕਿ ਉਹ MR ਬੱਚੇ ਹੁੰਦੇ ਆ ਉਹਨਾਂ ਨੂੰ ਅਲੱਗ ਹੀ ਰੂਮ ਦੇਣਾ ਪੈਂਦਾ
ਜਿਹੜੇ ਸਪੈਸ਼ਲ ਬੱਚੇ ਹੁੰਦੇ ਜੀ? ਅੱਛਾ ਜੀ, ਹਾਂਜੀ। ਇਹ ਸਪੈਸ਼ਲ ਬੱਚਿਆਂ ਵਾਸਤੇ? ਹਾਂਜੀ ਹਾਂਜੀ, ਕਿਉਂਕਿ ਜਦੋਂ ਇਹ ਮੈਡਮ ਆਏ ਹੈ ਤਾਂ ਇਹਨਾਂ ਨੂੰ ਵੀ ਕਲਾਸ ਔਰ ਰੂਮ ਦੇਣਾ ਹੀ ਸੀਗਾ, ਤਾਂ ਫਿਰ ਇਹਨਾਂ ਦਾ ਰਿਸੋਰਸ ਰੂਮ ਅਸੀਂ ਉੱਥੋਂ ਤੋਂ ਇੱਧਰ ਸ਼ਿਫਟ ਕਰਤਾ। ਠੀਕ ਹੈ ਜੀ। ਹਾਂਜੀ। ਸੋ ਸਪੈਸ਼ਲ ਬੱਚਿਆਂ ਤੋਂ ਮੁਰਾਦ ਹੈਗੀ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਵੀ ਦੱਸਿਆ ਜਿਨ੍ਹਾਂ ਵਿੱਚ ਵੀ ਕੋਈ ਸਾਡੇ- ਡਿਸੇਬਿਲਿਟੀ ਹੁੰਦੀ ਹੈ ਬੱਚਿਆਂ ਦੇ ਵਿੱਚ, ਤਾਂ ਉਹਨਾਂ ਦਾ ਸਪੈਸ਼ਲ ਰੂਮ ਇਹ ਗਵਰਨਮੈਂਟ ਵੱਲੋਂ ਸਿਸਟਮ ਚਲਾਇਆ ਹੋਇਆ ਹੋਣਾ। 14 ਸਾਲਾਂ ਤੋਂ ਚੱਲ ਰਿਹਾ ਜੀ ਇਹ? ਹਾਂਜੀ। ਠੀਕ ਹੈ। ਤੇ ਮੈਮ ਇੱਥੇ ਸੈਕਸ਼ਨਸ ਦੀ ਜੇ ਗੱਲ ਕਰੀਏ ਕਿ ਚਲੋ ਚੱਲਦਾ ਹੋਣਾ 10 ਸਾਲ ਤੋਂ ਉੱਪਰ ਹੀ ਹੋ ਗਿਆ ਹੈ ਨਾ ਗਵਰਨਮੈਂਟ ਵੱਲੋਂ, ਤੇ ਸੈਕਸ਼ਨਸ ਦੀ ਜੇ ਗੱਲ ਕਰੀਏ ਕਿ ਸੈਕਸ਼ਨਸ ਵੀ ਹੈਗੇ ਆ ਬੱਚਿਆਂ ਦੇ ਜਾਂ ਇੱਕ ਹੀ ਸੈਕਸ਼ਨ? ਨਹੀਂ ਸੈਕਸ਼ਨ ਹੈਗੇ ਆ ਜੀ। 3rd ਕਲਾਸ ਦੇ 2 ਸੈਕਸ਼ਨ ਹੈ, 1st ਕਲਾਸ ਦੇ 2 ਸੈਕਸ਼ਨ ਹੈ। 2 ਸੈਕਸ਼ਨ ਜ਼ਰੂਰ ਨੇ 1st ਕਲਾਸ ਦੇ, ਬਟ ਉਹਦੇ ਨਾਲ ਪ੍ਰੀ ਪ੍ਰਾਇਮਰੀ ਦੇ ਬੱਚੇ ਵੀ ਬੈਠਦੇ ਆ, ਕਿਉਂਕਿ ਕਮਰੇ ਵੀ ਘੱਟ ਹੈ, ਟੀਚਰ ਵੀ ਘੱਟ ਹੈ। ਉਸ ਪ੍ਰੀ ਪ੍ਰਾਇਮਰੀ ਦੇ 1st A ਨਾਲ ਔਰ ਮਤਲਬ LKG A ਨਾਲ, UKG B ਨਾਲ ਸੈਕਸ਼ਨਲ ਇਸ ਤਰ੍ਹਾਂ ਬੈਠਦੇ ਜੀ। ਅਸੀਂ ਕੋਆਪਰੇਟ ਕਰਨ ਨੂੰ ਤਿਆਰ ਆ, ਜਦੋਂ ਤੱਕ ਉਹ ਕਮਰਾ ਤਿਆਰ ਨਹੀਂ ਹੁੰਦਾ ਉਦੋਂ ਤੱਕ ਉਹ ਬਰਾਂਡੇ 'ਚ ਬੈਠ ਸਕਦੇ ਨੇ। ਤੇ ਮੈਮ ਇੱਕ ਦੋ ਜਿਹੜੇ ਪੇਰੈਂਟਸ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਸੌਰੀ ਟੂ ਸੇ, ਲੇਕਿਨ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਵਾਸ਼ਰੂਮ ਤੱਕ ਨਹੀਂ ਯੂਜ਼ ਕਰਨ ਦਿੰਦੇ ਬੱਚਿਆਂ ਨੂੰ, ਜਿਹੜੇ ਆਂਗਨਵਾੜੀ ਵਾਲੇ ਬੱਚੇ ਨੇ। ਜਿਹੜੇ ਦੇਖੋ ਆਂਗਨਵਾੜੀ ਵਾਲੇ ਬੱਚੇ ਹੈ, ਉਹ ਗੱਲ ਇਹ ਹੈ, ਉਹ ਪਹਿਲਾਂ ਦੀ ਉਹੀ ਗੱਲ ਹੈ, ਮਤਲਬ ਹੁਣ ਕੋਈ ਨਵੀਂ ਕੋਈ ਗੱਲ ਨਹੀਂ ਹੋਈ। ਜਿਹੜਾ ਵਾਸ਼ਰੂਮ ਹੈ ਉਹ ਮਤਲਬ ਮੈਂ ਪੇ ਕਰਦੀ ਹਾਂ, ਅੱਜ ਤੱਕ ਮੈਂ 3 ਸਾਲ ਤੋਂ ਮੈਂ ਪੇ ਕਰ ਰਹੀ ਹਾਂ, ਕਿਉਂਕਿ ਸਾਡੇ ਪਹਿਲਾਂ ਸਵੀਪਰ ਸੀਗੀ, ਫਿਰ ਸਾਡੇ ਸਵੀਪਰ ਨਹੀਂ ਹੈ। ਜਿਹੜੀਆਂ ਇਹ ਹੈਗੀਆਂ ਨੇ ਤਾਂ ਉਹ ਬੱਚੇ ਦੇਖੋ ਪੋਟੀ ਵਗੈਰਾ ਵੀ ਕਰ ਦਿੰਦੇ ਆ, ਇੱਥੇ ਕੋਈ ਨਹੀਂ ਹੁੰਦਾ ਸਕੂਲ 'ਚ, ਉਹ ਸਾਫ਼ ਕੌਣ ਕਰੇਗਾ? ਕਿਉਂਕਿ ਉਹਨਾਂ ਨੂੰ ਆਪਣਾ ਵਾਸ਼ਰੂਮ ਅਸੀਂ ਰੂਮ ਦਿੱਤਾ, ਅਸੀਂ ਪਾਣੀ ਵੀ ਦਿੰਦੇ ਆ। ਜੇ ਹੁਣ ਦੱਸੋ ਅਸੀਂ ਇਹਨਾਂ ਨੂੰ ਵਾਸ਼ਰੂਮ ਯੂਜ਼ ਕਰਾਂਗੇ, ਜਿਹੜੀਆਂ ਇਹਨਾਂ ਦੀ ਤਾਂ ਮੀਟਿੰਗਾਂ ਵਗੈਰਾ ਵੀ ਹੁੰਦੀਆਂ ਨੇ, ਹੈਲਥ ਡਿਪਾਰਟਮੈਂਟ ਵਾਲੇ ਵੀ ਆਉਂਦੇ ਨੇ, ਕਦੇ ਇੰਜੈਕਸ਼ਨ ਕਦੇ ਮਤਲਬ ਆਉਂਦੇ ਹੀ ਰਹਿੰਦੇ ਨੇ, ਪ੍ਰੈਗਨੈਂਟ ਲੇਡੀਜ਼ ਵੀ ਆਉਂਦੀਆਂ ਨੇ, ਤਾਂ ਫਿਰ ਤੁਸੀਂ ਦੱਸੋ ਵੀ ਬੱਚੇ ਜਾਂ ਅਸੀਂ ਵਾਸ਼ਰੂਮ ਕਿੱਦਾਂ ਜਾਵਾਂਗੇ? ਇਹ ਤਾਂ ਬਿਨਾਂ ਮਤਲਬ ਦੀਆਂ ਗੱਲਾਂ ਨੇ ਜੀ, ਇਹ ਕਾਮਨ ਸੈਂਸ ਹੈ ਵੀ ਹਾਂ ਇਹ ਇਹਨਾਂ ਲਈ ਇੰਪੋਸੀਬਲ ਗੱਲ ਹੈ। ਠੀਕ ਹੈ ਜੀ। ਹਾਂ, ਇਹ ਆਪਣਾ ਵੀ ਤਾਂ ਬਣਾ ਸਕਦੇ ਆ, ਉਧਰ ਜਗ੍ਹਾ ਹੈਗੀ ਆ, ਜੀ। ਪਹਿਲਾਂ ਉੱਥੇ ਹੈਗੇ ਵੀ ਸੀ ਟਾਇਲਟ ਵਾਸ਼ਰੂਮ। ਮੈਮ ਵੈਸੇ ਜੇ ਮੈਂ ਗੱਲ ਕਰਾਂ, ਤੁਹਾਡੇ ਵੱਲੋਂ ਕੋਈ ਲੈਟਰ ਹੈ, ਕੋਈ ਮੈਮੋਰੈਂਡਮ ਗਿਆ ਵੈਸੇ ਕਿ ਇਸ ਤਰੀਕੇ ਦੇ ਨਾਲ ਚੱਲ ਰਿਹਾ ਔਰ ਅਸੀਂ ਤੰਗ ਹੋ ਰਹੇ ਹਾਂ ਕਿ ਕੋਈ ਹੋਰ ਜਗ੍ਹਾ ਅਲਾਟ ਕੀਤੀ ਜਾਵੇ? ਹਾਂਜੀ, ਇਹਨਾਂ ਨੂੰ ਹੁਣ 4 ਲੱਖ ਦੀ ਗ੍ਰਾਂਟ ਵੀ ਆਏਗੀ ਆਂਗਨਵਾੜੀ ਨੂੰ, ਮੇਰੇ ਕੋਲ ਲੈਟਰ ਵੀ ਹੈ, ਦਿਖਾ ਸਕਦੇ ਹੋ ਤੁਸੀਂ? ਹੈਗੇ ਤੁਹਾਡੇ ਕੋਲ? ਹਾਂਜੀ, ਮੇਰੇ ਕੋਲ ਇਸ ਟਾਈਮ WhatsApp ਤੇ ਹੈ। ਇਹਨਾਂ ਨੂੰ 4 ਲੱਖ ਦੀ ਮੈਂ ਇਹਨਾਂ ਨੂੰ ਮੈਸੇਜ ਵੀ ਕਨਵੇ ਕਰ ਚੁੱਕੀ ਹਾਂ, ਉਹੀ 3 ਮਹੀਨੇ ਪਹਿਲਾਂ, ਵੀ ਤੁਹਾਨੂੰ 4 ਲੱਖ ਦੀ ਗ੍ਰਾਂਟ ਆਣੀ ਹੈ, ਤੁਸੀਂ ਕਿਤੇ ਕੋਈ ਆਪਣੀ ਜਗ੍ਹਾ ਦੇਖ ਲਓ, ਕਿਉਂਕਿ ਉਸ ਲੈਟਰ 'ਚ ਇਹ ਵੀ ਹੈ ਵੀ ਕੋਈ ਨਵੀਂ ਜਗ੍ਹਾ ਤੇ ਬਣੇਗੀ। ਅੱਛਾ ਜੀ। ਨਵੀਂ ਜਗ੍ਹਾ ਤੇ ਬਣੇਗੀ। ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਐਦਾਂ ਰੋਲਾ ਨਾ ਪਾਓ, ਤੁਸੀਂ ਇਸ ਤਰ੍ਹਾਂ ਜਦੋਂ ਤੁਹਾਨੂੰ ਗ੍ਰਾਂਟ ਆ ਹੀ ਜਾਣੀ ਹੈ, ਤੁਸੀਂ ਕੋਈ ਧਰਮਸ਼ਾਲਾ ਵਗੈਰਾ, ਤੁਹਾਡੇ ਨਾਲ ਸਾਰੇ ਪੰਚਾਇਤ ਸਾਰਾ ਪਿੰਡ ਉੱਠ ਕੇ ਆ ਤਾਂ ਜਾਂਦਾ ਹੈ, ਲੇਕਿਨ ਉਹ ਪੰਚਾਇਤ ਜਿਹੜੇ ਇਹ ਬਣਾਏ ਹੋਏ ਆ ਧਰਮਸ਼ਾਲਾ ਵਗੈਰਾ, ਇਹਨਾਂ 'ਚੋਂ ਕੋਈ ਜਣਾ ਰੂਮ ਦੇ ਸਕਦਾ ਨਾ। ਤੁਸੀਂ ਫਾਈਨੈਂਸ਼ੀਅਲੀ ਹੈਲਪ ਨਹੀਂ ਕਰ ਰਹੇ ਤਾਂ ਤੁਸੀਂ ਇੱਕ ਰੂਮ ਦੇ ਦਿਓ ਉਹਨਾਂ ਨੂੰ, ਵੀ ਤੁਸੀਂ ਸਾਰਾ ਜ਼ੋਰ ਤੁਹਾਡਾ ਸਕੂਲ ਤੇ ਕਿਉਂ ਚੱਲ ਰਿਹਾ ਹੈ? ਮੈਂ ਅੱਜ ਤੱਕ ਤੁਹਾਨੂੰ ਕੁਝ ਨਹੀਂ ਕਿਹਾ, ਉਦੋਂ 135 ਬੱਚੇ ਸੀ, ਅੱਜ 325 ਬੱਚੇ ਹੈ। ਮੈਂ ਖੁਦ ਪ੍ਰੋਬਲਮ 'ਚ ਫੇਸ ਕਰ ਰਹੀ ਹਾਂ, ਮੈਂ ਖੁਦ ਬਾਹਰ ਬੈਠ ਰਹੀ ਹਾਂ, ਇਸ ਤੋਂ ਵੱਡਾ ਹੋਰ ਕੀ ਸਬੂਤ ਚਾਹੀਦਾ? ਤੁਸੀਂ ਇੱਥੇ ਬੈਠਦੇ ਹੋ? ਹਾਂਜੀ, ਬਰਾਂਡੇ 'ਚ ਹੀ? ਹਾਂਜੀ। ਅੱਛਾ, ਤੇ ਜਿਹੜਾ ਕਮਰਾ ਬਣਿਆ ਹੋਇਆ ਫਿਰ ਇੱਥੇ ਕਲਾਸ ਲੱਗ ਰਹੀ ਹੈ? ਹਾਂਜੀ। ਉਹ ਤੁਸੀਂ ਅੱਜ ਨਹੀਂ, ਤੁਸੀਂ ਐਨੀ ਟਾਈਮ ਆ ਕੇ ਦੇਖ ਲਿਓ, ਐਨੀ ਟਾਈਮ ਕਿਸੇ ਵੀ ਦਿਨ, ਵੀ ਮੈਂ ਕਿੱਥੇ ਬੈਠੀ ਆ ਔਰ ਉਸ ਕਮਰੇ 'ਚ ਕਲਾਸ ਲੱਗ ਰਹੀ ਹੈ ਕਿ ਨਾ, ਕਿਸੇ ਵੀ ਟਾਈਮ ਆ ਕੇ ਦੇਖ ਸਕਦੇ ਆ। ਇਹ ਦੇਖੋ ਜੀ, ਇਹ ਪੰਖਰਪੁਰ। ਤੁਸੀਂ ਇੱਥੇ ਆਏ ਹੋ? ਅੱਛਾ ਜੀ। ਇਹਦੀ ਬ੍ਰਾਈਟਨੈਸ ਥੋੜੀ ਵਧਾ ਦੋਗੇ? ਫੁੱਲ ਹੈ? ਕੋਈ ਨਹੀਂ, ਤੇ ਲਗਾਓ, ਮੈਨੂੰ ਦਿਖਾਓ। ਅੱਛਾ ਜੀ, ਪੰਖਰਪੁਰ ਲਿਖਿਆ, ਪੰਖਰਪੁਰ 8 ਨੰਬਰ ਤੇ ਪੰਖਰਪੁਰ। ਠੀਕ ਹੈ। ਆਂਗਨਵਾੜੀ ਸੈਂਟਰ ਦੀ ਨਵੀਂ ਇਮਾਰਤ ਲਈ 4 ਲੱਖ। ਅੱਛਾ, ਦਿਖਾ। ਅੱਛਾ ਜੀ, ਇਹ ਲਿਖਿਆ ਹੋਇਆ ਪੰਖਰਪੁਰ, ਅੱਗੇ ਲਿਖਿਆ ਹੈ ਜਿਹੜਾ ਬਲਾਕ ਹੈ ਡੇਰਾ ਬਸੀ ਆ, ਤੇ ਆਂਗਨਵਾੜੀ ਸੈਂਟਰ ਦੀ ਨਵੀਂ ਇਮਾਰਤ ਲਈ 4 ਲੱਖ। ਇਹ ਕਿਹਨਾਂ ਵੱਲੋਂ ਆਇਆ ਮੈਮ? ਇਹ ਹਾਲੇ ਗ੍ਰਾਂਟ ਇਹਨਾਂ ਨੂੰ ਆਣੀ ਹੈ ਜੀ। ਅੱਛਾ ਜੀ। ਇਹ ਗਵਰਨਮੈਂਟ ਨੇ ਮਤਲਬ ਕਿ ਪ੍ਰਪੋਜ਼ਲ ਮੰਗੀ ਹੈ। ਅੱਛਾ ਜੀ। ਪ੍ਰਪੋਜ਼ਲ ਮੰਗੀ ਹੈ ਤੇ ਪ੍ਰਪੋਜ਼ਲ ਹੁਣ ਰੈਡੀ ਹੋ ਕੇ ਦੇਖੋ ਕਦੋਂ ਆਉਂਦੀ ਹੈ, 5-7 ਮਹੀਨੇ ਤੱਕ ਆਈ ਜਾਏਗੀ ਮੇਰੇ ਖਿਆਲ। ਇਹ ਪ੍ਰਪੋਜ਼ਲ ਤੁਸੀਂ ਭੇਜੀ ਹੈ ਜੀ? ਨਹੀਂ ਜੀ, ਇਹ ਮੈਨੂੰ ਇਹ ਨਹੀਂ ਪਤਾ ਵੀ ਕਿਹਨੇ ਭੇਜੀ ਹੈ। ਮੇਰਾ ਖਿਆਲ ਹੈ ਪ੍ਰੋਜੈਕਟ ਸਾਡੇ ਨਾਲ ਇੱਕ ਹੈਗੇ ਆ ਡਿਸਟ੍ਰਿਕਟ ਕੋਆਰਡੀਨੇਟਰ ਸਮਾਰਟ ਸਕੂਲਾਂ ਦੇ,
ਸ਼ਾਇਦ ਉਹਨਾਂ ਵੱਲੋਂ ਗਈ ਹੈ, ਇਹ ਮੈਨੂੰ ਨਹੀਂ ਪਤਾ ਕਿਹਦੇ ਵੱਲੋਂ ਗਈ ਹੈ, ਬਟ ਮੇਰੇ ਕੋਲ ਇਹ ਲੈਟਰ ਅਵੇਲੇਬਲ ਹੈ। ਅੱਛਾ ਜੀ, ਹਾਂਜੀ, ਇਹ ਮੈਨੂੰ ਨਹੀਂ ਪਤਾ ਵੀ ਪ੍ਰਪੋਜ਼ਲ ਇਹ ਆਈ ਕਿ ਕਿਹਨਾਂ ਵੱਲੋਂ ਹੈ ਤੁਹਾਡੇ ਕੋਲ, ਮਤਲਬ ਕਿ ਕਿਹੜੀ ਡਿਪਾਰਟਮੈਂਟ, ਕਿਉਂਕਿ ਡਿਪਾਰਟਮੈਂਟ ਵੈਸੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਆਈ ਹੈ ਮੇਰੇ ਕੋਲ। ਅੱਛਾ ਜੀ, ਠੀਕ। ਵੈਸੇ ਮੈਮ ਕਿਉਂਕਿ ਮੇਰੇ ਸਕੂਲ ਲਈ ਵੀ ਆਣਾ ਨਾ, ਇਹਦੇ 'ਚ ਮੇਰੇ ਸਕੂਲ ਦੀ ਵੀ ਹੈ। ਅੱਛਾ ਜੀ, ਤਾਂ ਮੇਰੇ ਕੋਲ ਆਈ ਹੈ ਪੰਖਰਪੁਰ ਆਜੋ ਇੱਕ ਵਾਰੀ ਦਿਖਾਓ। ਡੇਰਾਬੱਸੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਫਲੋਰਿੰਗ 4 ਲੱਖ ਅੱਗੇ ਉਰੇ ਅਤੇ ਫਲੋਰਿੰਗ 2 ਕਲਾਸਰੂਮ। ਅੱਛਾ ਜੀ, ਇਹ ਇਹੀ ਟਾਈਟਲ ਹੈ ਜੀ ਇਹਦਾ? ਹਾਂਜੀ ਹਾਂਜੀ, ਅਨਟਾਈਡ ਫੰਡਾਂ ਦੇ ਕੰਮਾਂ ਦਾ ਵੇਰਵਾ। ਮਤਲਬ ਇਹ ਪ੍ਰਪੋਜ਼ਲ ਹੈ ਜੀ। ਅੱਛਾ, ਹਾਲੇ ਠੀਕ ਹੈ, ਫਾਈਨਲ ਨਹੀਂ ਹੋਇਆ। ਠੀਕ ਹੈ, ਤੇ ਇਹਦੇ ਵਿੱਚ ਕਿੰਨਾ ਅਲਾਟ ਹੋਇਆ ਜੀ ਤੁਹਾਨੂੰ? 4 ਲੱਖ। ਅੱਛਾ, ਤੁਹਾਨੂੰ ਵੀ 4 ਲੱਖ? ਹਾਂਜੀ, ਠੀਕ ਹੈ, ਇੱਥੇ ਲਿਖਿਆ ਹੋਇਆ ਹੈ 4 ਲੱਖ। ਠੀਕ ਹੈ, ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਫਲੋਰਿੰਗ ਅਤੇ 2 ਰੂਮ ਦੇ 2 ਕਲਾਸਰੂਮ 4 ਲੱਖ ਰੁਪਏ। ਤੇ ਸਾਨੂੰ ਇਹ ਦੇ ਵੀ ਦਿਓ ਮੈਮ ਪਲੀਜ਼, ਹੈ ਨਾ, ਤਾਂ ਕਿ ਅਸੀਂ ਮੈਂ ਤੁਹਾਨੂੰ ਹੈ ਨਾ WhatsApp ਤੇ ਦੱਸ ਦਿਓ ਤਾਂ ਕਿ ਅਸੀਂ ਵਿਖਾ ਵੀ ਸਕੀਏ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਜੀ ਸਾਡੇ ਵੱਲੋਂ ਪੂਰੀ ਨਿਰਪੱਖਤਾ ਦੇ ਨਾਲ ਵੀ ਜੋ ਵੀ ਮਸਲਾ ਸੀਗਾ ਤੁਹਾਡੇ ਤੱਕ ਅਸੀਂ ਕੋਈ ਵੀ ਲੇਪ ਛੇਪ ਤੋਂ ਬਿਨਾਂ, ਕੋਈ ਵੀ ਪਰਦੇ ਤੋਂ ਬਿਨਾਂ ਤੁਹਾਡੇ ਤੱਕ ਸਾਰੀ ਸੰਜੀਦਗੀ ਦੇ ਨਾਲ ਸਾਰੀ ਗੱਲਬਾਤ ਰੱਖੀ ਜਾਵੇ। ਮੈਮ ਦਾ ਧੰਨਵਾਦ ਹੈ, ਤੁਸੀਂ ਆਪਣਾ ਪੱਖ ਰੱਖਿਆ ਜੀ। ਹਾਂਜੀ, ਲੇਕਿਨ ਮੈਂ ਇਹ ਚਾਹੂੰਗੀ ਵੀ ਕੁਝ ਗੱਲਾਂ ਮੇਰੇ ਸਟਾਫ ਨਾਲ ਔਰ ਜੋ ਪਿੰਡ ਦੀ ਲੜਕੀ ਹੈ ਉਹਦੇ ਨਾਲ, ਉਹ ਵੀ ਮੇਰੇ ਸਟਾਫ ਮੈਂਬਰ ਹੈ, ਔਰ ਸਰ ਨਾਲ ਇਹ ਗੱਲਾਂ ਜੋ ਮੇਰੇ ਤੇ ਐਲੀਗੇਸ਼ਨ ਲਗਾਏ ਨੇ ਇਹ ਮੇਰੇ ਬਾਰੇ ਦੱਸਣਗੇ ਕਿ ਮੈਂ ਕਿਸ ਤਰ੍ਹਾਂ ਵਿਚਰਦੀ ਹਾਂ ਪਿੰਡ ਦੇ ਲੋਕਾਂ ਨਾਲ, ਆਪਣੇ ਸਟਾਫ ਨਾਲ, ਆਪਣੇ ਡਿਪਾਰਟਮੈਂਟ ਨਾਲ, ਮੇਰਾ ਕੀ ਰੁਤਬਾ ਹੈ, ਮੇਰਾ ਕੀ ਕੰਮ ਹੈ। ਵੈਸੇ ਮੈਮ ਹੋਇਆ ਕਿ ਜਿੱਦਾਂ ਤੁਸੀਂ ਦੱਸ ਰਹੇ ਹੋ, ਪਹਿਲਾਂ ਤਾਂ ਪੰਚਾਇਤ ਸਹੀ ਸੀਗੀ ਬਿਲਕੁਲ, ਹੈ ਨਾ, ਹੈਲਪ ਵੀ ਕਰ ਰਹੀ ਸੀਗੀ, ਤੇ ਇਹ ਗੱਲਬਾਤ ਵਿਗੜੀ ਕਦੋਂ ਵੀ ਪੰਚਾਇਤ ਤੁਹਾਡੇ ਨਾਲ ਇੰਨੇ ਆਂਗਨਵਾੜੀ ਦੇ ਰੂਮ ਕਰਕੇ ਬਸ ਇਹਨਾਂ ਨੇ, ਮਤਲਬ ਕਿ ਮੈਂ ਇਸ ਪਿੰਡ ਨੂੰ ਬਹੁਤ ਅੱਛਾ ਸਮਝਦੀ ਸੀ, ਬਹੁਤ ਅੱਛਾ ਸਮਝਦੀ ਸੀ, ਕਿਉਂਕਿ ਮੇਰੀ ਨੇਚਰ ਹੈ, ਮੈਂ ਹਰ ਇੱਕ ਨੂੰ ਪਿਆਰ ਨਾਲ ਬੋਲਦੀ ਹਾਂ ਔਰ ਸਾਰੇ ਮੇਰੇ ਨੂੰ ਵੀ ਬਹੁਤ ਪਿਆਰ ਕਰਦੇ ਆ। ਔਰ ਮੈਂ ਹੈਰਾਨ ਹੋਈ ਜਦੋਂ ਲੋਕਾਂ ਨੇ ਇੰਨਾ ਕੁਝ ਬੋਲਿਆ, ਮੈਂ ਬਹੁਤ ਹਰਟ ਹੋਈ ਵੀ ਯਾਨੀ ਕਿ ਇੱਕ ਤੁਸੀਂ ਪਿੰਡ ਵਾਲਿਆਂ ਦਾ ਇੰਨਾ ਕੁ ਸਾਥ ਦੇ ਰਹੇ ਹੋ, ਤੁਸੀਂ ਮਤਲਬ ਕਿ ਤੁਸੀਂ ਇੰਨੇ ਗਲਤ ਐਲੀਗੇਸ਼ਨ ਤੇ ਉਤਰੇ ਆਏ। ਜਦੋਂ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ, ਜੇ ਤੁਹਾਨੂੰ ਉਹਨਾਂ ਦਾ ਦਰਦ ਹੈ ਤਾਂ ਤੁਸੀਂ ਫਾਈਨੈਂਸ਼ੀਅਲੀ ਹੈਲਪ ਕਰੋ। ਜੇ ਫਾਈਨੈਂਸ਼ੀਅਲੀ ਹੈਲਪ ਨਹੀਂ ਕਰਨੀ ਤਾਂ ਤੁਸੀਂ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਵੀ ਇਹਨਾਂ ਨੇ ਸਰ ਕੀ ਬਣਾਏ ਹੋਏ ਆ, ਧਰਮਸ਼ਾਲਾ ਬਣਾਈਆਂ ਹੋਈਆਂ ਨੇ, ਉਹਦੇ 'ਚ ਜਾਓ, ਉਹਦੇ 'ਚ ਹੋਰ ਰੂਮ ਦੇ ਦੇਣ। ਤੁਸੀਂ ਹੈਲਪ ਤਾਂ ਕੋਈ ਕਰਨੀ ਨਹੀਂ, ਉਰੇ ਤਾਂ ਤੁਸੀਂ ਗੁੰਡਾਗਰਦੀ ਕਰਨ ਆਉਂਦੇ ਹੋ। ਠੀਕ ਹੈ, ਕਿਉਂਕਿ ਮੈਂ ਦੇਖੋ ਮੇਰਾ ਜੋ ਡੈਜ਼ਿਗਨੇਸ਼ਨ ਹੈ ਸਕੂਲ 'ਚ ਡਿਸਿਪਲਿਨ ਮੇਨਟੇਨ ਕਰਨ ਦਾ, ਨਾ ਕਿ ਇਹ 3 ਘੰਟੇ ਲਾ ਕੇ ਮੇਰੇ ਸਾਰੇ ਬੱਚਿਆਂ ਦਾ ਨੁਕਸਾਨ ਕੀਤਾ। ਉਹ ਬੱਚਿਆਂ ਦਾ ਨੁਕਸਾਨ ਹੋਇਆ, ਅਸੀਂ ਮੈਂਟਲੀ ਟੌਰਚਰ ਹੁੰਦੇ ਹਾਂ। ਮੈਂ 7 ਸਕੂਲਾਂ ਦੀ ਹੈੱਡ ਹਾਂ, 7 ਸਕੂਲਾਂ ਦਾ ਮੇਰੇ ਤੇ ਵਰਕਲੋਡ ਹੈ ਔਰ ਅਸੀਂ ਡਿਪਾਰਟਮੈਂਟ ਦੇ ਜਵਾਬਦੇਹੀ ਹਾਂ ਵੀ ਇਸ ਤਰ੍ਹਾਂ ਇਸ ਸਕੂਲ 'ਚ ਵਿਦਆਊਟ ਪਰਮਿਸ਼ਨ, ਵਿਦਆਊਟ ਇਸ ਤਰ੍ਹਾਂ ਇਹ ਆ ਕਿਵੇਂ ਜਾਂਦੇ ਨੇ। ਤੁਸੀਂ ਦੇਖੋ ਜਿਹੜਾ ਇਹ ਗੇਟ ਖੁੱਲ੍ਹਾ ਰਹਿੰਦਾ ਇਹ ਵੀ ਆਂਗਨਵਾੜੀ ਕਰਕੇ ਹੀ ਸਾਨੂੰ ਖੋਲ੍ਹ ਕੇ ਰੱਖਣਾ ਪੈਂਦਾ। ਜੇ ਇਹ ਨਾ ਹੋਣ, ਚਲੋ ਵੈਸੇ ਇੱਕ ਗੱਲ ਕਰ ਰਹੀ ਹਾਂ ਮੈਂ, ਤਾਂ ਸਾਡੇ ਸਕੂਲ 'ਚ ਇਸ ਤੋਂ ਵੱਧ ਵਧੀਆ ਡਿਸਿਪਲਿਨ ਹੋਵੇ, ਕਿਉਂਕਿ ਅਸੀਂ ਕਮਰੇ ਨੂੰ ਗੇਟ ਨੂੰ ਤਾਲਾ ਲਗਾ ਸਕਦੇ ਹਾਂ ਜਾਂ ਕੁੰਡੀ ਲਗਾ ਸਕਦੇ ਹਾਂ ਤਾਂ ਕਿ ਬੱਚੇ ਨਾ ਬਾਹਰ ਜਾਣਗੇ, ਨਾ ਕੋਈ ਬਾਹਰ ਤੋਂ ਅੰਦਰ ਆਏਗਾ। ਅੱਛਾ, ਵੈਸੇ ਬੱਚਾ ਕੋਈ ਭੱਜ ਵੀ ਜਾਂਦਾ ਇਦਾਂ, ਜਿੱਦਾਂ ਕਈ ਵਾਰੀ ਕਹਿੰਦੇ ਬੱਚਾ ਬੰਕ ਮਾਰ ਗਿਆ ਉਸ ਕੋਲ? ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ, ਅਸੀਂ ਅਲਾਓ ਨਹੀਂ ਕੀਤਾ ਹੋਇਆ ਕਿਉਂਕਿ ਬੱਚੇ ਛੋਟੀ ਉਮਰ ਦੇ ਨੇ। ਇਹ ਜਦੋਂ ਵੀ ਇਹਨਾਂ ਨੂੰ ਕੋਈ ਜੇ ਪ੍ਰੋਬਲਮ ਵੀ ਹੁੰਦੀ ਹੈ ਉਹ ਪੁੱਛ ਕੇ ਤਾਂ ਜਾਂਦੇ ਨੇ, ਅਸੀਂ ਇਹਨਾਂ ਨੂੰ ਇਸ ਤਰ੍ਹਾਂ ਮਨਾ ਕਰਿਆ, ਕੋਈ ਨਹੀਂ ਭੱਜ ਕੇ ਜਾਂਦਾ। ਠੀਕ ਹੈ ਜੀ, ਤੇ ਅਸੀਂ ਇੱਕ ਵਾਰੀ ਕੋਸ਼ਿਸ਼ ਕਰਦੇ ਹਾਂ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰੀਏ, ਕਿਉਂਕਿ ਬੱਚਿਆਂ ਦੀ ਸ਼ਾਇਦ ਛੁੱਟੀ ਹੋ ਗਈ ਹੈ ਹੁਣ, ਤੇ ਪੇਰੈਂਟਸ ਬਾਹਰ ਖੜੇ ਨੇ ਬੱਚਿਆਂ ਨੂੰ ਲੈਣ ਦੇ ਲਈ ਆਏ ਹੋਏ ਨੇ। ਤੁਸੀਂ ਇਸੇ ਪਿੰਡ ਦੇ ਹੋ ਜੀ? ਸਤਿ ਸ਼੍ਰੀ ਅਕਾਲ। ਤੁਹਾਡਾ ਬੱਚਾ ਇੱਥੇ ਪੜ੍ਹਦਾ ਹੈ? ਹਾਂਜੀ। ਕਿਹੜੀ ਕਲਾਸ 'ਚ? ਤੀਜੀ ਕਲਾਸ। ਤੀਜੀ ਕਲਾਸ 'ਚ। ਸਕੂਲ ਦਾ ਮਾਹੌਲ ਕਿਦਾਂ ਦਾ ਹੈ ਜੀ? स्कूल का माहौल तो जी आपने भी देखा है किस तरह का है, आपका क्या बोल रहा है आपके सामने। हाँ, टीचर कैसी हैं? टीचर ठीक है, कोई तंग तो नहीं करता? नहीं यहाँ से तो कुछ नहीं। प्रिंसिपल वगैरह नहीं यहाँ से तो कुछ सही है? टीचर की तरफ से हमारी तो कोई शिकायत नहीं आई कभी। ठीक है। कितने साल से बच्चा आपका यहाँ पे पढ़ रहा है? 3 साल से। 3 साल से? हाँ जी। ठीक है, थैंक यू। तो होर भी ਜਿਹੜੇ ਬੱਚੇ ਆਏ ਹੋਏ ਆ, ਹਾਲਾਂਕਿ ਇਹ ਜ਼ਰੂਰ ਜ਼ਿਕਰ ਕੀਤਾ ਪੇਰੈਂਟਸ ਨੇ ਕਿ ਜਿਹੜਾ ਹਾਲਤ ਹੋਈ ਹੈ, ਇਹ ਜ਼ਰੂਰ ਹੈ ਕਿ ਜਿੱਦਾਂ ਹੋਰ ਅਸੀਂ ਸਕੂਲ ਵੇਖਦੇ ਹਾਂ ਮੋਹਾਲੀ ਜ਼ਿਲ੍ਹੇ ਦੇ ਹੋਰ ਦੇਖਦੇ ਹਾਂ ਤਾਂ ਜ਼ਰੂਰ ਇਹ ਮੁਰੰਮਤ ਵਗੈਰਾ, ਇੱਕ ਪ੍ਰੋਪਰ ਲਾਇਬ੍ਰੇਰੀ, ਹੋਰ ਜਿਹੜੀਆਂ ਅਮੈਨਿਟੀਜ਼ ਨੇ
ਪ੍ਰੋਪਰ ਵਾਸ਼ਰੂਮ ਹੋਣੇ ਚਾਹੀਦੇ, ਇਹ ਜ਼ਰੂਰ ਹੋਣਾ ਚਾਹੀਦਾ ਹੈਗਾ। ਛੁੱਟੀ ਹੋ ਗਈ ਬੇਟਾ, ਕਿਹੜੀ ਕਲਾਸ 'ਚ ਪੜ੍ਹਦੇ ਹੋ? ਤੀਜੀ। ਤੁਹਾਡੇ ਪੇਰੈਂਟਸ ਆਏ ਹੋਏ ਆ ਹੈ? ਪੇਰੈਂਟਸ ਆਏ ਘਰ ਦੇ? ਯੈਸ ਨੋ, ਹਾਂਜੀ ਨਾ ਜੀ ਬੋਲਿਆ ਕਰੋ। ਸਤਿ ਸ਼੍ਰੀ ਅਕਾਲ ਜੀ। ਇਸੇ ਪਿੰਡ 'ਚ ਰਹਿੰਦੇ ਹੋ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦਾ ਤੁਹਾਡਾ ਬੱਚਾ? 3 ਤੀਜੀ 'ਚ। ਠੀਕ ਹੈ। ਕਿੱਦਾਂ ਦਾ ਮਾਹੌਲ ਹੈ ਜੀ ਸਕੂਲ ਦਾ? स्कूल का माहौल तो ठीक है जी। टीचर वगैरह ठीक पढ़ाते हैं? टीचर तो बहुत अच्छे हैं। अच्छा। मेरे बच्चे जो उनसे बहुत अच्छी मैम है। अच्छा जी। हाँ जी, उसके बगैर कोई वो कंप्लेंट नहीं आता। की नाम मैडम दा? ओका मोनिका। अच्छा जी। ते प्रिंसीपल दा किदां दा सुभाਅ है? प्रिंसीपल तो ज़्यादा बात तो नहीं आती, वैसे ठीक है सुभाਅ तो। ਅੱਛਾ ਜੀ। ਹਾਂਜੀ। ਤੇ ਇਹ ਕਹਿੰਦੇ ਕਿ ਜਿੱਦਾਂ ਹੁਣ ਇਹ ਮੁਰੰਮਤ ਵਗੈਰਾ ਹੋ ਰਹੀ ਸੀਗੀ ਕਿ ਪੰਚਾਇਤ ਵਾਲੇ ਕੱਲ੍ਹ ਪਰਸੋਂ ਆਏ ਸੀ, ਪੰਚਾਇਤ ਵਾਲੇ ਬੜਾ ਅਗੇਂਸਟ ਬੋਲ ਰਹੇ ਸੀਗੇ ਪ੍ਰਿੰਸੀਪਲ ਦੇ ਵੀ ਸਹੀ नहीं हैगी। सर देखो इसके बारे में तो हमें कुछ पता नहीं है, हम तो पिंड में रहते हैं, पर बच्चों को स्कूल में छोड़ने आते हैं बस, फिर चले जाते हैं। उसके बाद हमें ज़्यादा नहीं ना पता है। ठीक है जी। वैसे सुभाਅ ठीक है टीचरों ਦਾ? ठीक है। ਛੁੱਟੀ ਹੋਣ ਲੱਗੀ ਹੋਈ ਹੈ। ਤੇ ਕੀ ਨਾਮ ਬੇਟਾ ਤੁਹਾਡਾ? ਤੁਸੀਂ ਸਿਸਟਰ ਬ੍ਰਦਰ ਸਿਸਟਰ ਹੋ? ਹਾਂਜੀ। ਅੱਛਾ ਠੀਕ ਹੈ। ਕਿਹੜੀ ਕਲਾਸ 'ਚ ਪੜ੍ਹਦੇ ਬੇਟਾ ਤੁਸੀਂ? 4th 5th। ਅੱਛਾ ਤੁਸੀਂ ਦੋਨੋਂ ਭੈਣਾਂ ਹੋ? ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਬੇਟਾ? 5th। ਅੱਛਾ ਤੁਸੀਂ 4th। ਤੁਹਾਡਾ ਕੀ ਨਾਮ ਹੈ? ਸੁਖਜੋਤ ਕੌਰ। ਤੁਹਾਡਾ? ਮੇਰਾ ਸਹਿਦੀਪ ਸੈਣੀ। ਸਿੰਘ? ਸੈਣੀ ਆ। ਅੱਛਾ ਸਹਿਦੀਪ ਸੈਣੀ ਕਹਿ ਰਹੇ ਹੋ। ਇਸੇ ਪਿੰਡ 'ਚ ਰਹਿੰਦੇ ਬੇਟਾ? ਹਾਂਜੀ। ਠੀਕ ਹੈ। ਬੱਚੇ ਬੜੇ ਪਿਆਰੇ ਪਿਆਰੇ ਪੜ੍ਹਦੇ ਇਸ ਸਕੂਲ ਵਿੱਚ, ਜੋ ਮਰਜ਼ੀ ਹੈ। ਤੇ ਇੱਥੇ ਹੋਰ ਪੇਰੈਂਟਸ ਵੀ ਆਏ ਹੋਏ ਨੇ, ਗੱਲ ਪੇਰੈਂਟਸ ਤੋਂ ਵੀ ਕਰ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ। ਬੱਚਾ ਤੁਹਾਡਾ ਇਹ ਕਿਹੜੀ ਕਲਾਸ 'ਚ ਪੜ੍ਹਦਾ ਹੈ? LKG जी है जी। LKG। हाँ जी, आप भी पढ़ रही है 5वीं में। हाँ जी। ਬੱਚੇ ਕੋਈ ਟੀਚਰ ਵਗੈਰਾ ਕੋਈ ਤੰਗ ਕਰਦਾ ਹੈ? ਪ੍ਰਿੰਸੀਪਲ ਵਗੈਰਾ ਯੂਜ਼ ਕਰਨ ਦਿੰਦੇ ਟਾਇਲਟ ਵਗੈਰਾ? ਹਾਂਜੀ। ਵਾਸ਼ਰੂਮ ਵਗੈਰਾ ਟੀਚਰ ਮੰਨੇ ਤੇ ਨਹੀਂ ਕਰਦੇ ਵੀ ਨਹੀਂ ਯੂਜ਼ ਕਰਨਾ ਤੁਸੀਂ? ਨਹੀਂ ਮਨਾ ਨਹੀਂ ਕਰਦੇ। ਸੋ ਬੱਚੇ ਬੜੇ। ਤੁਸੀਂ ਕਿਹੜੀ ਕਲਾਸ 'ਚ ਬੇਟਾ? ਫਸਟ ਵਿੱਚ। ਕੀ ਨਾਮ ਤੁਹਾਡਾ? ਮਾਈ ਨੇਮ ਇਜ਼ ਸਰਲੀਨ। ਮਾਈ ਨੇਮ ਇਜ਼ ਸਰਲੀਨ। ਸੰਦੀਪ। ਸਰਲੀਨ ਕੌਰ। ਅੱਛਾ ਬੜਾ ਪਿਆਰਾ ਨਾਮ ਹੈ। ਤੁਸੀਂ ਮਦਰ ਹੋ ਜੀ ਇਹਨਾਂ ਦੇ? ਹਾਂਜੀ। ਇਸੇ ਪਿੰਡ ਦੇ ਹੋ ਤੁਸੀਂ? ਹਾਂਜੀ। ਅੱਛਾ ਮੈਮ ਇਹ ਦੱਸਿਓ ਵੀ ਜਿੱਦਾਂ ਨਾ ਹੁਣ ਕਾਫੀ ਅਸੀਂ ਕੱਲ੍ਹ ਪਰਸੋਂ ਆਏ ਸੀ, ਕਾਫੀ ਖੱਪ ਮਚੀ ਹੋਈ ਸੀਗੀ ਨਾ ਵੀ ਪੰਚਾਇਤ ਨੂੰ ਲੈ ਕੇ ਜਾਂ ਆਂਗਨਬਾੜੀ ਨੂੰ ਲੈ ਕੇ ਤੇ ਸਕੂਲ ਨੂੰ ਲੈ ਕੇ। ਆਂਗਨਬਾੜੀ ਵਿੱਚ ਵੀ ਗਈ ਹੈ ਬੱਚੀ ਇਹ? ਹਾਂਜੀ ਪੜ੍ਹੀ ਹੈ ਜੀ। ਇੱਥੇ ਹੀ ਪੜ੍ਹੀ ਹੈ? ਨਹੀਂ ਜੀ, ਉਹ ਤਾਂ ਅੰਦਰ ਹੈ ਜੀ, ਆਂਗਨਵਾੜੀ ਸਾਡੇ ਉੱਧਰ ਪੜ੍ਹੀ ਹੈ। ਅੱਛਾ ਇੱਕ ਹੋਰ ਹੈ? ਹਾਂਜੀ। ਅੱਛਾ ਤੇ ਕਿੱਦਾਂ ਦਾ ਮਾਹੌਲ ਹੈ ਇੱਥੇ? ਵੈਸੇ ਪੁੱਛਦਾ ਤੁਹਾਨੂੰ ਮੈਂ ਵੀ ਸਕੂਲ 'ਚ ਕੋਈ ਟੀਚਰ ਵਗੈਰਾ, ਜਿੱਦਾਂ ਮੈਂ ਕਈ ਪਹਿਲਾਂ ਵੀ ਆਇਆ ਸੀ, ਉਹ ਕਹਿੰਦੇ ਕਿ ਇੱਥੇ ਟੀਚਰ ਕਈ ਵਾਰੀ ਘੂਰਦੇ ਆ ਵੀ ਬੱਚੇ ਜੇ ਵਾਸ਼ਰੂਮ ਕਰਦੇ ਆ ਜਾਂ ਕਿੱਦਾਂ ਵੀ, ਹੈ ਨਾ? ਨਹੀਂ ਜੀ, ਬੜੇ ਚੰਗੇ ਆ ਉਰੇ ਦੇ ਟੀਚਰ ਤਾਂ, ਪ੍ਰਿੰਸੀਪਲ ਵੀ ਸਾਰੇ ਟੀਚਰ ਠੀਕ ਹੈ ਜੀ। ਇਸੇ ਪਿੰਡ ਦੇ ਹੋ ਤੁਸੀਂ? ਹਾਂਜੀ। ਪਰ ਤੁਹਾਡੀ ਪਿੰਡ ਦੀ ਪੰਚਾਇਤ ਤਾਂ ਕਹਿੰਦੀ ਹੈ ਵੀ ਇਹ ਸਹੀ ਨਹੀਂ ਹੈਗਾ, ਬਦਲੀ ਹੋਣੀ ਚਾਹੀਦੀ ਹੈ। ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਵੀ ਪ੍ਰਿੰਸੀਪਲ ਦੀ ਬਦਲੀ ਹੋਣੀ ਚਾਹੀਦੀ ਹੈ। ਸਾਡੇ ਬੱਚੇ ਪੜ੍ਹ ਰਹੇ ਆ, ਸਾਨੂੰ ਤਾਂ ਕਰਕੇ ਪਤਾ ਵੀ ਠੀਕ ਹੈ ਉਰੇ ਦੇ ਟੀਚਰ ਵੀ ਸਾਰੇ, ਪ੍ਰਿੰਸੀਪਲ ਵੀ ਵਧੀਆ ਨੇ ਜੀ। ਹਾਂਜੀ, ਹੱਦ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈਗੀ ਸਾਨੂੰ। ਅੱਛਾ ਕੁਝ ਇੱਕ ਪੇਰੈਂਟਸ ਆਏ ਸੀਗੇ ਉਸ ਦਿਨ, ਉਹ ਵੀ ਇਸੇ ਪਿੰਡ ਦੇ ਸੀਗੇ, ਉਹ ਸ਼ਿਕਾਇਤਾਂ ਕਰਦੇ ਸੀਗੇ। ਤੁਹਾਡੇ ਲਈ ਠੀਕ ਹੈ ਪਰ? ਹਾਂਜੀ। ਚਲੋ ਠੀਕ ਹੈ। ਤੇ ਕਿਹੜੀ ਕਲਾਸ 'ਚ ਬੇਟਾ? 5th ਵਿੱਚ? ਅੱਛਾ ਜੀ। ਤੇ ਇਹ ਬਾਲ ਕਿਹਨੇ ਗੁੰਦੇ ਹੋਏ? ਮੰਮੀ ਨੇ? ਅੱਛਾ ਬੜੇ ਪਿਆਰੇ। ਦੇਖੋ ਮਾਤਾ ਨੇ ਤਿਆਰ ਕਰਕੇ ਭੇਜੀ ਹੋਈ ਹੈ ਬੱਚੀ। ਮਦਰ ਜੀ ਇਹਨਾਂ ਦੇ? ਲੱਗਦੀ ਬੱਚੀ ਪੜ੍ਹਾਈ 'ਚ ਵੀ ਹੁਸ਼ਿਆਰ ਹੈ? ਹਾਂਜੀ ਹੈਗੀ ਹੈ, ਹੁਸ਼ਿਆਰ ਹੈ ਜੀ। ਤੇ ਫਸਟ ਆਉਂਦੀ ਆ? ਹਾਂਜੀ। ਸੈਕਿੰਡ ਆਈ ਸੀ ਜੀ ਹੁਣ ਤਾਂ ਜੀ। ਅੱਛਾ ਸੈਕਿੰਡ ਆਈ ਸੀ। ਕੋਈ ਨਹੀਂ, ਹੌਸਲੇ ਬੁਲੰਦ ਦਾ ਫਸਟ ਸੈਕਿੰਡ ਦਾ ਚੱਲਦਾ ਹੀ ਰਹਿੰਦਾ। ਤੇ ਬੇਟਾ ਸਕੂਲ ਬਾਰੇ ਦੱਸੋ, ਜਿੱਦਾਂ ਇੱਥੇ ਪ੍ਰਬੰਧ ਕਿੱਦਾਂ ਹੈਗੇ ਆ? ਕਲਾਸਿਸ ਠੀਕ ਲੱਗਦੀਆਂ ਨੇ? ਠੀਕ ਹੈ। ਅਸੀਂ ਠੀਕ ਪੜ੍ਹਦੇ ਆ, ਮੈਂ ਵੀ ਸਾਨੂੰ ਕੁਝ ਨਹੀਂ ਕਹਿੰਦੇ, ਐਨ ਮਜ਼ੇ ਦੀ ਗੱਲ ਪੜਾਇਆ, ਖੇਡਾਂ ਵੀ ਹੁੰਦੀਆਂ ਸਾਡੇ। ਸ਼ਰਾਰਤਾਂ ਕਰਦੇ ਆ ਤਾਂ ਵੀ ਨਹੀਂ ਕੁਝ ਕਹਿੰਦੇ? ਨਾ ਜੀ। ਹਾਂ ਥੋੜੀ ਬਹੁਤੀ ਕਰ ਲੈਂਦੇ ਆ ਪਰ ਕੁਝ ਨਹੀਂ ਕਹਿੰਦੇ। ਹਾਂ। ਅੱਛਾ ਹੈ ਜੀ ਮੈਡਮ ਦਾ ਸੁਭਾਅ ਜੀ। ਅਸੀਂ ਕੰਮ ਕਰਦੇ ਆ ਇੱਥੇ, ਨਰੇਗੇ ਦਾ ਵੀ ਕਰਦੇ ਆ ਜੀ। ਅੱਛਾ ਤੁਸੀਂ ਨਰੇਗਾ ਦਾ ਵੀ ਕੰਮ ਕਰਦੇ ਆ ਇੱਥੇ? ਹਾਂਜੀ, ਸਫਾਈ ਕਰਨ ਆਉਂਦੇ ਆ ਜੀ। ਬਹੁਤ ਅੱਛਾ ਸੁਭਾਅ ਜੀ ਮੈਡਮ ਦਾ। ਐਂ ਵੀ ਕਦੇ ਵੀ ਝਿੜਕਦੇ ਆ ਵੀ ਕੰਮ ਬਾਰੇ ਕਹਿੰਦੇ ਆ ਸਾਨੂੰ। ਵੈਸੇ ਅੱਛਾ ਜੀ, ਸਾਨੂੰ ਤਾਂ ਬਹੁਤ ਅੱਛਾ ਲੱਗਦਾ ਮੈਡਮ ਦਾ ਸੁਭਾਅ। ਕੁਝ ਲੋਕੀ ਤਾਂ ਇਹ ਕਹਿੰਦੇ ਆ ਇੱਥੇ ਇਸੇ ਪਿੰਡ, ਤੁਸੀਂ ਇਸੇ ਪਿੰਡ ਦੇ ਹੋ? ਹਾਂਜੀ ਅਸੀਂ ਪਿੰਡ ਦੇ ਆ ਜੀ। ਤੇ ਤੁਹਾਡੇ ਪਿੰਡ ਦੇ ਕਈ ਲੋਕੀ ਕਹਿੰਦੇ ਵੀ ਤੁਹਾਨੂੰ ਪਤਾ ਹੀ ਹੈ ਜੀ, ਫਿਰ ਇਹ ਤਾਂ ਦੋ ਗੱਲਾਂ ਤਾਂ ਕਰਦੇ ਹੀ ਆ ਜੀ ਪਿੰਡ ਦੇ। ਨਾ ਉਹ ਦੇਖ ਕੇ ਜਾਂਦੇ ਆ, ਨਾ ਉਹ ਦੇਖ ਕੇ ਜਾਂਦੇ ਆ ਜੀ। ਹਾਂ। ਅੱਛਾ ਇਹ ਜਿਹੜੇ ਕੰਸਟਰਕਸ਼ਨ ਹੋਈ ਹੈ ਇਹ ਹੁਣੇ ਹੋਈ ਹੈ ਜੀ? ਪਹਿਲਾਂ ਉਹ ਕਮਰਾ ਜਿਹੜਾ ਇੱਕ ਆਂਗਨਵਾੜੀ ਵਾਲਾ ਕਮਰਾ ਹੈਗਾ
ਹਨਾ, ਜਿਹਦੀ ਹੁਣ ਕਾਫੀ ਖਸਤਾ ਹਾਲਤ ਹੋਈ, ਪਹਿਲਾਂ ਠੀਕ ਸੀਗਾ ਉਹ? ਹਾਂਜੀ ਪਹਿਲਾਂ ਠੀਕ ਤਾਂ ਜੀ, ਹੁਣ ਹੋਇਆ ਜੀ ਇਹ ਤਾਂ ਇਹਨਾਂ ਨਾਲ ਕਰੇ ਉੱਚੇ ਚੱਕੇ ਆ ਨਾ, ਇਹਨਾਂ ਨੇ ਤਾਂ ਕਰਕੇ ਹੋਇਆ ਜੀ। ਪਹਿਲਾਂ ਅਸੀਂ ਸਫਾਈ ਸਾਰੀ ਕਰਕੇ ਗਏ ਆ ਕਮਰਿਆਂ ਦੀ, ਉੱਤੋਂ ਵੀ ਕਰਕੇ ਗਏ ਆ ਜੀ। ਅੱਛਾ ਜਦ ਵਧੀਆ ਦਾ ਜੀ ਕਮਰਾ। ਅੱਛਾ, ਤੇ ਫਿਰ ਉਹਨੂੰ ਜਿੱਦਾਂ ਹੁਣ ਇਹਨੂੰ ਉੱਚਾ ਚੁੱਕਤਾ, ਉਹਨੂੰ ਵੀ ਚੁੱਕ ਸਕਦੇ ਸੀਗੇ? ਇਹ ਤਾਂ ਜੀ ਸਾਨੂੰ ਪਤਾ ਨਹੀਂ ਜੀ, ਇਹ ਤਾਂ ਸਾਨੂੰ ਹੁਣ ਹੀ ਪਤਾ ਲੱਗਿਆ ਜੀ ਵੀ ਉਹ ਕਮਰਾ ਚੱਕਿਆ ਨਹੀਂ ਗਿਆ। ਅੱਛਾ, ਪਾਣੀ ਵਗੈਰਾ ਖੜਦਾ ਸੀਗਾ ਉੱਥੇ? ਹਾਂਜੀ ਬਹੁਤ ਪਾਣੀ ਖੜਦਾ, ਡੂੰਘੇ ਤਾਂ ਪਏ ਤੇ ਸਾਰੇ ਕਮਰੇ, ਹੁਣ ਉੱਚੇ ਹੋ ਗਏ ਨਾ ਜੀ। ਹਾਂ ਤਾਂ ਨਹੀਂ, ਉਹ ਆਂਗਨਵਾੜੀ ਵਾਲਾ ਕਮਰਾ ਉੱਥੇ ਹੀ ਪਾਣੀ ਖੜਦਾ ਸੀ? ਉਹਦਾ ਅਸੀਂ ਦੇਖਿਆ ਨਹੀਂ ਜੀ, ਇਹ ਕਮਰੇ ਜ਼ਿਆਦਾ ਡੂੰਘੇ ਸੀ ਜੀ, ਇਹਨਾਂ ਦੀ ਕਲਾਸਾਂ ਵਾਲੇ। ਅੱਛਾ ਹਾਂਜੀ। ਠੀਕ ਹੈ ਠੀਕ ਹੈ ਠੀਕ ਹੈ। ਤੁਸੀਂ ਕਦੋਂ ਤੋਂ ਇੱਥੇ ਕੰਮ ਕਰ ਰਹੇ ਹੋ, ਜਿੱਦਾਂ ਜਿਹਦੇ ਮਨਰੇਗਾ ਦੇ ਤੌਰ ਦੇ ਉੱਤੇ ਤੁਸੀਂ ਆਉਂਦੇ ਉਹ ਵੀ? ਵੀ ਅਸੀਂ ਸਾਨੂੰ 4-5 ਸਾਲ ਹੋ ਗਏ ਕੰਮ ਕਰਦਿਆਂ ਨੂੰ ਇੱਥੇ। ਅੱਛਾ ਹਾਂਜੀ, ਠੀਕ। ਸਫਾਈ ਕਰਕੇ ਜਾਂਦੇ ਅਸੀਂ, ਬਹੁਤ ਵਧੀਆ। ਠੀਕ ਹੈ ਜੀ। ਠੀਕ ਹੈ। ਹਾਂਜੀ। ਅੱਛਾ ਬੇਟਾ, ਮੈਨੂੰ ਇੱਕ ਗੱਲ ਦੱਸੋ, ਜਿੱਦਾਂ ਹੁਣ ਤੁਹਾਡੀ ਮਦਰ ਇੱਥੇ ਆਂਦੇ ਵੀ ਹੈਗੇ ਆ ਹਨਾ, ਤੁਸੀਂ ਬੜਾ ਪਿਆਰਾ ਪਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ, ਕੋਈ ਬੱਚਾ ਤੈਨੂੰ ਤੰਗ ਤਾਂ ਨਹੀਂ ਕਰਦਾ ਵੀ ਇਦਾਂ ਚੜਾਉਂਦਾ ਤਾਂ ਨਹੀਂ ਹੈਗਾ ਵੀ ਤੇਰੇ ਮਦਰ ਇੱਥੇ ਆ ਕੇ ਕੰਮ ਵੀ ਕਰਦੇ ਆ? ਨਾ ਜੀ। ਹਾਂ, ਜੇ ਕੋਈ ਕਹੇ ਤਾਂ ਫਿਰ ਕੀ ਕਹੂਗੀ? ਮੈਂ ਕੁਝ ਨਹੀਂ ਕਹਿੰਦੀ, ਮੈਂ ਸਿੱਧਾ ਮੈਮ ਨੂੰ ਕਹਿੰਦੀ, ਮੈਮ ਤਾਂ ਕਹਿੰਦੇ ਆ ਉਹਨਾਂ ਨੂੰ। ਅੱਛਾ। ਮੈਂ ਕੁਝ ਨਹੀਂ ਕਹਿੰਦੀ। ਠੀਕ ਹੈ ਠੀਕ ਹੈ। ਮੇਰੇ ਵੱਲੋਂ ਬਹੁਤ ਤੈਨੂੰ ਬੈਸਟ ਆਫ ਲੱਕ ਬੇਟਾ, ਤੂੰ ਬਹੁਤ ਅੱਗੇ ਤਰੱਕੀਆਂ ਕਰੇ ਤੇ ਪੜ੍ਹਾਈ ਦੇ ਵਿੱਚ ਤੂੰ ਅੱਗੇ ਹੋਰ ਅਵਲ ਨੰਬਰ ਲਵੇਂ, ਹੈ ਨਾ। ਬਹੁਤ ਪਿਆਰੀ ਬੱਚੀ ਹੈ। ਤੇ ਹੋਰ ਵੀ ਪੇਰੈਂਟਸ ਆਏ ਹੋਏ। ਮਿਤਾਲੀ ਨਾਂ ਹੈ ਬੱਚੀ ਦਾ ਨਾ, ਮੈਂ ਉਸ ਦਿਨ ਆਇਆ ਸੀਗਾ, ਮੈਨੂੰ ਚੇਤਾ ਹੈ। ਕੈਸੇ ਬੇਟਾ? ਠੀਕ ਹੋ? ਛੁੱਟੀ ਹੋ ਗਈ ਹੈ ਹੁਣ? ਨਹੀਂ। ਅੱਛਾ, ਛੁੱਟੀ ਹੋਈ ਨਹੀਂ ਹਲੇ। ਅੱਛਾ, ਤੁਸੀਂ ਹੁਣ ਛੁੱਟੀ ਹੋਣ ਵਾਲੀ ਹੋਣੀ ਹੈ? ਅੱਛਾ ਜੀ। ਤੇ ਤੁਸੀਂ ਦਾਦੀ ਜੀ ਉਹਨਾਂ ਦੇ? अच्छा, ਤੁਸੀਂ ऐसे पिंड च रह रहे हो? हाँ जी, इधर ही रह रहे हैं। अच्छा, मैं पटियाले रहते थे, हमारा मकान है। अच्छा, इधर ही रह रहे हैं। अच्छा, इसके पापा जॉब वगैरह करते होंगे यहाँ पे? हाँ जी, नजदीक है। इसकी मम्मी भी जॉब करती है। अच्छा, तो इस वजह से यहाँ पे शिफ्ट हो गए? ये शिफ्ट हो गए, हमें अच्छा लगा ये इस स्कूल में कब से आ रही है बच्ची? साल दूसरा साल लगने वाला है। दूसरा साल है? अच्छा, तो कैसा माहौल है? नहीं, ठीक माहौल है। मैडम भी अच्छी है, सुनती हैं, बहुत अच्छी है। अच्छा, एक यहाँ पे एक आंटी जी आए थे कल परसों, वो तो कहते थे कि बच्चे हैं तो उनको मैडम तंग करते हैं, टॉयलेट भी नहीं यूज़ करने देते। नहीं, ऐसी बात नहीं। सही है। हाँ जी। ਚਲੋ, ਤੇ ਅਸੀਂ ਵਿਊਜ਼ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ, ਕਿਉਂਕਿ ਕਹਿੰਦੇ ਵੀ ਹੁੰਦੇ ਆ ਵੀ ਜਿੰਨੀ ਨਜ਼ਰਾਂ ਹੁੰਦੀਆਂ ਉਹਨਾਂ ਨਜ਼ਰੀਆ ਹੁੰਦਾ, ਤਾਂ ਕੀ ਕੁਝ ਹਾਲਾਤ ਨੇ। ਤੋ ਟਰੈਕਟਰ ਵੀ ਆ ਗਿਆ ਤੇ ਰੇਤੇ ਦਾ ਭਰਿਆ ਹੋਇਆ ਟਰੈਕਟਰ ਹੈ, ਕੰਸਟਰਕਸ਼ਨ ਚੱਲ ਰਹੀ ਹੈ ਲਗਾਤਾਰ, ਤੇ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਧਰ ਹੋਰ ਵੀ ਹੈਗੇ ਸ਼ਾਇਦ। ਤੁਸੀਂ ਪੇਰੈਂਟਸ ਹੋ ਜੀ ਕਿਸੇ ਦੇ? ਕੀ ਕਰਦੇ ਆ? ਖਾਣਾ ਬਣਾਉਂਦੇ ਆ ਜੀ, ਖਾਣਾ ਬਣਾਉਂਦੇ ਆ। ਅੱਛਾ, ਖਾਣਾ ਬਣਾਉਂਦੇ ਆ। ਹਾਂਜੀ, ਖਾਣਾ ਬਣਾਉਂਦੇ ਆ। ਅੱਛਾ, ਖਾਣੇ ਦਾ ਕਿੱਦਾਂ ਸਿਸਟਮ ਚੱਲਦਾ? ਜਿੱਦਾਂ ਇਹ ਅੰਦਰ ਰਾਸ਼ਨ ਵਗੈਰਾ ਪਿਆ ਜੀ? ਹਾਂਜੀ, ਰਾਸ਼ਨ ਆ ਜੀ। ਰਾਸ਼ਨ ਫਿਰ ਗਵਰਨਮੈਂਟ ਵੱਲੋਂ ਇਕੱਠਾ ਆ ਜਾਂਦਾ ਹੋਣਾ? ਹਾਂਜੀ, ਇਕੱਠਾ ਆਂਦਾ ਜੀ। ਮਹੀਨੇ ਦਾ ਇਕੱਠਾ ਆ ਜਾਂਦਾ ਜੀ? ਮਹੀਨੇ ਦਾ ਆਂਦਾ ਜੀ ਇਕੱਠਾ। ਅੱਛਾ, ਹਾਂਜੀ, ਠੀਕ ਹੈ। ਤੇ ਫਿਰ ਸਾਰਾ ਤੁਸੀਂ ਤਿਆਰ ਤੁਸੀਂ ਕਰਦੇ? ਹਾਂਜੀ, ਅਸੀਂ ਕਰਦੇ ਹਾਂ। 3 ਜਣੀਆਂ ਜੀ ਅਸੀਂ। ਅੱਛਾ, 3 ਜਣੀਆਂ। ਬਿਮਾਰ ਹੋ ਰਹੀ ਹੈ ਜੀ। ਆਹੋ, 4 ਹੋ ਗਈਆਂ ਜੀ ਤਾਂ। ਅੱਛਾ, 4 ਨੇ ਟੋਟਲ, 4 ਰੱਖੇ ਹੋਏ ਆ। ਹਾਂਜੀ, ਠੀਕ ਹੈ ਠੀਕ ਹੈ। ਅੱਛਾ, ਮੈਨੂੰ ਇਹ ਦੱਸੋ ਹੁਣ ਤਾਂ ਮੈਂ ਚਲੋ ਤੁਹਾਨੂੰ ਥੋੜਾ ਜਿਹਾ ਸਾਈਡ 'ਚ ਪੁੱਛ ਰਿਹਾ, ਤੇ ਸੁਭਾਅ ਕਿਦਾਂ ਦਾ ਹੈਗਾ? ਟੀਚਰਸ ਦਾ ਕੋਈ ਤੰਗ ਤੇ ਨਹੀਂ ਕਰਦਾ? ਜੀ ਸਾਰੇ ਮੈਡਮਾਂ ਦਾ ਸੁਭਾਅ 10 ਸਾਲ ਹੋ ਗਏ ਜੀ ਸਾਨੂੰ ਤਾਂ ਲੱਗਿਆ ਨੂੰ ਸਰ। ਅੱਛਾ, ਹਾਂਜੀ, ਕਦੇ ਕਿਸੇ ਨਾਲ ਲੜੇ ਨਹੀਂ, ਬੋਲੇ ਨਹੀਂ ਜੀ। ਮੈਡਮ ਬਹੁਤ ਅੱਛੇ ਹੈ ਜੀ। ਮੈਡਮ ਅੱਛਾ, ਕਾਸੇ ਪਿੱਛਾ ਨਹੀਂ ਜੀ, ਮੈਨੂੰ ਕਦੇ ਵੀ ਕਿਹਾ। ਕਦੇ ਕਿਸੇ ਗੱਲ ਲੜੇ ਨਹੀਂ ਜੀ ਮੈਡਮ। ਅੱਜ ਤੱਕ ਉੱਚੀ ਆਵਾਜ਼ ਮੈਂ ਗੱਲ ਵੀ ਨਹੀਂ ਕਰੀ ਜੀ। ਇੱਥੇ ਪੇਰੈਂਟਸ ਸਾਰੇ ਸੀਗੇ, ਕਹਿੰਦੇ ਕਿ ਪੰਚਾਇਤ ਵਾਲੇ ਵੀ ਕਹਿੰਦੇ ਸੀ, ਕਹਿੰਦੇ ਸਾਡੀ ਗੱਲ ਨਹੀਂ ਸੁਣੀ। ਉਹ ਪੇਰੈਂਟਸ ਵੀ ਆਏ ਸੀ, ਕਹਿੰਦੇ ਵੀ ਜੀ ਮੈਡਮ ਕੀ ਹੈ, ਉਹ ਤੀ ਮੀਟਿੰਗ ਤੇ ਜੀ। ਉਸ ਦਿਨ ਮੈਡਮ की मीटिंग थी जी, परसों जी मीटिंग थी जी। सानू भी कह के गई है मैडम भी मीटिंग है मेरी, जल्दी जाना जी। मोहाली मीटिंग थी जी मैडम की उस दिन, परसों जिस पहला हुई है जी। अच्छा, उस दिन जी मीटिंग थी मैडम की सब। चलो ठीक है जी। ਤੇ ਅੰਦਰ ਤੁਸੀਂ ਦੇਖੋ ਵੀ, ਅੰਦਰ ਦੇਖ ਲਈ ਇੱਕ ਵਾਰੀ? हाँ जी, देखो। ਅੱਛਾ, ਅੰਦਰ ਟਾਈਲਸ ਵਗੈਰਾ ਵੀ ਲਗਾਈਆਂ ਹੋਈਆਂ ਹੈ? सारी साफ सफाई है, देखो सर। ਅੱਛਾ, ਵਧੀਆ ਸਫਾਈ ਕੀਤੀ ਹੋਈ ਹੈ। ਆਈ ਐਪਰੀਸ਼ੀਏਟ, ਬਹੁਤ ਵਧੀਆ ਜੀ, ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ। ਤੇ ਅੱਗੇ ਚੱਲਦੇ ਹਾਂ ਜੀ, ਗੱਲਬਾਤ ਕਰਦੇ ਹਾਂ। ਤਾਂ ਇਸ ਵੇਲੇ ਤੁਸੀਂ ਵੇਖ ਰਹੇ ਹੋ ਜਿਹੜੇ ਬੱਚੇ ਨੇ, ਉਹਨਾਂ ਦੀ ਹੁਣ ਛੁੱਟੀ ਹੋ ਰਹੀ ਹੈ। ਛੁੱਟੀ ਹੋ ਗਈ? ਤੇਰੀ ਖੁਸ਼ੀ ਨਹੀਂ ਜ਼ਾਹਰ ਹੋ ਰਹੀ? ਬੱਚਿਆਂ ਨੂੰ ਤਾਂ ਛੁੱਟੀ ਵੇਲੇ ਖੁਸ਼ ਹੋਣਾ ਚਾਹੀਦਾ। ਇੱਧਰ ਆ, ਨਾ ਕੀ ਇੱਧਰ ਆ? ਮਨਿੰਦਰ ਸਿੰਘ। ਮਨਿੰਦਰ ਸਿੰਘ, ਕਿਹੜੇ ਮੈਡਮ ਕੁੱਟਦੇ ਆ ਸਭ ਤੋਂ ਜ਼ਿਆਦਾ? ਕੋਈ ਨਹੀਂ ਜੀ, ਅੱਛੇ ਪੜ੍ਹਾਉਂਦੇ ਆ ਜੀ। ਤੂੰ ਪੜ੍ਹਦਾ? ਉਹ ਤਾਂ ਅੱਛਾ ਪੜ੍ਹਾਉਂਦੇ ਆ। ਹਾਂਜੀ, ਪੜ੍ਹਦਾ ਹਾਂ ਜੀ। ਪੱਕੀ ਗੱਲ ਹੈ? ਹਾਂਜੀ। ਕਿੰਨੇ ਨੰਬਰ ਆਉਂਦੇ ਪੇਪਰਾਂ 'ਚ? ਜੀ ਕੀ ਵਾਰ ਤੋਂ ਜੀ 82 ਆਏ ਤੇ ਜੀ ਸੁਆਮਾ ਦੇ। ਪੱਕੀ ਗੱਲ ਹੈ? ਪੁੱਛ ਲਾਂ? ਪੁੱਛ ਲਓ ਜੀ। ਚਲ ਜਾ। ਬੱਚੇ ਬੜੇ ਪਿਆਰੇ ਲੱਗਦੇ ਆ ਜੀ, ਸਾਨੂੰ ਆਪਣੇ ਦਿਨ ਯਾਦ ਆ ਜਾਂਦੇ ਆ। ਤੇ ਕਹਿੰਦੇ ਕਿ ਸਭ ਤੋਂ ਮਹਿੰਗੀ ਹੁੰਦੀ ਹੈ ਮਾਸੂਮੀਅਤ। ਸੋਹਣੇ ਤਾਂ ਉਂਝ ਲੋਕ ਬਥੇਰੀ ਹੁੰਦੇ ਨੇ, ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਹੀ ਰਹਿ ਜਾਈਏ।
ਇਹ ਦੁਨੀਆ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ। ਧੰਨਵਾਦ ਬਾਏ ਬੇੜਾ, ਗੱਲ ਕਰ ਲਓ। ਤੁਸੀਂ ਇੱਕ ਇਹ ਵੀ ਤਾਂ ਦੇਖਣਾ ਸੀਗਾ ਵੀ ਮੈਂ ਉਸ ਦਿਨ ਮੀਟਿੰਗ 'ਚ ਗਈ ਸੀ। ਅੱਛਾ, ਉਹ ਵੀ ਤੁਹਾਡੇ ਕੋਲ ਪ੍ਰੂਫ ਹੈਗਾ ਇਹ? ਹਾਂਜੀ ਅੱਛਾ, ਇਹ ਡੇਟ ਪਾਈ ਹੋਈ ਹੈ ਇਹ? ਹਾਂਜੀ ਹਾਂਜੀ। ਤੁਸੀਂ ਮੋਹਾਲੀ ਦੱਸਿਆ ਸੀ ਤੁਸੀਂ? ਹਾਂਜੀ ਹਾਂਜੀ, ਡੀਸੀ ਆਫਿਸ ਤੁਸੀਂ ਦੇਖ ਸਕਦੇ ਹੋ। ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ। ਸੋ ਇਹ ਲਿਖਿਆ ਹੋਇਆ ਜੀ 12 ਤਰੀਕ ਨੂੰ, 12 ਤਰੀਕ ਹੈ ਜੀ ਇਹ, 12 ਤਰੀਕ ਨੂੰ ਤੁਹਾਨੂੰ ਮਿਲਿਆ, ਰਿਸੀਵ ਹੋਇਆ? 13 ਤਰੀਕ ਨੂੰ ਨਹੀਂ, 12 ਨੂੰ ਰਿਸੀਵ ਹੋਇਆ। 12 ਲਿਖੀ ਹੋਈ ਨਾ, 12 ਨੂੰ ਰਿਸੀਵ ਹੋਇਆ ਹੋਣਾ ਤੁਹਾਨੂੰ। ਮਿਤੀ 13/9/2023 ਨੂੰ, ਸਮਾਂ ਸਵੇਰੇ 12 ਵਜੇ ਤੋਂ 2 ਵਜੇ ਦੁਪਹਿਰ ਤੱਕ ਟ੍ਰੇਨਿੰਗ ਦਿੱਤੀ ਜਾਣੀ ਹੈ, ਜਿਸ ਵਿੱਚ 29 ਅਨੁਸਾਰ ਸਕੂਲਾਂ ਦੇ ਮਾਈਂਡ ਸਪਾਰਕ ਇੰਚਾਰਜ ਅਤੇ ਸੈਂਟਰ ਹੈੱਡ ਟੀਚਰ ਸ਼ਾਮਿਲ ਹੋਣਾ ਯਕੀਨੀ ਬਣਾਉਣਗੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਇਹ ਇਸ਼ੂ ਹੋਈ ਸੀਗੀ। ਸੋ ਇਹ ਜਿਹੜੀ ਸੀਗੀ ਲੈਟਰ ਸੀਗੀ, ਜਦੋਂ ਮੈਮ ਚਲੇ ਗਏ ਅਸੀਂ ਗੱਡੀ ਵੀ ਵਿਖਾਈ ਸੀਗੀ ਮੈਮ ਦੀ। ਸੋ ਇਸ ਟ੍ਰੇਨਿੰਗ ਦੇ ਵਿੱਚ ਜਾ ਰਹੇ ਸੀਗੇ ਤੁਸੀਂ ਉਸ ਵੇਲੇ। ਇੱਥੇ ਲਾਇਬ੍ਰੇਰੀ ਮਿਲ ਸਕਦੀ ਹੈ, ਸਾਰਾ ਇੰਤਜ਼ਾਮ ਹੋ ਸਕਦਾ, ਵਾਸ਼ਰੂਮ ਵੀ ਡਬਲ ਹੋ ਸਕਦੇ ਜਿਹਦੇ ਵਿੱਚ ਉਹ ਵੀ ਯੂਜ਼ ਕਰੀ ਜਾਂ ਤੁਸੀਂ ਵੀ ਯੂਜ਼ ਕਰੀ ਜਾਓ, ਜਾਂ ਕਿਤੇ ਹੋਰ ਪ੍ਰਬੰਧ ਹੋ ਸਕਦਾ। ਕੀ ਲੱਗਦਾ ਵੀ ਘਾਟ ਕਿੱਥੇ ਅਟਕਦੀ ਹੈ? ਵੀ ਜੇ ਪੋਲੀਟੀਸ਼ੀਅਨ ਦੀ ਅਸੀਂ ਗੱਲ ਕਰੀਏ, ਉਹਨਾਂ ਦੀ ਆਪਣੀ ਪੈਨਸ਼ਨਾਂ ਇੰਨੀਆਂ ਹੁੰਦੀਆਂ, ਅਲਾਉੈਂਸ ਉਹਨਾਂ ਨੂੰ ਇੰਨੇ ਮਿਲਦੇ ਆ, ਪੈਟਰੋਲ ਦਾ ਖਰਚਾ ਇੰਨਾ ਮਿਲਦਾ ਹੈਗਾ, ਕੋਠੀ ਦਾ ਖਰਚਾ ਮਿਲਦਾ, ਸਾਰਾ ਕੁਝ ਮਿਲਦਾ, ਵੋਟਾਂ ਜਨਤਾ ਤੋਂ ਲੈਂਦੇ ਆ ਤੇ ਜਨਤਾ ਦਾ ਬੁਰਾ ਹਾਲ ਹੈ ਤੇ ਆਪ ਉਹ ਸਾਰਾ ਕੁਝ ਇੰਜੋਏ ਕਰਦੇ ਆ। ਤਾਂ ਇਹ ਨਹੀਂ ਲੱਗਦਾ ਤੁਹਾਨੂੰ ਵੀ ਇਹ ਘਾਟ ਗਵਰਨਮੈਂਟ ਦੇ ਵਿੱਚ ਹੈਗੇ? ਤੁਹਾਡਾ ਕਲੇਸ਼ ਹੀ ਨਾ ਪਵੇ, ਤੁਸੀਂ ਜਿੱਦੋ ਜਿੱਦੀ ਹੋ ਰਹੇ ਹੋ, ਸਾਰਾ ਪਿੰਡ ਤੁਹਾਡੇ ਖਿਲਾਫ ਬੋਲ ਰਿਹਾ ਹੈ, ਤੁਸੀਂ ਵੀ ਹੈ ਨਾ ਆਪਣੀ ਸਫਾਈ ਦੇਣ ਦੇ ਵਿੱਚ ਲੱਗੇ ਹੋਏ ਹੋ। ਇਹ ਕਲੇਸ਼ ਕਾਟੋ ਕਲੇਸ਼ ਪਏ ਨਾ, ਤੁਹਾਡਾ ਧਿਆਨ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਹੀ ਹੋਵੇ, ਉਹਨਾਂ ਦਾ ਧਿਆਨ ਜਿਹੜਾ ਸਰਪੰਚੀ ਦੇ ਵਿੱਚ ਹੀ ਹੋਵੇ, ਪ੍ਰੋਪਰ ਪਿੰਡ ਦਾ ਵਿਕਾਸ ਕਿੱਦਾਂ ਕਰਨਾ? ਨਹੀਂ ਜੀ, ਦੇਖੋ ਗਵਰਨਮੈਂਟ ਨੇ ਇੱਕ ਸਕੂਲ ਤਾਂ ਦੇਖਣਾ ਨਹੀਂ, ਗਵਰਨਮੈਂਟ ਦੇ ਅੰਡਰ ਬਹੁਤ ਸਕੂਲ ਹੈ ਜਿਹੜਾ ਕਿ ਉਹਨਾਂ ਨੇ ਥੋੜਾ ਕਰਕੇ ਪੈਸਾ ਡਿਵਾਈਡ ਕਰਨਾ ਹੁੰਦਾ ਹੈ। ਇੱਕ ਤਰ੍ਹਾਂ ਦੀ ਗ੍ਰਾਂਟ ਰਿਲੀਜ਼ ਕਰਦੇ ਆ, ਉਹ ਸਾਰੇ ਕਿਤੇ ਜਾਂਦੀ ਹੈ, ਫਿਰ ਨੈਕਸਟ ਜਿਹੜੇ ਸਕੂਲ ਡਿਮਾਂਡ ਕਰਦੇ ਨੇ ਉਹਦੇ ਮੁਤਾਬਕ ਉਹ ਆਉਂਦੀ ਰਹਿੰਦੀ ਹੈ ਗ੍ਰਾਂਟ, ਤੇ ਉਹਦੇ ਮੁਤਾਬਕ ਕੰਮ ਹੁੰਦਾ ਰਹਿੰਦਾ ਹੈ। ਹਰ ਇੱਕ ਕੰਮ ਨੂੰ ਟਾਈਮ ਤਾਂ ਲੱਗਦਾ ਹੀ ਹੈ ਜੀ। ਮੈਂ ਇਹ ਵੈਸੇ ਗੱਲ ਕਰ ਰਿਹਾ, ਬਾਕੀ ਇੰਨਾ ਔਖਾ ਕੰਮ ਹੈ ਇਹ? ਔਖਾ ਕੰਮ ਹੈ ਕਿਉਂਕਿ ਪੋਲੀਟੀਸ਼ੀਅਨ ਤਾਂ ਹੈਲੀਕਾਪਟਰ ਲਈ ਫਿਰਦੇ ਆ। ਨਹੀਂ ਜੀ, ਇਹ ਔਖਾ ਕੰਮ ਹੈ ਕਿਉਂਕਿ ਬਹੁਤ ਜ਼ਿਆਦਾ ਸਕੂਲ ਹੈ, ਇੰਨੀ ਫੰਡਿੰਗ ਨਹੀਂ ਹੁੰਦੀ। ਗਵਰਨਮੈਂਟ ਬਹੁਤ ਉਪਰਾਲੇ ਕਰ ਰਹੀ ਹੈ। ਮੈਮ ਜਦੋਂ ਵੈਸੇ ਗੱਲ ਕਰਾਂ, ਫੰਡਿੰਗ ਤਾਂ ਜਦੋਂ ਵੱਡੇ ਈਵੈਂਟ ਕਰਨੇ ਹੁੰਦੇ ਆ, ਹੈ ਨਾ, ਹੁਣ ਮੈਂ ਕਹੂੰਗਾ ਸਹੁੰ ਚੁੱਕ ਸਮਾਗਮ ਵੀ ਹੋਇਆ ਸੀ, ਕਿੰਨੇ ਕਰੋੜ ਰੁਪਏ ਉੱਤੇ ਖਰਚ ਹੋ ਗਏ, ਸਾਰੀ ਸੜਕਾਂ ਦੇ ਉੱਤੇ ਬੋਰਡ ਲੱਗੇ ਹੁੰਦੇ ਆ, ਕਰੋੜਾਂ ਰੁਪਏ ਇੱਕ ਮਹੀਨੇ ਦਾ ਖਰਚਾ ਹੈ ਐਡਵਰਟੀਜ਼ਮੈਂਟ ਦਾ। ਉੱਥੇ ਨਹੀਂ ਫੰਡਿੰਗ, ਉੱਥੇ ਤਾਂ ਫੰਡਿੰਗ ਹੁੰਦੀ ਹੈ। ਬੱਚਿਆਂ ਵਾਸਤੇ ਫੰਡਿੰਗ ਕਿਉਂ ਜਿਹੜੇ ਹੱਥ ਘੁੱਟ ਲਏ ਜਾਂਦੇ ਆ? ਸਰ ਉਸ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ, ਉਹ ਉਹਨਾਂ ਦਾ ਡਿਪਾਰਟਮੈਂਟ ਹੈ। ਸਾਨੂੰ ਆਪਣੇ ਤੱਕ ਮਤਲਬ ਹੈ ਵੀ ਸਾਨੂੰ ਗਵਰਨਮੈਂਟ ਰਿਲੀਜ਼ ਕਰ ਰਹੀ ਹੈ ਫੰਡ ਕਿ ਨਹੀਂ ਕਰ ਰਹੀ, ਉਹ ਉਹਨਾਂ ਨੇ ਦੇਖਣਾ ਹੈ ਵੀ ਅਸੀਂ ਕਿੱਥੇ ਯੂਜ਼ ਕਰਨਾ ਹੈ, ਕਿਵੇਂ ਕਰਨਾ ਹੈ। ਅਸੀਂ ਤਾਂ ਗਵਰਨਮੈਂਟ ਇੰਪਲੋਈ ਹਾਂ, ਅਸੀਂ ਤਾਂ ਆਪਣੇ ਸਕੂਲ ਤੱਕ ਸੀਮਤ ਹਾਂ, ਅਸੀਂ ਆਪਣਾ ਸਕੂਲ ਦਾ ਹੀ ਦੇਖਣਾ ਵੀ ਸਾਨੂੰ ਗਵਰਨਮੈਂਟ ਦੇ ਰਹੀ ਹੈ ਕਿ ਨਹੀਂ ਦੇ ਰਹੀ। ਠੀਕ ਹੈ ਜੀ। ਤੇ ਅਸੀਂ ਇੱਕ ਹੋਰ ਜਿਹੜਾ ਜ਼ਿਕਰ ਕਰਨਾ ਬਣਦਾ ਇੱਥੇ, ਉਹ ਪਿਛਲੀ ਜਿਹੜੀ ਵੀਡੀਓ ਹੈਗੀ ਆ ਉਹ 'ਚ ਮੈਮ ਬੜਾ ਕੌਨਫੀਡੈਂਟਲੀ ਕਹਿ ਰਹੇ ਸੀਗੇ, ਨਾਲ ਇੱਥੇ ਮੈਮ ਤੁਸੀਂ ਪਲੀਜ਼ ਆਇਓ। ਤੇ ਇਹਨਾਂ ਨੂੰ ਸਵਾਲ ਕੀਤਾ ਗਿਆ ਸੀਗਾ ਕਿ ਜਦੋਂ ਇਹ ਸਕੂਲ ਦੇ ਵਿੱਚ ਆਂਗਨਵਾੜੀ ਵਾਲਾ ਜਿਹੜਾ ਪੋਰਸ਼ਨ ਹੈ ਉਹ ਅਲੋਟ ਕੀਤਾ ਸੀਗਾ, ਤੇ ਕੀ ਤੁਹਾਡੇ ਕੋਲ ਕੋਈ ਲਿਖਤੀ ਪ੍ਰੂਫ ਸੀਗਾ ਕਿ ਸਿਰਫ 2 ਮਹੀਨੇ ਵਾਸਤੇ ਹੀ ਇਹ ਐਲੋਕੇਸ਼ਨ ਹੋਈ ਸੀ? ਇਹ ਸ਼ਾਇਦ ਤੁਹਾਨੂੰ ਸਵਾਲ ਕੀਤਾ ਸੀਗਾ ਉਹਨਾਂ ਨੇ। ਹਾਂਜੀ, ਕੋਈ ਲਿਖਤੀ ਪ੍ਰੂਫ ਨਹੀਂ ਸੀ, ਪਰ ਸਾਨੂੰ ਮੈਡਮ ਨੇ ਹੀ ਦੱਸਿਆ ਸੀਗਾ। ਸਾਡੇ ਕੋਲ ਆਪਣੇ ਕੋਲ ਤਾਂ ਕੁਝ ਵੀ ਨਹੀਂ ਸੀਗਾ, ਕਿ ਮੈਂ ਤਾਂ 2016 ਚ ਆਈ ਹਾਂ ਨਾ। ਇਹ ਸਾਰਾ ਸਟਾਫ ਨਵਾਂ ਹੈ ਜੀ, ਇਹ ਸਾਰੇ ਸਟਾਫ ਨੂੰ 2-2 ਸਾਲ, ਕਿਸੇ ਨੂੰ 1 ਸਾਲ, ਕਿਸੇ ਨੂੰ 2 ਮਹੀਨੇ ਹੋਏ ਆ ਜੀ। ਸਿਰਫ ਇੱਕ ਉਹ ਚਰਨਜੀਤ ਹੈ ਜਿਹੜੀ ਪਿੰਡ ਦੀ ਕੁੜੀ ਹੈ, ਉਹਨੂੰ 17 ਸਾਲ ਹੋਏ ਆ, ਮੈਨੂੰ 19 ਸਾਲ ਹੋਏ ਆ, ਉਹਨਾਂ ਨੂੰ ਬੇਟੇ ਨੂੰ 18 ਸਾਲ ਹੋਏ ਆ। ਉਸ ਚੀਜ਼ ਦੀ ਗਵਾਹ ਮੈਂ, ਹੋਰ ਕੋਈ ਨਹੀਂ। ਅਸੀਂ ਤਾਂ ਮੈਡਮ ਦੇ ਕਹੇ ਅਨੁਸਾਰ ਹੀ ਦੱਸ ਰਹੇ ਕਿ ਜਿਵੇਂ ਸਾਨੂੰ ਮੈਡਮ ਨੇ ਦੱਸਿਆ। ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਜਿਨ੍ਹਾਂ ਤੋਂ ਇਹਨਾਂ ਨੇ ਲਿਆ ਸੀ ਉਹ ਵੀ ਇੰਚਾਰਜ ਸੀਗੇ, ਉਹਨਾਂ ਨਾਲ ਮੈਂ ਫੋਨ ਤੇ ਗੱਲ ਕਰਾ ਦਿੰਦੀ ਆ। ਤੁਸੀਂ ਮੇਰੀ ਕਾਲ ਡਿਟੇਲ ਚੈੱਕ ਕਰ ਸਕਦੇ ਹੋ ਕਿ ਮੇਰੀ ਉਹਨਾਂ ਨਾਲ ਕਦੇ ਗੱਲ ਹੋਈ ਹੈ ਕਿ ਨਹੀਂ ਹੋਈ ਰੂਮ ਵਾਸਤੇ, ਤਾਂ ਤੁਸੀਂ ਉਹਨਾਂ ਨਾਲ ਪੁੱਛ ਸਕਦੇ ਹੋ। ਤੁਹਾਨੂੰ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਇਸੇ ਟਾਈਮ ਕਰ ਦਿੰਦੇ ਹਾਂ। ਹਾਂਜੀ, ਕਰਾ ਦਿਓ। ਕਿਹਨਾਂ ਨਾਲ ਕਰਵਾ ਰਹੇ ਹੋ? ਸੰਤੋਸ਼ ਰਾਣੀ ਮੈਡਮ। ਇਹ ਕੌਣ ਨੇ ਜੀ? ਇਹ ਪਹਿਲਾਂ ਇਸ ਸਕੂਲ 'ਚ ਸੀਗੇ ਉਦੋਂ ਜਦੋਂ ਮੈਂ ਸੀਗੀ। ਅੱਛਾ, ਉਹ ਪ੍ਰਿੰਸੀਪਲ ਸੀਗੇ? ਨਹੀਂ ਜੀ, ਪ੍ਰਿੰਸੀਪਲ ਦੀ ਪੋਸਟ ਤਾਂ ਖਾਲੀ ਸੀ, ਉਹ ਵੀ ਟੀਚਰ ਸੀਗੇ, ਬਟ ਉਹ ਸੀਨੀਅਰ ਟੀਚਰ ਸੀਗੇ, ਮੈਂ ਜੂਨੀਅਰ ਸੀਗੀ। ਤਾਂ ਮਤਲਬ ਅਸੀਂ 2 ਜਣੇ ਸੀ ਉਸ ਟਾਈਮ ਜਦੋਂ ਇਹ ਗੱਲ ਹੋਈ ਹੈ। ਤੇ ਹੋਰ ਵੀ ਟੀਚਰ ਨੇ, ਉਹਨਾਂ ਦਾ ਹੀ ਪੁੱਛ ਲੈਂਦੇ ਆ। ਤੁਹਾਨੂੰ ਮੈਡਮ ਨੇ ਕੁਝ ਡਾਂਟਿਆ ਤੇ ਨਹੀਂ ਹੈਗਾ? ਨਹੀਂ ਸਰ, ਕਦੇ ਵੀ ਨਹੀਂ। ਸਾਨੂੰ 2 ਸਾਲ ਹੋ ਗਏ ਇੱਥੇ ਆਏ ਨੂੰ, ਤੇ ਜਦੋਂ ਵੀ ਦੇਖਿਆ ਮੈਮ ਨੂੰ ਕੋਆਪਰੇਟ ਕਰਦੀ ਦੇਖਿਆ ਵੀ ਹਰ ਇੱਕ ਦੇ ਨਾਲ ਹੀ। ਠੀਕ ਹੈ। ਤੁਸੀਂ ਮੈਮ ਕਦੋਂ ਤੋਂ ਇੱਥੇ ਹੋ? ਸਰ ਮੈਨੂੰ ਤਾਂ 2 ਮਹੀਨੇ ਹੋਏ ਆ। ਅੱਛਾ, ਹੁਣੀ ਟ੍ਰਾਂਸਫਰ ਹੋਈ ਹੈ। ਪਹਿਲਾਂ ਕਿੱਥੇ ਸੀ ਤੁਸੀਂ? ਮੈਂ ਦੰਦਰਾਲਾ। ਕਿੱਥੇ? ਦੰਦਰਾਲਾ। ਉਹ ਇਸੇ ਬਲਾਕ ਦਾ ਪਿੰਡ ਉਹ ਹੈ ਸਕੂਲ? ਹਾਂਜੀ ਸਰ। ਠੀਕ ਹੈ। ਤੇ ਉੱਥੇ ਦੇ ਪ੍ਰਿੰਸੀਪਲ 'ਚ ਤੇ ਮੈਡਮ 'ਚ ਕੀ ਫਰਕ ਲੱਗਦਾ? ਸਰ ਦੋਨੋਂ ਹੀ ਨਾਈਸ ਹੈ ਆਪਣੀ ਆਪਣੀ ਜਗ੍ਹਾ। ਹਾਂਜੀ।
ਠੀਕ ਹੈ, ਤੁਸੀਂ ਦਬਾਅ 'ਚ ਲੱਗਦੇ ਆ ਥੋੜਾ ਜਿਹਾ। ਨਹੀਂ ਜੀ ਨਹੀਂ ਸਰ, ਇੱਦਾਂ ਦੀ ਕੋਈ ਗੱਲ ਨਹੀਂ। ਠੀਕ ਹੈ, ਤੇ ਮੈਮ ਵੀ ਕੱਲ ਗੱਲਬਾਤ 'ਚ ਆ ਗਏ ਸੀਗੇ, ਜੇ ਦੱਸ ਵੀ ਰਹੇ ਸੀਗੇ ਤੁਹਾਨੂੰ ਮੈਮ ਨੇ ਕੁਝ ਕਿਹਾ ਸੀਗਾ ਜਦੋਂ ਅਸੀਂ ਉੱਥੇ ਕਵਰੇਜ ਕਰ ਰਹੇ ਸੀਗੇ, ਤੇ ਵੀ ਇਦਾਂ ਕਰਕੇ ਵੀ ਲੱਗਦਾ ਕਵਰੇਜ ਵਾਲੇ ਆ ਗਏ ਆ ਤੇ ਮੈਂ ਨਿਕਲਦੀ ਆ, ਇਦਾਂ ਕੁਝ ਹੋਇਆ ਸੀਗਾ? नहीं जी, मैम ने कुछ मुझे ऐसा बोला नहीं है। ठीक है, हाँ जी। और मतलब मुझे मैम का नेचर पता है, कहने को मुझे 1 साल हो गया है यहाँ पे स्कूल में आए हुए, लेकिन बहुत ज़्यादा मैडम फ्रेंडली हैं और कोई प्रेशराइज नहीं करते टीचर को किसी भी चीज़ के लिए, और मतलब बहुत अच्छा मैडम का बिहेवियर है हमारे साथ में। मतलब ऐसा लगता नहीं है कि हम इतनी बड़ी, मतलब मैडम की पोस्ट बहुत बड़ी है कि उनके अंडर 7 स्कूल्स आते हैं। मतलब आप ये सोचो कि एक तरीके से मतलब कभी कभी ना टीचर को डर भी लगता है बोलते हुए कुछ भी, लेकिन मैडम का बिहेवियर इतना ज़्यादा फ्रेंडली है ना हमसे, तो हमें लगता है कि नहीं मतलब हम हर चीज़ मैडम के साथ शेयर कर लेते हैं। ठीक है, और बहुत अच्छा बिहेवियर है, और हमारा इवन जो स्टाफ का भी जो कोऑर्डिनेशन है वो भी बहुत अच्छी है स्कूल में, और इट इज़ ड्यू टू द CST विजय गुप्ता। ठीक है, हाँ जी। ਫਿਲਹਾਲ ਅਸੀਂ ਕੋਸ਼ਿਸ਼ ਕੀਤੀ ਹੈ ਬਈ ਸਾਰੇ ਸਵਾਲਾਂ ਦੇ ਜਵਾਬ ਲੈ ਸਕੀਏ। ਹੁਣ ਇਹ ਦਰਸ਼ਕਾਂ ਨੇ, ਵਿਊਅਰਸ ਨੇ ਡਿਸੀਜਨ ਲੈਣਾ ਵੀ ਜੋ ਵੀ ਮੈਡਮ ਨੇ ਪੱਖ ਰੱਖਿਆ ਔਰ ਜਿਹੜਾ ਪੰਚਾਇਤ ਨੇ ਪੱਖ ਰੱਖਿਆ ਉਹਦੇ ਵਿੱਚ ਮੁਲਾਂਕਣ ਕਰਕੇ ਉਹ ਆਪ ਡਿਸੀਜਨ ਲੈ ਸਕਦੇ ਆ ਕਿੰਨਾ ਕੁ ਕੋਈ ਸਹੀ ਹੈ ਤੇ ਕਿੰਨਾ ਕੋਈ ਗਲਤ ਹੈ ਜਾਂ ਜੋ ਵੀ ਹੈ। ਅਸੀਂ ਵੈਸੇ ਚਾਹੁੰਦੇ ਸੀਗੇ ਕਿ ਅੱਜ ਜੇ ਕੋਈ ਪੰਚਾਇਤ ਦਾ ਮੈਂਬਰ ਵੀ ਇੱਥੇ ਆਂਦਾ ਤਾਂ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਗੱਲਬਾਤ ਹੋ ਸਕਦੀ ਸੀਗੀ, ਲੇਕਿਨ ਕਈ ਵਾਰ ਇਦਾਂ ਦੇ ਹਾਲਾਤ ਬਣ ਜਾਂਦੇ ਆ, ਤੁਹਾਨੂੰ ਸਿੰਗਲ ਕਰਨੀ ਪੈਂਦੀ ਹੈ। ਪਹਿਲਾਂ ਅਸੀਂ ਪੰਚਾਇਤ ਦੀ ਗੱਲ ਕੀਤੀ ਸੀਗੀ, ਪੇਰੈਂਟਸ ਦੀ, ਔਰ ਆਂਗਨਵਾੜੀ ਵਾਲੇ ਜਿਹੜੇ ਵਰਕਰ ਸੀਗੇ ਉਹਨਾਂ ਦੀ ਅਸੀਂ ਗੱਲ ਸੁਣੀ ਸੀਗੀ, ਤੇ ਅੱਜ ਅਸੀਂ ਜਿਹੜੇ ਪ੍ਰਿੰਸੀਪਲ ਮੈਮ ਨੇ ਉਹਨਾਂ ਦੀ ਗੱਲ ਸੁਣਨ ਨੂੰ ਇੱਥੇ ਆਏ ਹੋਏ ਹਾਂ। ਆਈ ਹੋਪ ਕਿ ਤੁਹਾਨੂੰ ਇਹ ਜਿਹੜਾ ਸਾਰਾ ਇੰਟਰਵਿਊ ਹੈ ਇਹ ਇਨਫੋਰਮੇਸ਼ਨਲ ਲੱਗਿਆ ਹੋਵੇਗਾ, ਚੰਗਾ ਲੱਗਿਆ ਹੋਵੇਗਾ, ਔਰ ਜਿਹੜੇ ਤੁਹਾਡੇ ਕੁਝ ਕੁ ਸਵਾਲ ਪਹਿਲੇ ਇੰਟਰਵਿਊ ਦੇ ਵਿੱਚ ਬਚ ਗਏ ਸੀਗੇ ਔਰ ਮੇਰੇ ਵੀ ਬਚ ਗਏ ਸੀਗੇ ਉਹ ਇਹਦੇ ਵਿੱਚ ਦੂਰ ਹੋ ਗਏ ਹੋਣੇ। ਧੰਨਵਾਦ ਜੀ।